ਮਾਇਆ ਦਾ ਮਤਲਬ ਹੁੰਦਾ ਭਰਮ, ਭੁਲੇਖੇ 'ਚ ਪਾਈ ਜਾਣਾ। ਤੁਹਾਡੇ ਸਾਹਮਣੇ ਮੈਂ ਇੱਕ ਮਰੂਤੀ ਖੜ੍ਹਾ ਦਾਂ, ਇੱਕ ਹੋਰ ਗੱਡੀ ਕੋਈ ਖੜ੍ਹਾ ਦਾਂ, ਤੁਸੀਂ ਸਾਰੇ ਦੂਜੇ 'ਚ ਬੈਠਣਾ ਚਾਹੋਗੇ। ਤੁਸੀਂ ਮਰੂਤੀ ਜਾਂ ਕੁਛ ਜਿਹੜੀ ਮਾੜੀ ਗੱਡੀ ਹੋਊਗੀ ਉਹਦੇ 'ਚ ਨਹੀਂ ਬੈਠਣਾ ਚਾਹੋਗੇ। ਇਹ ਤੁਹਾਡੀ ਮਾਨਸਿਕਤਾ। ਇਹਨੂੰ ਕੀ ਕਹਿੰਦੇ ਨੇ? ਮਾਨਸਿਕਤਾ ਮਤਲਬ ਭਰਮ, ਭਰਮ ਮਤਲਬ ਮਾਇਆ। ਇਹ ਤੁਹਾਨੂੰ ਬੇਵਕੂਫ ਬਣਾਉਂਦੀ ਹੈ। ਕਿਵੇਂ ਬੇਵਕੂਫ ਬਣਾਉਂਦੀ ਹੈ? ਇਹ ਤੁਹਾਡੇ ਸਾਹਮਣੇ ਆਪਸ਼ਨ ਰੱਖਦੀ ਹੈ ਵੀ ਆਹ ਚੀਜ਼ ਵਧੀਆ, ਆਹ ਚੀਜ਼ ਘਟੀਆ। ਇਹ ਕਹਿੰਦੀ ਵੀ ਆਹ ਕਰਾਂਗੇ ਤਾਂ ਬਿਹਤਰ ਰਹਾਂਗੇ, ਆਹ ਕਰਾਂਗੇ ਤਾਂ ਨੁਕਸਾਨ 'ਚ ਰਹਾਂਗੇ। ਐਵੇਂ ਤਾਂ ਇਹਦੇ ਨਾਲ ਕੀ ਹੋ ਜਾਂਦਾ, ਜਦੋਂ ਇਹ 2-3 ਆਪਸ਼ਨ ਦੇ ਦਿੰਦੀ ਹੈ ਸਾਨੂੰ, ਅਸੀਂ ਉਲਝ ਜਾਂਦੇ, ਸਾਡਾ ਕੌਨਸਨਟ੍ਰੇਸ਼ਨ ਟੁੱਟ ਜਾਂਦਾ। ਜਦੋਂ ਕੌਨਸਨਟ੍ਰੇਸ਼ਨ ਟੁੱਟ ਜਾਂਦਾ ਜਾਂ ਕਮਜ਼ੋਰ ਹੋ ਜਾਂਦਾ, ਵੰਡਿਆ ਜਾਂਦਾ, ਫਿਰ ਕਿਸੇ ਵੀ ਚੀਜ਼ 'ਚ ਤੁਸੀਂ ਕੁਛ ਵੀ ਹਾਸਿਲ ਨਹੀਂ ਕਰ ਸਕਦੇ। ਅਭਿਆਸ ਤਾਂ ਬਹੁਤ ਦੂਰ ਦੀ ਗੱਲ ਹੈ ਜ਼ਿੰਦਗੀ 'ਚ ਵੀ। ਮਾਇਆ ਦਾ ਕੰਮ ਆ ਤੁਹਾਨੂੰ ਵਾਰ-ਵਾਰ ਆ ਕੇ ਕਿਸੇ ਬੰਦੇ ਦੇ ਥਰੂ ਆਊਗੀ, ਕਦੇ ਕਿਸੇ ਮਸ਼ਹੂਰੀ ਦੇ ਥਰੂ, ਕਦੇ ਤੁਹਾਡੇ ਅੰਦਰ ਖਿਆਲ ਪਾਊਗੀ ਉਹ ਵੀ ਨਹੀਂ ਆਹ ਕੰਮ ਤੂੰ ਕਰ ਰਿਹਾ ਨਹੀਂ, ਆਹ ਕੰਮ ਕਰ। 2 ਮਹੀਨੇ ਤੁਸੀਂ ਇੱਧਰ ਲਾਓਗੇ, 2 ਮਹੀਨੇ ਇੱਧਰ ਲਾਓਗੇ, ਦੋਹਾਂ 'ਚ ਖਤਮ, ਜ਼ੀਰੋ। ਇਹ ਹੈ ਭਰਮ ਮਤਲਬ ਮਾਇਆ। ਗੁਰੂ ਅਮਰਦਾਸ ਸਾਹਿਬ ਦੀ ਬਾਣੀ ਹੈ, ਮਾਇਆ ਭਰਮ ਭੁਲੇਖਾ ਸਾਧੋ। ਵੀ ਮਾਇਆ ਦਾ ਮਤਲਬ ਕਹਿੰਦੇ ਸਿਰਫ ਭਰਮ ਹੈ, ਹੋਰ ਕੋਈ ਚੀਜ਼ ਨਹੀਂ ਹੈਗੀ। ਮਾਇਆ ਤੋਂ ਪੈਸੇ ਤੋਂ ਮਤਲਬ ਨਹੀਂ ਹੈਗਾ। ਮਾਇਆ ਦਾ ਭਰਮ ਮਤਲਬ ਜਿੰਨੇ ਵੀ ਤਰ੍ਹਾਂ ਦੇ ਭਰਮ ਹੁੰਦੇ ਨੇ ਇਨਸਾਨ ਨੂੰ। ਕਿਵੇਂ ਭਰਮ? ਸਭ ਤੋਂ ਸਿੰਪਲ ਜਿਹਾ ਭਰਮ ਕੀ ਹੁੰਦਾ? ਦੂਜਿਆਂ ਨੂੰ ਛੱਡੋ, ਮਤਲਬ ਆਪਦੇ ਦੇਖੋ। ਸਭ ਤੋਂ ਪਹਿਲਾਂ ਇਨਸਾਨ ਨੂੰ ਭਰਮ ਹੁੰਦਾ ਵੀ ਮੈਂ ਮਾੜਾ ਜਾਂ ਮੈਂ ਸੋਹਣਾ ਜਾਂ ਮੈਂ ਲੰਮਾ ਜਾਂ ਪਤਲਾ ਜਾਂ ਮੋਟਾ ਜਾਂ ਕਿਵੇਂ। ਉਹ ਸਾਰੀ ਜ਼ਿੰਦਗੀ ਆਪਦੇ 'ਚ ਨੁਕਸੇ ਕੱਢਦਾ ਰਹਿੰਦਾ, ਅਤੇ ਨੁਕਸ ਕੱਢਦਾ ਕੀ ਹੋ ਗਿਆ ਉਹਦੇ ਨਾਲ? ਕੌਨਸਨਟ੍ਰੇਸ਼ਨ ਟੁੱਟ ਗਿਆ। ਉਹੀ ਊਰਜਾ ਉਹਨੇ ਕਾਹਦੇ 'ਚ ਲਾਉਣੀ ਸੀ? ਆਪਦੇ ਕੰਮ 'ਚ ਜਾਂ ਕਿਸੇ ਹੋਰ ਚੀਜ਼ 'ਚ। ਫਿਰ ਕੀ ਹੁੰਦਾ? ਫਿਰ ਅਸੀਂ ਸਾਰਾ ਦਿਨ ਫੋਨ 'ਚ ਕਦੇ ਕਿਹੜਾ ਐਪ ਚਾੜ ਦਿੰਦੇ ਹਾਂ, ਹਾਂ ਇਹਦੇ 'ਚ ਸੋਹਣਾ ਲੱਗ ਰਿਹਾ, ਸ਼ੀਸ਼ੇ ਦੇਖਦੇ ਹਾਂ, ਨਹੀਂ। ਫਿਰ ਉਹਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਨਹੀਂ ਮੇਰਾ ਨੱਕ ਐਂ ਨਹੀਂ, ਐਂ ਹੋਣਾ ਚਾਹੀਦਾ, ਮੇਰੀਆਂ ਅੱਖਾਂ ਐਂ ਨਹੀਂ, ਐਂ ਹੋਣੀਆਂ ਚਾਹੀਦੀਆਂ, ਮੇਰੇ ਵਾਲ ਐਂ ਨਹੀਂ, ਐਂ ਹੋਣੇ ਚਾਹੀਦੇ ਨੇ। ਸਾਰੀ ਜ਼ਿੰਦਗੀ ਇਸੇ 'ਚ ਲੰਘ ਜਾਂਦੀ ਹੈ। ਇਹ ਸਭ ਤੋਂ ਛੋਟੀ ਐਗਜ਼ਾਮਪਲ ਹੈ ਭਰਮ ਦੀ। ਉਹ ਮਾਇਆ ਖਿਆਲ ਅੰਦਰ ਪੈਦਾ ਕਰ ਦਿੰਦੀ ਹੈ ਵੀ ਨਹੀਂ ਯਾਰ, ਵੀ ਉਹਦਾ ਨੱਕ ਸੋਹਣਾ, ਵੀ ਤੇਰਾ ਐਵੇਂ ਨਹੀਂ, ਐਵੇਂ ਹੋਣਾ ਚਾਹੀਦਾ ਜੀ, ਉਹਦੇ ਵਾਲ ਵਧੀਆ ਨੇ, ਤੂੰ ਉਵੇਂ ਕਰਾ। ਫਿਰ ਦਿਮਾਗ ਸਾਰੀ ਊਰਜਾ ਇੱਧਰ ਹੀ ਲੱਗ ਜਾਂਦੀ ਹੈ। ਇਹੀ ਉਹਨੂੰ ਕੰਮ ਸੌਂਪਿਆ ਗਿਆ, ਭਰਮ ਪੈਦਾ ਕਰਨਾ। ਕਿਹਦੇ ਅੰਦਰ ਭਰਮ ਪੈਦਾ ਕਰਿਆ ਉਹਨੇ? ਤੁਹਾਡੇ ਅੰਦਰ। ਛੋਟੀ ਐਗਜ਼ਾਮਪਲ ਇਹ ਹੈ ਇਹਦੀ, ਵੱਡੀਆਂ ਹੁਣ ਇਹਦੇ ਨਾਲ ਸਮਝ ਕੇ ਤੁਸੀਂ ਜਿੱਥੇ ਮਰਜ਼ੀ ਲੈ ਜਾਓ ਉਹਨੂੰ। ਸਾਰੇ ਕਿਤੇ ਭਰਮ ਹੈ। ਆਹ ਨਹੀਂ, ਆਹ ਚੀਜ਼ ਸਹੀ ਹੈ, ਨਹੀਂ ਆਹ ਨਹੀਂ ਯਾਰ, ਵੀ ਆਪਾਂ ਨੇ ਤੂੰ ਗਲਤੀ ਕਰ ਲਈ, ਆਹ ਸਹੀ ਹੈ। ਭਰਮ 'ਚ ਰਹਿੰਦੇ ਹੋ ਸਾਰੀ ਜ਼ਿੰਦਗੀ। ਤੁਹਾਨੂੰ ਪੱਕਾ ਨਹੀਂ ਪਤਾ ਹੁੰਦਾ ਵੀ ਹਾਂ ਇਹ ਚੀਜ਼ ਸਹੀ ਹੈ ਜਾਂ ਗਲਤ ਹੈ। ਕੋਈ 2 ਬੰਦੇ ਆ ਕੇ ਤੁਹਾਨੂੰ ਕਹਿ ਦੇਣ ਵੀ ਨਹੀਂ ਤੈਨੇ ਗਲਤ ਕੰਮ ਕਰਤਾ ਹੈ, ਬਸ ਖਤਮ। ਕੋਈ ਤੁਹਾਡਾ ਆਪਦੇ ਆਪ ਦੀ ਭਰੋਸਾ ਉੱਠ ਜਾਂਦਾ। ਇਹ ਹੈ ਭਰਮ। ਕਿਸੇ ਵੀ ਚੀਜ਼ ਤੋਂ ਤੁਸੀਂ ਕਦੇ ਸੰਤੁਸ਼ਟ ਨਹੀਂ ਹੋ ਸਕਦੇ ਜਦੋਂ ਤੱਕ ਮਾਇਆ ਦੀ ਜਾਲ 'ਚ ਤੁਸੀਂ। ਤੁਹਾਨੂੰ ਲੱਗੂਗਾ ਵੀ ਨਹੀਂ ਆਪਾਂ ਨੇ ਆਹ ਸੂਟ ਨਹੀਂ, ਆਹ ਸੂਟ, ਉਹ ਸੂਟ ਲੈਣਾ ਸੀਗਾ। ਫਿਰ ਤੁਸੀਂ ਕੋਲ ਵੀ ਵਾਲ ਐਵੇਂ ਨਹੀਂ ਯਾਰ, ਉਹਨੇ ਵਧੀਆ ਨਹੀਂ ਕਰੇ, ਉਹਦੇ 'ਤੇ ਕਰਾ ਕੇ ਆਵਾਂਗੇ। ਇਹ ਕੀ ਹੈ? ਭਰਮ। ਭਰਮ ਮਤਲਬ ਮਾਇਆ। ਸਾਰੀ ਜ਼ਿੰਦਗੀ ਇਹਦੇ 'ਚ ਲੰਘ ਜਾਂਦੀ ਹੈ, ਇਹ ਪਿੱਛੇ ਲਾਈ ਰੱਖਦੀ ਹੈ। ਸੰਤੁਸ਼ਟੀ ਉਹਦੇ 'ਚ ਵੀ ਨਹੀਂ ਹੈਗੀ, ਚਾਹੇ ਤੁਸੀਂ ਕਿਸੇ ਹੋਰ ਤੋਂ ਕਰਵਾ ਲੈਂਦੇ, ਜਾਓ ਫਲਾਣਾ ਸੂਟ ਲੈ ਲੈਂਦੇ, ਫਿਰ ਤੁਹਾਨੂੰ ਉਹ ਵਧੀਆ ਲੱਗਣਾ ਸੀਗਾ। ਕਿਉਂਕਿ ਇਹਨੇ ਭਰਮ ਪਾਉਣਾ ਹੀ ਪਾਉਣਾ, ਜੋ ਮਰਜ਼ੀ ਕਰੀ ਚੱਲੋ ਤੁਸੀਂ। ਇਹਨੇ ਤੁਹਾਨੂੰ 3-4 ਚੀਜ਼ਾਂ ਦਿਖਾਉਣੀਆਂ ਨੇ ਵਧੀਆ। ਸੰਤੁਸ਼ਟੀ ਉਹ 3-4 'ਚ ਕਿਸੇ 'ਚ ਵੀ ਨਹੀਂ ਹੈਗੀ। ਸੰਤੁਸ਼ਟੀ ਸਿਰਫ ਨਾਮ 'ਚ ਹੈ, ਕਿਸੇ ਵੀ ਚੀਜ਼ 'ਤੇ ਸੰਤੁਸ਼ਟੀ ਨਹੀਂ ਹੈਗੀ। ਤੁਹਾਨੂੰ 3-4 ਚੀਜ਼ਾਂ ਜਿਵੇਂ ਦਿਖਾ ਦੂਗੀ ਵੀ ਨਹੀਂ ਆਹ ਚੀਜ਼ ਵਧੀਆ, ਠੀਕ, ਆਹ ਵੀ ਵਧੀਆ, ਆਹ ਵੀ ਵਧੀਆ, ਕਿਹੜੀ ਚੁਣੀ ਹੈ, ਚੱਲ ਆਹ ਚੁਣ ਲੈ। ਜਦੋਂ ਤੁਸੀਂ ਕਦੀ ਜਾਣ ਦੀ ਕੋਸ਼ਿਸ਼ ਕਰੋਗੇ ਫਿਰ ਦੂਜੀ ਚੀਜ਼ ਆ ਜੂਗੀ ਵਿੱਚ। ਭਰਮ ਪੈਦਾ ਕਰਦੀ ਹੈ। ਭਰਮ ਕੀ ਹੁੰਦਾ? ਭਰਮ ਮਤਲਬ ਰਮ ਜਾਣਾ, ਪੈਦਾ ਕਰਨਾ, ਫਿਰ ਰਮ ਜਾਣਾ। ਰਮ ਜਾਣਾ ਮਤਲਬ ਵੀ ਕੁਛ ਟਾਈਮ ਵਾਸਤੇ ਖੜਨਾ, ਫਿਰ ਉੱਲੂ ਬਣਾ ਕੇ, ਜਿਵੇਂ ਚਠਾ ਕੇ ਕਹਿ ਦਿੰਦੇ ਆਪਾਂ, ਚਠਾ ਕੇ ਫਿਰ ਵਾਪਸ ਗਿਆ, ਖਤਮ, ਫਿਰ ਨਵੀਂ ਚੀਜ਼। ਮਤਲਬ ਜੇ ਤੁਸੀਂ ਕਿਸੇ ਇੱਕ ਜਣੀ ਜਾਓਗੇ ਫਿਰ ਤਾਂ ਤੁਹਾਨੂੰ ਖੁਸ਼ੀ ਮਿਲ ਜੂਗੀ, ਥੋੜ੍ਹੀ ਸੰਤੁਸ਼ਟੀ ਹੋ ਜੂਗੀ ਉਹਦੇ 'ਚ, ਪਰ ਉਹ ਹੋਣ ਹੀ ਨਹੀਂ ਦਿੰਦੀ ਹੈਗੀ। ਉਹ ਉੱਧਰ ਨੂੰ ਜਾਣ ਦੀ ਕੋਸ਼ਿਸ਼ ਕਰੋਗੇ, ਇੱਧਰੋਂ ਲੱਤ ਫਸਾ ਦੂ, ਇੱਧਰੋਂ ਜਾਣ ਦੀ ਕੋਸ਼ਿਸ਼ ਕਰੋਗੇ, ਇੱਧਰ ਲੱਤ ਫਸਾ ਦੂ। ਮਾਇਆ ਦਾ ਕੰਮ ਇਹ ਹੈ, ਭਰਮ ਹੈ ਇਹ। ਸਾਰੀ ਜ਼ਿੰਦਗੀ ਇਨਸਾਨ ਭਰਮ 'ਚ ਰਹਿੰਦਾ। ਕਈ ਚੀਜ਼ਾਂ ਉਹਨੂੰ ਸੋਹਣੀਆਂ ਲੱਗਦੀਆਂ ਨੇ, ਨਹੀਂ ਆਹ ਕੁੜੀ ਨਹੀਂ, ਆਹ ਕੁੜੀ ਸੋਹਣੀ ਹੈ, ਆਹ ਨਹੀਂ, ਆਹ ਲੰਮੀ ਆ, ਪਤਲੀ ਹੈ, ਆਹ ਮੋਟੀ ਆ, ਪਤਲੀ ਹੈ,
ਇਸੇ ਚੀਜ਼ 'ਚ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਤੁਸੀਂ ਆਪਦਾ ਬੇਸ਼ਕੀਮਤੀ ਸਮਾਂ ਬੇਵਕੂਫਾਂ ਨਾਲ ਬੈਠ ਕੇ ਗੱਲਾਂ ਮਾਰਨ 'ਚ ਖਰਾਬ ਕਰਦੇ ਹੋ। ਜਦ ਕਿ ਜੇ ਤੁਹਾਡੇ ਕੋਲ ਫਾਲਤੂ ਸਮਾਂ ਤੁਹਾਨੂੰ ਚੁੱਪ ਰਹਿ ਕੇ ਚੁੱਪ ਰਹੋ ਵੱਧ ਤੋਂ ਵੱਧ ਜਿੰਨਾ ਹੋ ਸਕੇ। ਬਸ ਓਨਾ ਕੁ ਬੋਲੋ ਜਿੰਨਾ ਬਹੁਤ ਜ਼ਿਆਦਾ ਜ਼ਰੂਰੀ, ਬਹੁਤ ਬੇਸ਼ਕੀਮਤੀ ਹੋਵੇ ਬੋਲਣਾ। ਤੁਸੀਂ ਆਪਣੀ ਜ਼ਿੰਦਗੀ 'ਤੇ ਨਿਗਾਹ ਮਾਰ ਕੇ ਦੇਖੋ, ਤੁਹਾਡੇ ਕੋਲ ਤੁਸੀਂ ਜਿਹੜਾ ਸਮਾਂ ਵਿਹਲਾ ਉਹਨੂੰ ਤਾਂ ਮਾਰੋ ਗੋਲੀ। ਤੁਸੀਂ ਆਪਦਾ ਜਿਹੜਾ ਸਮਾਂ ਤੁਹਾਡਾ ਕੀਮਤੀ ਵੀ ਹੈ, ਕੀਮਤੀ ਮਤਲਬ ਤੁਸੀਂ ਪੜ੍ਹਨਾ ਜਾਂ ਕੋਈ ਹੋਰ ਕੰਮ ਕਰਨਾ, ਉਹਨੂੰ ਵੀ ਦੂਸਰਿਆਂ ਪਿੱਛੇ ਖਰਾਬ ਕਰ ਦਿੰਦੇ। ਤੁਹਾਨੂੰ ਗੱਲਾਂ ਮਾਰਨ ਵਾਲੇ ਚਾਹੀਦੇ ਨੇ, ਆਪਦੇ ਆਲੇ ਦੁਆਲੇ ਭੀੜ ਚਾਹੀਦੀ ਹੈ ਤੁਹਾਨੂੰ। ਬੈਠ ਕੇ ਪਾਰਕਾਂ 'ਚ ਤੁਸੀਂ ਗੱਲਾਂ ਮਾਰਨੀਆਂ ਨੇ, ਬੇਵਕੂਫ ਬਣਨਾ ਉਹ ਭਰਮ ਹੈ, ਹੋਰ ਕੀ ਹੈ। ਆਪਦੇ ਆਪ ਨੂੰ ਬੇਵਕੂਫ ਬਣਾਉਣਾ, ਆਪਦਾ ਸਮਾਂ ਖਰਾਬ ਕਰਨਾ। ਹੀ ਹਾਂ 6 ਵਜੇ ਅਸੀਂ ਚਲੇ ਜਾਵਾਂਗੇ, 6 ਵਜੇ ਵਾਪਸ ਆ ਜਾਵਾਂਗੇ। ਅਤੇ ਉਹਦੇ 'ਚ ਆਪਦੇ ਆਪ ਨੂੰ ਸਵਾਲ ਪੁੱਛੋ, ਤੁਸੀਂ ਕਿੰਨਾ ਕੁ ਟਾਈਮ ਕੰਮ ਕਰਿਆ? ਘੰਟਾ, ਅੱਧਾ ਘੰਟਾ, 10 ਮਿੰਟ, 20 ਮਿੰਟ ਦਾ, ਘੰਟਾ, 2 ਘੰਟੇ, 4 ਘੰਟੇ, ਕਿੰਨੇ? ਜ਼ਿਆਦਾ ਟਾਈਮ ਤੁਹਾਡਾ ਬੇਵਕੂਫੀ 'ਚ ਲੰਘਿਆ ਹੋਊਗਾ, ਭਰਮ 'ਚ। ਅਤੇ ਸਭ ਤੋਂ ਪਹਿਲਾਂ ਭਰਮ ਕਿੱਥੇ ਸ਼ੁਰੂ ਹੁੰਦਾ? ਆਪਦੇ ਆਪ 'ਤੇ, ਜਿਹੜੀਆਂ ਪਹਿਲਾਂ ਕਹਿ ਹਟਿਆ। ਸਭ ਤੋਂ ਪਹਿਲਾਂ ਤੁਸੀਂ ਉੱਠਦੇ ਹੋ, ਆਪਦੀ ਬੂਥੀ ਦੇਖਦੇ ਹੋ ਵੀ ਹਾਂ ਮੈਂ ਠੀਕ ਲੱਗ ਰਿਹਾ, ਮੇਰੀ ਗੱਲਾਂ ਤਾਂ ਨਹੀਂ ਸੁੱਝ ਰਹੀਆਂ, ਅੱਖਾਂ ਕਿਵੇਂ ਨੇ? ਬਸ ਭਰਮ ਉੱਠਦੇ ਸਾਰ ਸ਼ੁਰੂ ਹੋ ਜਾਂਦਾ। ਜਦੋਂ ਤੱਕ ਸੌਂਦੇ ਨਹੀਂ ਹੈਗੇ ਉਦੋਂ ਤੱਕ ਭਰਮ ਚਾਲੂ ਰਹਿੰਦਾ। ਕਈਆਂ ਦਾ ਤਾਂ ਸੁਪਨਿਆਂ 'ਚ ਵੀ ਚਾਲੂ ਰਹਿੰਦਾ, ਉਹ ਸੁਪਨਿਆਂ 'ਚ ਵੀ ਆਪਦੇ ਆਪ ਨੂੰ ਸੈੱਟ ਕਰ ਰਹੇ ਹੁੰਦੇ ਨੇ। ਮਤਲਬ ਮਾਇਆ ਦਾ ਕੰਮ ਹੈ ਤੁਹਾਨੂੰ ਖੁਸ਼ੀ ਤੋਂ ਵਾਂਝਾ ਰੱਖਣਾ। ਖੁਸ਼ੀ ਕਿੱਥੇ ਹੋਊਗੀ? ਜਿੱਥੇ ਤੁਹਾਨੂੰ ਸੰਤੁਸ਼ਟੀ ਹੋਊਗੀ, ਤੁਸੀਂ ਆਪਦੇ ਆਪ ਤੋਂ ਖੁਸ਼ ਹੋਗੇ ਵੀ ਮੈਂ ਮਾਲਿਕ ਨੇ ਮੈਨੂੰ ਜੋ ਬਣਾਇਆ, ਜਿਵੇਂ ਦਾ ਬਣਾਇਆ। ਇਹ ਤਾਂ ਛੋਟੀ ਐਗਜ਼ਾਮਪਲ ਹੈ, ਮਤਲਬ ਵੀ ਪਹਿਲਾਂ ਆਪਦੇ ਆਪ ਤੋਂ, ਮਤਲਬ ਵੀ ਮੈਂ ਜਿਵੇਂ ਦਾ, ਲੰਮਾ ਪਤਲਾ, ਮੋਟਾ, ਕਾਲਾ ਗੋਰਾ, ਚਿੱਟਾ, ਜਿਵੇਂ ਦਾ ਮਰਜ਼ੀ, ਕਿਸੇ ਦੂਸਰੇ ਵਰਗੇ ਬਣਨ ਦੀ ਕੋਸ਼ਿਸ਼ ਨਾ ਕਰੋ। ਜੋ ਤੁਸੀਂ ਹੋ, ਮਾਲਿਕ ਨੇ ਜੋ ਤੁਹਾਨੂੰ ਬੈਸਟ ਲੱਗਿਆ ਉਹਨੇ ਉਹ ਬਣਾਇਆ, ਅਤੇ ਕੋਈ ਕਿਸੇ ਵਰਗਾ ਨਹੀਂ ਹੋ ਸਕਦਾ। ਸਾਰਿਆਂ ਦੀ ਅਲੱਗ ਦੀ ਆਪਦੀ ਖੂਬਸੂਰਤੀ ਹੁੰਦੀ ਹੈ। ਅਤੇ ਇਹ ਭਰਮ ਉੱਠਦੇ ਸਾਰ ਸ਼ੁਰੂ ਹੋ ਜਾਂਦਾ। ਉੱਠਦੇ ਸਾਰ ਤੁਸੀਂ ਮੂੰਹ ਧੋਂਦੇ ਹੋ, ਬੂਥੀ ਦੇਖਦੇ ਹੋ ਆਪਦੀ ਵੀ ਕਿ ਮੈਂ ਕੋਈ ਖਰਾਬੀ ਤਾਂ ਨਹੀਂ ਹੈਗੀ, ਮੋਟੇ ਤਾਂ ਨਹੀਂ, ਪਤਲਾ ਤਾਂ ਨਹੀਂ ਹੋ ਗਿਆ। ਤਾਂ ਇਹ ਨੁਕਸ ਕੱਢਣਾ ਹੁੰਦਾ। ਤਾਂ ਇਹ ਭਰਮ ਹੈ, ਇਹਨੂੰ ਮਾਇਆ ਕਿਹਾ ਗਿਆ। ਇਹ ਉੱਠਦੇ ਸਾਰ ਸ਼ੁਰੂ ਹੋ ਜਾਂਦੀ ਹੈ, ਰਾਤ ਨੂੰ ਸੌਣ ਤੱਕ ਤੰਗ ਕਰਦੀ ਰਹਿੰਦੀ ਹੈ। ਅਤੇ ਕਿਤੇ ਇਹ ਸਮਾਂ ਕਿਸੇ ਹੋਰ ਚੀਜ਼ 'ਚ ਲੱਗਣਾ ਦੀ ਹੈ, ਕੌਨਸਨਟ੍ਰੇਸ਼ਨ ਤੋੜ ਦਿੰਦੀ ਹੈ, ਕੌਨਫੀਡੈਂਸ ਡੇਗ ਦਿੰਦੀ ਹੈ ਇਨਸਾਨ ਦਾ। ਦੇਖੋ, ਖਵਾਹਿਸ਼ਾਂ ਇਨਸਾਨ ਰੱਖਦਾ ਚੰਦ 'ਤੇ ਜਾਣ ਦੀਆਂ, ਚੜ੍ਹਿਆ ਉਹਨੇ ਕੋਠਾ ਨਹੀਂ ਹੁੰਦਾ ਕਦੇ। ਇਹੀ ਹਾਲ ਦੁਨੀਆ 'ਚ ਤੁਹਾਡੇ ਵਰਗੇ ਹੋਰ ਸਾਰਿਆਂ ਦਾ ਹੀ ਇਹੀ ਹਾਲ ਹੈ। ਚਾਹੋ ਤਾਂ ਤੁਸੀਂ ਮਾਲਿਕ ਨੂੰ ਮਿਲਣਾ, ਅਤੇ ਕੁਰਬਾਨੀ ਤੁਸੀਂ ਕਰਨ ਨੂੰ ਤਿਆਰ ਨਾ ਹੋ, ਤਾਂ ਫਿਰ ਗੱਲਾਂ ਨੇ ਉਹਦਾ ਕੋਈ ਫਾਇਦਾ ਨਹੀਂ। ਕੁਰਬਾਨੀਆਂ ਦਾ ਮਜ਼ਮੂਨ ਇਹ ਆਸ਼ਕੀ ਦੀ ਗੱਲ ਹੈ। ਮਜ਼ਮੂਨ ਮਤਲਬ ਜਿਹੜੀ ਚੀਜ਼ ਪਲ ਪਲ ਦੇਣੀ ਪਵੇ। ਆਸ਼ਕੀ ਨਾ ਸੌਖੀ ਕੁਰਬਾਨੀ ਮੰਗਦੀ, ਤੇ ਕੁਝ ਵੀ ਨਾ ਮੰਗੇ ਜਵਾਨੀ ਮੰਗਦੀ। ਅਤੇ ਜਦੋਂ ਤੱਕ ਤੁਸੀਂ ਮਤਲਬ ਕੁਰਬਾਨੀ ਨਹੀਂ ਦੇ ਸਕਦੇ, ਤਾਂ ਤੁਸੀਂ ਮਾਲਿਕ ਨੂੰ ਮਿਲਣਾ ਤਾਂ ਦੂਰ, ਉਹਦਾ ਖਿਆਲ ਵੀ ਤੁਹਾਡੇ ਅੰਦਰ ਨਹੀਂ ਆ ਸਕਦਾ। ਮਾਇਆ ਦਾ ਇੰਨਾ ਖਤਰਨਾਕ ਭਰਮ ਹੈ। ਤੁਹਾਨੂੰ ਦੱਸ ਰਿਹਾ, ਤੁਸੀਂ ਦੇਖੋ ਸਵੇਰੇ ਤੁਸੀਂ ਉੱਠਣ ਤੋਂ ਪਹਿਲਾਂ ਭਰਮ ਸ਼ੁਰੂ ਹੋ ਜਾਂਦਾ। ਫ਼ੋਨ ਕਿੱਥੇ ਹੈ, ਚੱਕੋ ਉਹਨੂੰ, ਦੇਖੋ, ਭਰਮ ਹੋ ਜਾਂਦਾ। ਫ਼ੋਨ ਦਾ ਕੀ ਭਰਮ ਹੋ ਗਿਆ ਹੁਣ, ਇਹਨੂੰ ਥੋੜ੍ਹਾ ਹੋਰ ਸਮਝ ਲੈਂਦੇ ਹਾਂ। ਫ਼ੋਨ ਚੱਕਿਆ, ਯਾਰ ਉਹਦਾ ਰਿਪਲਾਈ ਨਹੀਂ ਆਇਆ, ਐ ਨਹੀਂ ਹੋਇਆ, ਉਹ ਨਹੀਂ ਹੋਇਆ, ਬਸ ਉਹ ਭਰਮ ਸ਼ੁਰੂ ਹੋ ਗਿਆ ਉੱਥੇ ਹੀ। ਅਤੇ ਫਿਰ ਉਦੋਂ ਬਾਅਦ 'ਚ ਮੂੰਹ ਧੋ ਲਿਆ ਜਦੋਂ, ਫਿਰ ਭਰਮ ਵੱਡਾ ਸ਼ੁਰੂ ਹੋ ਜਾਂਦਾ। ਜਦੋਂ ਕੱਪੜੇ ਪਾ ਲਏ ਫਿਰ ਉਦੋਂ ਵੱਡਾ। ਫਿਰ ਤਾਂ ਬਸ ਇੱਕ ਵਾਰੀ ਜਦੋਂ ਬੱਸ 'ਤੇ ਜਾਂ ਮੋਟਰਸਾਈਕਲ 'ਤੇ ਚੜ੍ਹ ਗਏ, ਫਿਰ ਤਾਂ ਭਰਮ ਮੈਨੂੰ ਲੱਗਦਾ ਆਪਣਾ ਥੱਲੇ ਦੱਬ ਰਿਹਾ ਹੁੰਦਾ, ਭਰਮ ਦੇ ਉੱਪਰ ਬੰਦਾ ਬੈਠਾ ਹੁੰਦਾ। ਫਿਰ ਜਦੋਂ ਤੱਕ ਵਾਪਸ ਨਹੀਂ ਆਉਂਦੇ ਉਦੋਂ ਤੱਕ ਭਰਮ ਸਿਰ 'ਤੇ ਚੜ੍ਹਿਆ ਰਹਿੰਦਾ। ਮਤਲਬ ਮਾਇਆ ਬੇਵਕੂਫ ਬਣਾਈ ਜਾਂਦੀ ਹੈ। ਉਹ ਵਧੀਆ, ਉਹ ਘਟੀਆ, ਉਹ ਸੋਹਣਾ, ਉਹ ਸੋਹਣੀ, ਮੈਂ ਐਵੇਂ ਦਾ ਕਿਉਂ ਨਹੀਂ, ਮੈਂ ਐਵੇਂ ਦਾ ਕਿਉਂ ਨਹੀਂ। ਇਹ ਬੇਵਕੂਫੀ ਵਾਲੇ ਕੰਮ ਨੇ।
ਅਤੇ ਫਿਰ ਮਤਲਬ ਦੋਸਤਾਂ ਮਿੱਤਰਾਂ 'ਚ ਜਾਂ ਜੋ ਵੀ ਤੁਸੀਂ ਉਹਨਾਂ ਨੂੰ ਸਮਝੋ, ਉਹਨਾਂ 'ਚ ਬੈਠ ਕੇ ਆਪਦਾ ਮਤਲਬ ਸਮਾਂ ਖਰਾਬ ਕਰਨਾ, ਜਿਹਨੂੰ ਤੁਸੀਂ ਟਾਈਮ ਪਾਸ ਕਹਿੰਦੇ ਆਪਾਂ, ਮਤਲਬ ਉਹ ਟਾਈਮ ਵੇਸਟ ਹੁੰਦਾ ਅਸਲ 'ਚ। ਗੱਲਾਂ ਮਾਰਨੀਆਂ ਬੇਵਕੂਫੀ ਦੀਆਂ, ਦੂਜਿਆਂ ਪਿੱਛੇ ਆਪਦਾ ਕੀਮਤੀ ਸਮਾਂ ਖਰਾਬ ਕਰਨਾ, ਦੂਜਿਆਂ ਦਾ ਤਾਂ ਖਰਾਬ ਹੁੰਦਾ ਹੀ ਆ। ਤਾਂ ਜਿਨ੍ਹਾਂ ਨੇ ਮਤਲਬ ਸਾਰੇ ਹੀ ਵੱਖੋ ਵੱਖਰੇ ਹੁੰਦਾ ਹੈ, ਪਰ ਇੱਕ ਚੀਜ਼ ਤਾਂ ਹੈ ਮਤਲਬ ਵੀ ਤੁਸੀਂ ਜਿਹੜੀ ਚੀਜ਼ ਇਨਸਾਨ ਨੇ ਬਣਨਾ ਹੋਵੇ ਨਾ, ਦੇਖੋ ਕਿਸੇ ਜਿਵੇਂ ਵੀ ਲਾ ਲਓ ਕਿਸੇ ਨੇ ਇੰਜੀਨੀਅਰ ਬਣਨਾ, ਤਾਂ ਉਹ ਓਬਵੀਅਸਲੀ ਕਿਸੇ ਇੰਜੀਨੀਅਰ ਨੂੰ ਦੇਖ ਕੇ ਇੰਸਪਾਇਰ ਹੋਊਗਾ ਵੀ ਹਾਂ ਇਹ ਇੰਜੀਨੀਅਰ ਹੈ ਯਾਰ, ਇਹ ਬੰਦਾ ਹਾਂ ਵੀ ਵਧੀਆ ਦਿਮਾਗ ਹੈ ਵੀ ਮੈਂ ਵੀ ਇੰਜੀਨੀਅਰ ਬਣੂੰਗਾ। ਜਾਂ ਕੋਈ ਹੋਰ ਚੀਜ਼, ਕਿਸੇ ਨੇ ਸਿੰਗਰ ਬਣਨਾ ਤਾਂ ਫਿਰ ਉਹ ਸਿੰਗਰਾਂ ਨੂੰ ਦੇਖੂਗਾ, ਕਿਸੇ ਨੇ ਕੁਛ ਹੋਰ ਬਣਨਾ ਤਾਂ ਫਿਰ ਉਹਨਾਂ ਨੂੰ ਦੇਖੂਗਾ। ਜੇ ਤੁਸੀਂ ਮਾਲਿਕ ਨੂੰ ਮਿਲਣਾ ਤਾਂ ਜਿਹੜੇ ਮਾਲਿਕ ਨੂੰ ਮਿਲੇ ਹੋਏ ਨੇ ਉਹਨਾਂ ਦੀ ਜ਼ਿੰਦਗੀ ਦੇਖੋ, ਸੰਤਾਂ ਨੂੰ ਦੇਖੋ। ਤੁਸੀਂ ਜੇ ਉਹਨਾਂ ਨੂੰ ਨਹੀਂ ਦੇਖ ਸਕਦੇ, ਆਲੇ ਦੁਆਲੇ ਕੋਈ ਨਾ ਕੋਈ ਮੌਜੂਦ ਹੁੰਦਾ, ਤੁਸੀਂ ਉਹਨਾਂ ਦੀ ਜ਼ਿੰਦਗੀ ਦੇਖੋ ਵੀ ਉਹਨੇ ਕੀ ਕਰਿਆ ਵੀ ਮਾਲਿਕ ਨੂੰ ਮਿਲ ਗਿਆ ਉਹ, ਅਤੇ ਤੁਸੀਂ ਕੀ ਨਹੀਂ ਕਰ ਰਹੇ ਜਿਹੜਾ ਤੁਸੀਂ ਨਹੀਂ ਮਿਲ ਪਾ ਰਹੇ। ਤੁਸੀਂ ਦੇਖੋ ਤੁਹਾਨੂੰ ਰਿਪਲਾਈ ਨਾ ਆਵੇ 2 ਮਿੰਟ, ਤੁਹਾਡਾ ਦਿਮਾਗ ਖਰਾਬ ਹੋਣ ਲੱਗ ਜਾਂਦਾ ਵੀ ਪਤਾ ਨਹੀਂ ਅਗਲਾ ਆਪਣੇ ਆਪ ਨੂੰ ਕੀ ਸਮਝਦਾ। ਤੁਹਾਡੇ ਨਾਲ ਕੋਈ ਗੱਲ ਕਰਨ ਵਾਲਾ ਹੋਵੇ, ਤੁਹਾਡਾ ਸਾਹ ਨਿਕਲਣ ਵਾਲਾ ਹੋ ਜਾਂਦਾ, ਇਕੱਲੇ ਰਹਿਣਾ ਔਖਾ ਹੋ ਜਾਂਦਾ ਤੁਹਾਨੂੰ। ਇਹ ਜਿਹੜਾ ਹੀ ਕੰਮ ਹੈ ਮਾਲਿਕ ਨੂੰ ਮਿਲਣ ਦਾ ਜਾਂ ਮਹਿਸੂਸ ਕਰਨ ਦਾ ਉਹਨਾਂ ਨੂੰ, ਇਹ ਹੈ ਹੀ ਇਕੱਲਿਆਂ ਦਾ। ਜੇ ਤੁਸੀਂ ਕੋਈ ਚੀਜ਼ ਹਾਸਿਲ ਕਰਨੀ ਹੈ, ਜਿਨ੍ਹਾਂ ਨੇ ਉਹ ਚੀਜ਼ ਹਾਸਿਲ ਕਰੀ ਹੈ, ਤੁਹਾਨੂੰ ਉਹਨਾਂ ਵਰਗਾ ਬਣਨਾ ਪੈਂਦਾ। ਤੁਸੀਂ ਉਹਨਾਂ ਦੀ ਜ਼ਿੰਦਗੀ ਦੇਖੋ, ਜ਼ਿੰਦਗੀ ਤੁਸੀਂ ਉਹਨੂੰ ਨਹੀਂ ਦਿਖਦੀ ਉਹਨਾਂ ਦੇ ਘਰਦਿਆਂ ਤੋਂ, ਉਹਨਾਂ ਦੀ ਜ਼ਿੰਦਗੀ ਪੁੱਛੋ, ਤੁਹਾਨੂੰ ਮਹਿਸੂਸ ਹੋ ਜਾਊਗਾ। ਤੁਹਾਨੂੰ ਪਲ ਪਲ ਦੋਸਤ ਚਾਹੀਦੇ ਨੇ, ਪਲ ਪਲ ਤੁਹਾਨੂੰ ਫੋਨ ਚਾਹੀਦਾ, ਪਲ ਪਲ ਕੋਈ ਹੋਰ ਚੀਜ਼ ਚਾਹੀਦੀ ਹੈ, ਤਾਂ ਫਿਰ ਤੁਸੀਂ ਉਹਨਾਂ ਨੂੰ ਮਿਲ ਨਹੀਂ ਸਕਦੇ, ਕਿਉਂਕਿ ਇਹ ਚੀਜ਼ਾਂ ਦਾ ਰਾਹ ਜਿਹੜਾ ਬਾਹਰ ਨੂੰ ਹੈ, ਮਾਲਿਕ ਦਾ ਰਸਤਾ ਅੰਦਰ ਹੈ। ਧਿਆਨ ਨੂੰ, ਖਿਆਲ ਨੂੰ ਅੰਦਰ ਲੈ ਕੇ ਜਾਣਾ, ਇਹ ਚੀਜ਼ਾਂ ਬਾਹਰ ਖਿੱਚਦੀਆਂ ਨੇ। ਮੇਰੇ 'ਤੇ ਇਹ ਚੀਜ਼ ਬੀਤੀ, ਇਹ 9ਵਾਂ ਸਾਲ ਹੈ। ਮੈਂ 9 ਸਾਲ ਇੱਕ ਕਮਰੇ ਦੇ ਵਿੱਚ ਹੀ ਰਿਹਾ। ਮੈਂ ਬਾਹਰ ਵੀ ਉਦੋਂ ਨਿਕਲਿਆ ਜਦੋਂ ਬਾਹਰ ਕੋਈ ਹੋਵੇ ਹੀ ਨਾ, ਮਤਲਬ ਹਨੇਰੇ ਹੋਏ। ਮੈਂ ਸਾਰੀ ਜ਼ਿੰਦਗੀ ਉਹ ਕਮਰੇ 'ਚ ਕੱਢਤੀ। ਜ਼ਿੰਦਗੀ ਕੀ ਹੁੰਦੀ ਹੈ? ਜਵਾਨੀ ਹੁੰਦੀ ਹੈ ਜ਼ਿੰਦਗੀ। ਹੁਣ ਮੈਂ ਆਪਦੀ ਜਵਾਨੀ ਦੇ ਸਿਖਰ 'ਤੇ ਹਾਂ। ਮੈंने ਸਾਰੀ ਜ਼ਿੰਦਗੀ ਉਹ ਕਮਰੇ ਦੇ ਵਿੱਚ ਕੱਢਤੀ, ਮਤਲਬ ਵੀ ਨਾ ਮੇਰੇ ਕੋਲ ਕੋਈ ਫ਼ੋਨ ਦੀ, ਨਾ ਮੈਨੂੰ ਕੋਈ ਦੋਸਤ ਮੇਰਾ, ਮਤਲਬ ਕੋਈ ਵੀ ਨਹੀਂ, ਕੋਈ ਚੀਜ਼ ਹੀ ਨਹੀਂ ਹੈ। मैंने वो चीज़ करी,
ਮਤਲਬ ਵੀ ਅਭਿਆਸ ਕਰਿਆ, ਸੋ ਗਿਆ ਬਸ, ਹੋਰ ਕੁਛ ਨਹੀਂ ਕਰਿਆ। ਤਾਂ ਮੈਂ ਹੁਣ ਜਦੋਂ ਪਿੱਛੇ ਮੈਂ ਦੇਖਦਾ ਵੀ ਪਤਾ ਕੀ ਕਰਿਆ ਜ਼ਿੰਦਗੀ ਦੇ ਵਿੱਚ। ਮਤਲਬ ਮੈਨੂੰ 8 ਸਾਲ ਹੋ ਗਏ ਅਭਿਆਸ ਕਰਦੇ ਨੂੰ। ਮੈਂ ਕੀ ਕਰਦਾ ਸੀ, ਅਭਿਆਸ 'ਤੇ ਬੈਠ ਗਿਆ, ਜਿੰਨਾ ਟਾਈਮ ਹੋ ਗਿਆ ਬੈਠਿਆ ਰਿਹਾ, ਠੀਕ ਆ। ਫਿਰ ਜਦੋਂ ਸਰੀਰ ਹੋ ਗਿਆ ਸਾਥ ਨਾ ਦੇਵੇ, ਫਿਰ ਮੈਂ ਸੋ ਗਿਆ। ਰੋਟੀ ਵੀ ਮੈਂ 1 ਜਾਂ 2 ਬਸ, ਮੈਕਸੀਮਮ 2, ਜਾਂ ਕਈ ਵਾਰੀ ਉਹ ਵੀ ਨਹੀਂ। ਮਤਲਬ ਸਰੀਰ ਕਮਜ਼ੋਰ ਹੋ ਗਿਆ, ਨਾ ਕਿਸੇ ਨੂੰ ਮਤਲਬ ਕੋਈ ਚੀਜ਼ ਦਿਖਾਉਣ ਦੀ ਆਦਤ, ਮਤਲਬ ਵੀ ਨਾ ਉਹ ਸਾਫ ਸੁਥਰਾ ਰਹਿਣ ਦੀ ਕੋਈ ਹੋਈ, ਨਾ ਵਾਲਾਂ 'ਤੇ ਆਪਦਾ ਸਮਾਂ ਖਰਚ ਕਰਿਆ ਮੈਨੇ, ਨਾ ਕਿਸੇ ਹੋਰ ਚੀਜ਼ 'ਤੇ ਸਮਾਂ ਖਰਚ ਕਰਿਆ, ਨਾ ਦੋਸਤਾਂ 'ਤੇ ਕਰਿਆ। ਮੈਨੇ 8 ਸਾਲ ਅਭਿਆਸ ਕਰਿਆ। ਹੁਣ ਮੈਂ ਇਸ ਮੁਕਾਮ 'ਤੇ ਆ ਵੀ ਚਾਹੇ ਮੈਂ ਹੁਣ ਵੀ ਮਰ ਜਾਵਾਂ ਤਾਂ ਮੈਂ ਮਾਲਿਕ ਕੋਲ ਪਹੁੰਚੂੰਗਾ। ਮੈਨੂੰ ਕੋਈ ਤਾਕਤ ਰੋਕ ਨਹੀਂ ਸਕਦੀ। ਹੁਣ ਮੈਂ ਇੰਨਾ ਭਰੋਸੇ ਨਾਲ ਕਹਿ ਸਕਦਾ ਇਹ ਚੀਜ਼। ਤੁਸੀਂ ਦੇਖੋ ਮਤਲਬ ਵੀ ਨਾ ਮੇਰੀ ਕਿਸੇ ਨਾਲ ਕਦੇ ਲੜਾਈ ਪਈ, ਨਾ ਮੈਂ ਕਿਸੇ ਹੋਰ ਕੰਮ 'ਚ ਵਿੱਚ ਮੈਨੂੰ ਪੇਸ਼ਗੀ ਆਈ। ਤੁਸੀਂ ਇਹ ਚੀਜ਼ਾਂ ਮੈਂ ਤੁਹਾਨੂੰ ਦੱਸਣਾ, ਤੁਹਾਨੂੰ ਐਵੇਂ ਲੱਗਦਾ ਮਤਲਬ ਤੁਸੀਂ ਘਰੇ ਮਤਲਬ ਜਿਹੜੇ ਮੇਰੀ ਮਾਂ ਤੋਂ, ਮੇਰੇ ਬਾਪ ਤੋਂ ਜਾਂ ਮੇਰੇ ਘਰਦਿਆਂ ਤੋਂ ਪੁੱਛੋ ਮੈਨੇ ਕੀ ਕਰਿਆ, ਮੇਰੀ ਜ਼ਿੰਦਗੀ ਕਿਵੇਂ ਬੀਤੀ ਹੈ ਪਿੱਛੇ। ਮੈਨੇ ਆਹ 2012 ਤੋਂ ਉਦੋਂ ਬਾਅਦ 'ਚ ਮੈਨੇ ਕੀ ਕਰਿਆ ਜ਼ਿੰਦਗੀ 'ਚ, ਮਤਲਬ ਵੀ ਕਮਰੇ ਤੋਂ ਬਾਹਰ ਮੈਂ ਕਿੰਨਾ ਕੁ ਨਿਕਲਿਆ। ਮੈਨੇ ਸਾਰੀ ਜ਼ਿੰਦਗੀ ਉੱਥੇ ਕੱਢਤੀ, ਸਿਰਫ ਮੈਨੇ ਇਹ ਕੰਮ ਕਰਿਆ। ਮੈਨੇ ਤੁਹਾਡੇ ਵਾਂਗੂ ਆਪਦਾ ਸਮਾਂ ਨਹੀਂ ਖਰਾਬ ਕਰਿਆ। ਨਾ ਮੈਨੂੰ ਫੋਨ ਦੀ ਲੋੜ ਦੀ, ਨਾ ਮੈਨੂੰ ਯਾਰ ਦੋਸਤ ਦਾ ਕੋਈ ਉਹ ਸੀਗਾ, ਨਾ ਮੈਨੂੰ ਜੱਚਣ ਦੀ, ਨਾ ਨਹਾਉਣ ਦੀ, ਨਾ ਧੋਣ ਦੀ ਕੋਈ ਹੋਣੀ। ਮੈਨੇ ਸਿਰਫ ਇਹ ਕੰਮ ਕਰਿਆ ਅਤੇ ਇਹ ਕੰਮ 'ਚ ਮੈਂ ਕਾਮਯਾਬ ਵੀ ਹੋਇਆ। ਤੁਹਾਨੂੰ ਬਿਨਾਂ ਫੋਨ ਤੋਂ ਜੇ ਮੈਂ ਇੱਕ ਦਿਨ ਇੱਕ ਕਮਰੇ 'ਚ ਬੈਠਣ ਨੂੰ ਕਹਿ ਦਾਂ, ਤੁਹਾਡੀ ਜਾਨ ਨਿਕਲਣ ਵਾਲੀ ਹੋ ਜੂਗੀ। ਮੈਨੇ 8 ਸਾਲ ਉਹ ਕਮਰੇ 'ਚ ਕੱਢਤੇ, ਬਿਨਾਂ ਕਿਸੇ ਵੀ ਚੀਜ਼ ਤੋਂ, ਬਿਨਾਂ TV ਤੋਂ। ਬਿਨਾਂ ਕਿਸੇ ਦੋਸਤ ਤੋਂ, ਬਿਨਾਂ ਕਿਸੇ ਰਿਸ਼ਤੇਦਾਰ ਤੋਂ। ਐ ਨਹੀਂ ਗਾ ਵੀ ਰਿਸ਼ਤੇਦਾਰਾਂ ਨਾਲ ਗੱਲ ਕਰਦਾ ਸੀ, ਕਿਸੇ ਨਾਲ ਵੀ ਗੱਲ ਕਿਵੇਂ ਬੋਲਦੇ ਹੀ ਨਹੀਂ। ਮੈਨੇ ਸਾਰੀ ਊਰਜਾ ਆਪਦੀ ਇੱਧਰ ਲਾ ਤੀ, ਆਪਦੀ ਬੋਲਣ ਦੀ ਊਰਜਾ, TV ਦੇਖਣ ਦੀ ਊਰਜਾ, ਦੋਸਤਾਂ ਨਾਲ ਰਲਣ ਦੀ ਊਰਜਾ, ਖੇਡਣ ਦੀ ਊਰਜਾ, ਨਹਾਉਣ ਧੋਣ ਦੀ ਊਰਜਾ, ਸਾਰੀ ਊਰਜਾ ਹੀ ਇੱਧਰ ਲਾ ਤੀ। ਹੋਰ ਕੋਈ ਕੰਮ ਕਰਨ ਵਾਸਤੇ ਊਰਜਾ ਹੀ ਨਹੀਂ ਰਹੀ। ਮੈਨੂੰ ਦਿਨ 'ਚ ਇੱਕ ਅੱਧਾ ਲਫ਼ਜ਼ ਬੋਲਦਾ ਹੋਣਾ ਮੈਂ। ਜੇ ਮੇਰੀ ਪਲੇਟ 'ਚ ਰੋਟੀ ਮੁੱਕ ਜਾਂਦੀ ਹੈ ਤਾਂ ਵੀ ਨਹੀਂ ਮੈਂ ਬੋਲਦਾ ਸੀਗਾ। ਮਤਲਬ ਕੁਦਰਤੀ ਉਹ ਇਹ ਚੀਜ਼ ਰਹੀ। ਨਹੀਂ ਬੰਦੇ ਨੂੰ ਐਂ ਹੁੰਦਾ ਵੀ ਛੇਤੀ ਰੋਟੀ ਆ ਜਾਏ, ਜਾਂ ਮੈਨੂੰ ਕਿਸੇ ਦੀ ਜ਼ਰੂਰਤ ਹੈ ਤਾਂ ਵੀ ਆਪਣੇ ਆਪ ਹੀ ਹੋ ਗਈ ਇਹ ਚੀਜ਼। ਬਸ ਤੁਸੀਂ ਇਸੇ ਐਂ ਚੀਜ਼ ਇਹ ਦੇਖ ਲਓ ਤੁਸੀਂ ਕਿੱਥੇ ਕੁ ਖੜ੍ਹੇ ਹੋ। ਤੁਸੀਂ ਆਪਦੀ ਹਾਲਤ ਨਾਲ, ਜਿਹੜੀ ਮੈਂ ਤੁਹਾਨੂੰ ਹਾਲਤ ਦੱਸੀ ਹੈ ਵੀ ਆਸ਼ਕਾਂ ਦੀ ਇਹ ਹਾਲਤ ਹੁੰਦੀ ਹੈ, ਉਹਦੇ ਨਾਲ ਆਪਦੀ ਹਾਲਤ ਕੰਪੇਅਰ ਕਰਕੇ ਦੇਖ ਲਓ ਵੀ ਤੁਸੀਂ ਚੰਦ 'ਤੇ ਚੜ੍ਹਨ ਦੀਆਂ ਗੱਲਾਂ ਕਰਦੇ ਹੋ, ਤੁਸੀਂ ਪੌੜੀ 'ਤੇ ਪੈਰ ਵੀ ਨਹੀਂ ਰੱਖਿਆ। ਤੁਹਾਨੂੰ ਮਹਿਸੂਸ ਹੋ ਜੂਗੀ ਇਹ ਚੀਜ਼। ਜੇ ਤੁਹਾਡੇ ਅੰਦਰ ਜਚਣ ਦੀ ਜਾਂ ਵਧੀਆ ਵਾਲਾਂ ਨੂੰ ਐਂ ਕਰਨ ਦੀ, ਉਹ ਕਰਨ ਦੀ, ਫਲਾਣਾ ਰੰਗ ਦਾ ਸੂਟ ਜਾਂ ਕੱਪੜੇ ਐਂ ਪਾਉਣ ਦੀ, ਉਹ ਪਾਉਣ, ਇਹ ਚੀਜ਼ ਹੈ ਤੁਹਾਡੇ ਅੰਦਰ, ਇਹ ਚੀਜ਼ ਖਿਆਲ ਕਰਦੀ ਹੈ ਵੀ ਐਂ ਹਾਂ ਐਂ ਹੋਣਾ ਚਾਹੀਦਾ, ਤਾਂ ਫਿਰ ਉਹ ਕੀ ਚੀਜ਼ ਹੈ? ਉਹ ਮਨ ਔਰ ਮਾਇਆ ਕਿਵੇਂ? ਮਤਲਬ ਮਨ ਔਰ ਮਾਇਆ ਇਹੀ ਚਾਹੁੰਦੇ ਨੇ, ਤੁਹਾਡਾ ਮਨ ਇਹੀ ਚਾਹੁੰਦਾ ਵੀ ਯਾਰ ਤੂੰ ਸੋਹਣਾ ਲੱਗਣਾ ਚਾਹੀਦਾ। ਕਿਉਂ? ਵੀ ਦੂਜਿਆਂ ਨੂੰ ਤੂੰ ਪਸੰਦ ਆਵੇਂ। ਕਿਉਂ ਪਸੰਦ ਆਵੇਂ? ਵੀ ਕੋਈ ਹੋਰ ਗੱਲ ਚੱਲੇ ਫਿਰ। ਇਹਦਾ ਮਤਲਬ ਕੀ ਹੋਇਆ ਵੀ ਅਸੀਂ ਅਸਲ 'ਚ ਮਾਲਿਕ ਨੂੰ ਨਹੀਂ,
ਦੂਜਿਆਂ ਨੂੰ ਪਸੰਦ ਕਰਨ ਵਾਸਤੇ ਤਿਆਰ ਹੋ ਰਹੇ ਹਾਂ। ਅਸੀਂ ਫਲਾਣੇ ਤਰ੍ਹਾਂ ਦੇ ਕੱਪੜੇ ਘਰੋਂ ਲੜ ਕੇ ਲੈਂਦੇ ਹਾਂ ਵੀ ਅਸੀਂ ਦੂਜਿਆਂ ਨੂੰ ਇੰਪ੍ਰੈਸ ਕਰ ਸਕੀਏ। ਤਾਂ ਫਿਰ ਅਸਲ 'ਚ ਅਸੀਂ ਕੀ ਚਾਹੁੰਦੇ ਹਾਂ, ਅੰਦਰ ਕੀ ਚੀਜ਼ ਹੋਈ ਹੈ, ਇਹੀ ਚੀਜ਼ ਹੋਈ ਵੀ ਅਸੀਂ ਦੁਨੀਆ ਨੂੰ ਖੁਸ਼ ਕਰਨਾ ਚਾਹੁੰਦੇ ਹਾਂ, ਮਾਲਿਕ ਨੂੰ ਥੋੜ੍ਹੀ। ਮਾਲਿਕ ਨੂੰ ਤੁਹਾਡੇ ਕੱਪੜਿਆਂ ਨਾਲ, ਲੀੜਿਆਂ ਨਾਲ, ਇਹਨਾਂ ਨਾਲ ਅਸਲ 'ਚ ਬਾਹਰੇ ਤਾਂ ਉਹ ਦੇਖਦੀ ਨਹੀਂ ਹੈਗਾ ਕੁਛ ਵੀ। ਮਤਲਬ ਇਹ ਤਾਂ ਅੰਦਰ ਦੀ ਗੱਲ ਹੈ ਸਾਰੀ, ਮਤਲਬ ਤੁਹਾਡੇ ਦਿਲ 'ਚ ਕੀ ਚੱਲ ਰਿਹਾ, ਇਹ ਚੀਜ਼ ਆ। ਇਹ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸਾਰੀ, ਤੁਸੀਂ ਮੇਰੀ ਜ਼ਿੰਦਗੀ ਦੇਖੋ ਪਿੱਛੇ ਜਾ ਕੇ, ਤੁਹਾਨੂੰ ਯਕੀਨ ਨਹੀਂ ਆਉਂਦਾ, 2-4 ਫੋਟੋਆਂ ਵੀ ਹੋਣਗੀਆਂ ਮੇਰੀਆਂ ਪੁਰਾਣੀਆਂ, ਉਹ ਚੀਜ਼ਾਂ ਦੇਖੋ ਤੁਸੀਂ। ਉਹਦੇ 'ਚ ਸਿਰਫ ਇੱਕ ਬੰਦਾ ਦੇਖੋਗੇ, ਹੋਰ ਕੋਈ ਚੀਜ਼ ਨਹੀਂ ਦੇਖੋਗੇ। ਤਾਂ ਜਦੋਂ ਤੱਕ ਤੁਸੀਂ ਇਹ ਕੰਮ ਨਹੀਂ ਕਰਦੇ, ਜਾਂ ਇਹ ਆਪਦੇ ਆਪ ਹੀ ਹੁੰਦਾ ਹੋਊਗਾ, ਇਹ ਜਦੋਂ ਤੱਕ ਅੰਦਰੋਂ ਨਹੀਂ ਹੁੰਦਾ ਉਦੋਂ ਤੱਕ ਭੁੱਲ ਜਾਓ। ਜਦੋਂ ਤੱਕ ਤੁਹਾਡੇ ਅੰਦਰ ਦੁਨੀਆ ਨੂੰ ਇੰਪ੍ਰੈਸ ਕਰਨ ਦਾ ਖਿਆਲ ਹੈ, ਜਾਂ ਤੁਹਾਡੇ ਅੰਦਰ ਇਹ ਚੀਜ਼ ਬੜਕਾ ਮਾਰਦੀ ਹੈ ਵੀ ਹਾਂ ਤੁਹਾਨੂੰ ਵਧੀਆ ਲੱਗਣਾ ਚਾਹੀਦਾ ਤੁਸੀਂ, ਕਿਉਂਕਿ ਜਦੋਂ ਤੱਕ ਤੁਸੀਂ ਆਪਦੇ ਆਪ ਨੂੰ ਤਿਆਰ ਕਰ ਰਹੇ ਹੋ, ਸ਼ਿੰਗਾਰ ਕਰ ਰਹੇ ਹੋ, ਤਾਂ ਤੁਸੀਂ ਕਿਸੇ ਨੂੰ ਇੰਪ੍ਰੈਸ ਕਰਨ ਵਾਸਤੇ ਕਰ ਰਹੇ ਹੋ। ਤੁਹਾਡਾ ਘਰ ਵਾਲਾ ਹੋ ਸਕਦਾ, ਤੁਹਾਡੀ ਘਰ ਵਾਲੀ ਹੋ ਸਕਦੀ ਹੈ। ਜਿਹਨਾਂ ਦੋਹਾਂ 'ਚ ਕੋਈ ਹੈ ਨਹੀਂ, ਤਾਂ ਫਿਰ ਤੁਸੀਂ ਬੇਵਕੂਫ ਹੋ, ਤੁਸੀਂ ਮਾਇਆ ਦੇ ਪਿੱਛੇ ਲੱਗ ਰਹੇ ਹੋ। ਜਿੰਨੇ ਵੀ ਤੁਸੀਂ ਕੰਮ ਕਰਦੇ ਹੋ ਦੂਜਿਆਂ ਨੂੰ ਇੰਪ੍ਰੈਸ ਕਰਨ ਵਾਸਤੇ ਕਰਦੇ ਹੋ, ਦੂਸਰੇ ਨੂੰ ਮੈਂ ਬਿਹਤਰ ਲੱਗਾ, ਦੀ ਇੰਨੀ ਫਿਕਰ ਹੋਵੇ ਤਾਂ ਤੁਸੀਂ ਦੂਜਿਆਂ ਪਿੱਛੇ ਨਹੀਂ, ਆਪਦੇ ਆਪ ਨੂੰ ਬਿਹਤਰ ਕਰਨ 'ਤੇ ਲੱਗੋ ਵੀ ਅਸੀਂ ਮਾਲਕ ਨੂੰ ਬਿਹਤਰ ਲੱਗੀਏ। ਉਹ ਕੀ ਚੀਜ਼ ਬਿਹਤਰ ਭਾਲਦਾ, ਤੁਹਾਡੀ ਸੋਚ, ਤੁਹਾਡੇ ਦਿਲ 'ਚ ਕੀ ਚੱਲਦਾ, ਇਹ ਉਹਨੂੰ ਤੁਹਾਡੇ ਕੱਪੜਿਆਂ ਨਾਲ ਜਾਂ ਤੁਹਾਡੇ ਦਿਖਾਵੇ ਨਾਲ ਕੋਈ ਮੈਟਰ ਨਹੀਂ ਕਰਦੀ ਉਹਨੂੰ ਇਹ ਚੀਜ਼ਾਂ। ਅਤੇ ਜਦੋਂ ਦਿਲ ਦੇ ਵਿੱਚ ਕੁਛ ਹੋਰ ਹੈ ਅਤੇ ਉੱਪਰੋਂ ਅਸੀਂ ਕੁਛ ਹੋਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਹ ਚੀਜ਼ 'ਤੇ ਤਾਂ ਸਭ ਤੋਂ ਵੱਧ ਚਿੜਦਾ ਉਹ। ਦਿਖਾਵਾ ਉਹਨੂੰ ਪਸੰਦ ਹੀ ਨਹੀਂ ਹੈਗਾ। ਜੇ ਕੋਈ ਚੋਰ ਆ ਅਤੇ ਉਹ ਦੁਨੀਆ ਨੂੰ ਚੋਰ ਦੱਸੇ ਵੀ ਹਾਂ ਮੈਂ ਚੋਰ ਹਾਂ, ਉਹ ਬਖਸ਼ਿਆ ਜਾਊਗਾ। ਪਰ ਜੇ ਕੋਈ ਚੋਰ ਹੈ ਅਤੇ ਦੁਨੀਆ ਨੂੰ ਦੱਸੇ ਵੀ ਮੈਂ ਸਾਧ ਹਾਂ, ਉਹ ਨਹੀਂ ਬਖਸ਼ਿਆ ਜਾਂਦਾ। ਇਹਨੂੰ ਕਹਿੰਦੇ ਨੇ ਵਿਵਹਾਰ ਦਾ ਸੱਚਾ ਹੋਣਾ, ਮਤਲਬ ਜੋ ਤੁਸੀਂ ਹੋ ਉਹੀ ਦੂਜੇ ਨੂੰ ਸ਼ੋਅ ਕਰੋ, ਬੇਵਕੂਫ ਨਾ ਬਣਾਓ, ਕਿਉਂਕਿ ਉਦੋਂ ਤੁਸੀਂ ਉਹਨੂੰ ਨਹੀਂ, ਆਪਦੇ ਆਪ ਨੂੰ ਬੇਵਕੂਫ ਬਣਾ ਰਹੇ ਹੁੰਦੇ। ਮਾਲਿਕ ਨੂੰ ਮਿਲਣਾ ਇੰਨਾ ਸੌਖਾ ਨਹੀਂ ਜਿੰਨਾ ਤੁਸੀਂ ਸਮਝਿਆ, ਔਰ ਇਹਦੇ 'ਚ ਇੰਨੀਆਂ ਕੁਰਬਾਨੀਆਂ ਨੇ। ਜਦੋਂ ਵੀ ਅੱਖਾਂ ਖੁੱਲ੍ਹਣਗੀਆਂ, ਮਤਲਬ ਜਾਗੋਗੇ ਨੀਂਦ 'ਚੋਂ, ਕੁਰਬਾਨੀ ਸ਼ੁਰੂ ਹੋ ਜਾਂਦੀ ਹੈ। ਸੌਣ ਤੱਕ ਕੁਰਬਾਨੀਆਂ ਹੀ ਚੱਲਦੀਆਂ ਰਹਿੰਦੀਆਂ, ਰੋਜ਼ ਕੁਰਬਾਨੀਆਂ। ਇਹ ਨਹੀਂ ਹੈਗਾ ਵੀ ਤੁਸੀਂ ਇੱਕ ਕੰਮ ਕਰ ਦੋਗੇ ਤਾਂ ਹਾਂ ਵੀ ਅੱਗੇ ਵੱਧ ਗਏ ਤੁਸੀਂ। ਹਰ ਇੱਕ ਪਲ ਕੁਰਬਾਨੀ ਹੈ ਇਹਦੇ 'ਚ, ਸਾਰੀਆਂ ਚੀਜ਼ਾਂ। ਕੋਈ ਤੁਸੀਂ ਕਿਸੇ ਚੀਜ਼ 'ਤੇ ਹੱਕ ਨਹੀਂ ਜਤਾ ਸਕਦੇ ਆਪਦਾ, ਤੁਹਾਨੂੰ ਆਪਦੇ ਹੱਕ ਖਵਾਉਣੇ ਪੈਂਦੇ ਨੇ। ਜੇ ਤੁਸੀਂ ਕਿਸੇ ਵੀ ਚੀਜ਼ 'ਤੇ ਹੱਕ ਜਤਾਇਆ ਆਪਦਾ, ਫਿਰ ਤੁਸੀਂ ਮਾਇਆ ਦੇ ਚੱਕਰ 'ਚੋਂ, ਅਤੇ ਤੁਸੀਂ ਐਵੇਂ ਕਿਹਾ ਵੀ ਹਾਂ ਵੀ ਆਹ ਚੀਜ਼ ਵਧੀਆ ਜਾ, ਘਟੀਆ ਜਾ, ਮੇਰੀ ਹੈ ਜਾਂ ਤੇਰੀ ਹੈ, ਜਾਂ ਐਂ ਹੋਣਾ ਚਾਹੀਦਾ। ਤੁਸੀਂ ਮਾਲਿਕ ਨੂੰ ਦੱਸੋ ਆਪਦੇ ਅੰਦਰ ਵੀ ਐਂ ਹੋਣਾ ਚਾਹੀਦਾ, ਤਾਂ ਫਿਰ ਉੱਥੇ ਇਹ ਚੀਜ਼ ਹੁੰਦੀ ਹੈ ਵੀ ਅਸੀਂ ਮਾਲਿਕ ਨੂੰ ਬੇਵਕੂਫ ਸਮਝਦੇ ਹਾਂ, ਵੀ ਉਹਨੂੰ ਦੱਸਣਾ ਪੈ ਰਿਹਾ ਵੀ ਐਵੇਂ ਨਹੀਂ, ਐਂ ਹੋ ਜੇ। ਮਾਲਿਕ ਨੂੰ ਮਿਲਣਾ ਬਹੁਤ ਔਖਾ, ਤੁਹਾਡੇ ਵਾਸਤੇ ਰੋਗ ਨਹੀਂ ਹੈਗਾ। ਇਹਦਾ ਕੋਈ ਸਦੀਆਂ 'ਚ ਕੋਈ ਆਉਂਦਾ, ਇਹ ਪਿੱਛੋਂ ਹੀ ਸਿਸਟਮ ਹੁੰਦਾ, ਕੀ ਪਤਾ ਕੀ ਚੱਕਰ ਹੈ। ਕੋਈ ਅਰਬਾਂ 'ਚੋਂ ਕੋਈ ਇੱਕ ਹੁੰਦਾ ਜਿਹਦੇ ਤੋਂ ਬਖਸ਼ਿਸ਼ ਉਤਰਦੀ ਹੈ, ਪਰ ਉਹਦਾ ਕਾਰਨ ਕੀ ਹੁੰਦਾ ਉਤਰਨ ਦਾ, ਉਹ ਮੈਂ ਤੁਹਾਨੂੰ ਦੱਸ ਦੇਣਾ, ਉਹ ਮੈਂ ਹਮੇਸ਼ਾ ਹੀ ਦੱਸਦਾ ਰਿਹਾ। ਤੁਹਾਡਾ ਦਿਲ, ਜਿਹਦਾ ਦਿਲ ਕਲੀਨ ਹੈ, ਜਿਹਦੇ ਦਿਲ 'ਚ ਕੋਈ ਚੀਜ਼ ਨਹੀਂ ਹੈਗੀ, ਕੋਈ ਪਾਪ ਨਹੀਂ ਹੈਗਾ, ਬਿਲਕੁਲ ਉਹ ਹੈ, ਸਾਫ਼ ਹੈ, ਉੱਥੇ ਬਖਸ਼ਿਸ਼ ਉਤਰਦੀ ਹੈ। ਹੋਰ ਚਾਹੇ ਤੁਸੀਂ ਕੋਈ ਬੰਦਾ 20,000 ਸਾਲ ਅਭਿਆਸ ਕਰੀ ਜਾਵੇ, ਮੇਰੀ ਜ਼ਿੰਦਗੀ ਦਾ ਆਪਦਾ ਐਕਸਪੀਰੀਅੰਸ ਹੈ। ਮੈਨੇ ਇਹੋ ਜਿਹੇ ਬੰਦੇ ਦੇਖੇ ਨੇ, ਮੈਨੂੰ ਮਿਲੇ ਨੇ, ਜਦੋਂ ਉਹਨੂੰ ਮੈਂ ਪੁੱਛਦਾ ਮਤਲਬ ਮੈਂ ਖੁਦ ਹੈਰਾਨ ਹੋ ਜਾਂਦਾ ਸੀਗਾ। ਕੋਈ ਬੰਦਾ ਮੇਰੇ ਕੋਲ ਆਵੇ, ਮਤਲਬ ਉਹ ਦੱਸਦਾ ਜੀ ਮੈਨੂੰ ਆਹ ਮੁਸ਼ਕਿਲ ਹੈ, ਜਾਂ ਉਹ ਗੱਲਾਂ 'ਚ
ਫਿਰ ਮੈਂ ਉਹਨਾਂ ਨੂੰ ਪੁੱਛਦਾ ਸੀਗਾ ਵੀ ਅੱਛਾ ਵੀ ਤੁਸੀਂ ਕਿੰਨਾ ਸਮਾਂ ਬੈਠਦੇ ਹੋ। ਕੋਈ ਕਹਿੰਦਾ ਸੀਗਾ ਮੈਂ 3 ਦਿਨ ਬੈਠਦਾ। ਮੈਂ ਅੱਖਾਂ ਖੁੱਲ੍ਹ ਜਾਂਦੀਆਂ ਮੇਰੀਆਂ ਵੀ 3 ਦਿਨ। ਫਿਰ ਮੈਂ ਕਹਿੰਦਾ ਵੀ ਤੁਸੀਂ ਮਤਲਬ ਉੱਠਦੇ ਨਹੀਂ। ਉਹ ਕਹਿੰਦਾ ਮੈਂ ਨਾ ਵੀ 3 ਦਿਨਾਂ ਵਾਸਤੇ ਮੈਂ ਕੁੰਡਾ ਲਾ ਕੇ ਬੈਠ ਜਾਣਾ। ਅਤੇ ਜੇ 3 ਦਿਨ ਬੈਠ ਗਿਆ ਫਿਰ ਜਦੋਂ ਮੈਂ ਪਹਿਲਾਂ ਵਾਲੀ ਗੱਲ ਯਾਦ ਕਰਦਾ ਵੀ ਇਹਨੇ ਪਹਿਲਾਂ ਕੀ ਕਿਹਾ, ਉਹ ਕਹਿੰਦਾ ਵੀ ਮੁਸ਼ਕਿਲ ਹੈ ਵੀ ਕੁਛ ਹੋ ਨਹੀਂ ਰਿਹਾ। ਫਿਰ ਮੈਂ ਹੈਰਾਨ ਹੁੰਦਾ ਵੀ ਯਾਰ ਇਹ ਕਿਵੇਂ ਵੀ ਕੀ ਸਿਸਟਮ ਹੈ ਯਾਰ। ਫਿਰ ਮੈਨੂੰ ਉਦੋਂ ਅੱਗੇ ਹੋਰ ਮਿਲੇ 40 50 ਦਿਨ ਬੈਠਣ ਵਾਲੇ ਮਿਲੇ। ਤਾਂ ਫਿਰ ਉਹਨਾਂ ਨੂੰ ਪੁੱਛਿਆ ਵੀ ਹਾਂ ਵੀ ਅੰਦਰ ਕੀ ਜਲਵਾ ਦਿਖਿਆ, ਕੁਛ ਵੀ ਨਹੀਂ, ਹਨੇਰਾ। ਬੜਾ ਹੀ ਹੈਰਾਨ ਹੋਏ। ਫਿਰ ਮੈਂ ਸੋਚਦਾ ਸੀ ਵੀ ਯਾਰ ਤੇਰੀ 5-7 ਘੰਟਿਆਂ ਦੀ ਬੈਠਕ ਨਾਲ ਕੀ ਹੋਣ ਲੱਗਿਆ। ਪਰ ਫਿਰ ਕੀ ਹੋਇਆ, ਜਿੱਦਣ ਮਤਲਬ ਜਦੋਂ ਮੈਂ ਬੈਠਦਾ ਨਹੀਂ ਸੀ ਉਦੋਂ ਦੀ ਗੱਲ ਹੈ। ਪਰ ਮੇਰੀ 1 ਮਿੰਟ ਦੀ ਬੈਠਕ 'ਚ ਸਭ ਕੁਝ ਹੋ ਗਿਆ। ਮੈਨੂੰ ਲੋੜ ਹੀ ਨਹੀਂ ਪਈ ਇਹ ਚੱਕਰਾਂ 'ਚ ਪੈਣ ਦੀ। ਅਤੇ ਪਰ ਉਹ ਕਿਉਂ ਹੋਇਆ, ਕੀ ਕਾਰਨ ਹੋਇਆ ਉਹਦੇ ਵਿੱਚ? ਦਿਲ ਦੀ ਸਫਾਈ। ਮਤਲਬ ਵੀ ਐਵੇਂ ਨਹੀਂ ਕਹਿ ਸਕਦਾ ਵੀ ਮਤਲਬ ਇਹ ਚੀਜ਼ ਵੀ ਐਵੇਂ ਲੱਗਦੀ ਹੈ ਵੀ ਮਤਲਬ ਜੇ ਮੈਂ ਇਹ ਕਹਾਂ ਵੀ ਮੈਂ ਇਨਸਾਨਾਂ ਨੂੰ ਇਨਸਾਨ ਸਮਝਦਾ ਸੀਗਾ, ਸਮਝਣਾ ਵੀ ਇੱਕ ਹੋਰ ਚੀਜ਼ ਹੋ ਗਈ। ਤਾਂ ਮੈਨੂੰ ਐਂ ਦੀ ਵੀ ਇਹ ਸਾਰੀ ਇੱਕੋ ਹੀ ਹੈ, ਇਹ ਇੱਕੋ ਹੀ ਚੀਜ਼ ਹੈ ਇਹ। ਨਾ ਮੈਂ ਕਿਸੇ ਨੂੰ ਮਤਲਬ ਇਹ ਵੀ ਐਵੇਂ ਕਹਿਣ ਦੀ ਗੱਲ ਆ ਵੀ ਚੂੜਾ ਸਮਝਣਾ, ਚਮਾਰ ਸਮਝਣਾ, ਐਵੇਂ ਇਹ ਚੀਜ਼ਾਂ ਹੈ ਹੀ ਨਹੀਂ ਹੈ। ਸਾਰੇ ਇੱਕੋ ਹੀ ਦੇ ਬਸ, ਸਿੰਪਲ। ਸਾਰੇ ਜੇ ਮੈਨੂੰ ਨਾ ਕੋਈ ਵੱਧ ਪਿਆਰਾ ਸੀ ਨਾ ਕੋਈ ਘੱਟ ਪਿਆਰਾ ਸੀ, ਨਾ ਕਿਸੇ ਚੀਜ਼ 'ਚ ਕੋਈ ਫ਼ਰਕ ਕਰਿਆ। ਮਤਲਬ ਪਹਿਲਾਂ ਕਰੀ ਨਹੀਂ ਸੀ, ਪਤਾ ਹੀ ਨਹੀਂ ਸੀ ਵੀ ਫ਼ਰਕ ਕੀ ਹੁੰਦਾ। ਤਾਂ ਇਹ ਚੀਜ਼ ਨੇ ਬਖਸ਼ਿਸ਼ ਕਰਾਈ। ਨਾ ਕਿਸੇ ਚੀਜ਼ 'ਚ ਕਦੇ ਨੁਕਸ ਕੱਢਿਆ ਕੋਈ, ਪਹਿਲਾਂ ਵੀ ਨਹੀਂ ਕੱਢਿਆ ਸੀ ਕਦੇ ਵੀ ਆਹ ਚੀਜ਼ ਨਹੀਂ ਐਵੇਂ, ਆਹ ਚੀਜ਼ ਐਵੇਂ। ਜਿਹੜੀ ਚੀਜ਼ ਜਿਵੇਂ ਆ ਗਈ ਠੀਕ ਹੈ। ਜੇ ਮੇਰੀ ਥਾਲੀ 'ਚ 1 ਰੋਟੀ ਪਈ ਹੈ ਬਸ ਠੀਕ ਹੈ, ਦੂਜੀ ਨਹੀਂ ਆ ਰਹੀ ਐ ਨਹੀਂ ਹੈਗਾ ਵੀ ਮੈਂ ਹਾਕ ਮਾਰ ਦੂੰਗਾ। ਤੁਸੀਂ ਮੇਰੀ ਮਾਂ ਤੋਂ ਪੁੱਛ ਲਓ, ਮੇਰੇ ਨਾਲ ਆਏ ਰਹਿੰਦੇ ਨੇ, ਕਦੇ ਮੈਨੇ ਰੋਟੀ ਨੂੰ ਹਾਕ ਮਾਰੀ ਹੈ? ਮੇਰੀ ਜ਼ਿੰਦਗੀ ਲੰਘ ਗਈ। ਮਤਲਬ ਜੇ ਮਾਲਿਕ ਨੂੰ ਮਨਜ਼ੂਰ ਹੈ ਮੇਰੀ ਥਾਲੀ 'ਚ ਰੋਟੀ ਆ ਜੂਗੀ ਦੂਜੀ, ਤਾਂ ਫਿਰ ਆ ਜੂਗੀ, ਮੈਨੂੰ ਹਾਕ ਮਾਰਨ ਦੀ ਲੋੜ ਨਹੀਂ। ਮੈਨੂੰ ਐਂ ਨਹੀਂ ਕਹਿਣ ਦੀ ਲੋੜ ਵੀ ਛੇਤੀ ਕਰੋ। ਜਾਂ ਮੈਨੇ ਕਦੇ ਐਂ ਕਿਹਾ ਵੀ ਹਾਂ ਇਹਦੇ 'ਚ ਲੂਣ ਨਹੀਂ ਹੈਗਾ, ਜਾਂ ਇਹਦੇ 'ਚ ਆਹ ਚੀਜ਼ ਨਹੀਂ ਹੈਗੀ, ਜਾਂ ਮੇਰੀ ਥਾਲੀ 'ਚ ਸਲਾਦ ਨਹੀਂ ਹੈਗਾ। ਮਤਲਬ ਇਹ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ। ਇਹ ਚੀਜ਼ ਮਤਲਬ ਉਹ ਤੁਹਾਨੂੰ ਪਲ ਪਲ 'ਚ ਸਿੱਖਣ ਨੂੰ ਦੇ ਦਿੰਦਾ, ਸਿੱਖਣ ਵਾਲੀ ਹੋਣੀ ਚਾਹੀਦੀ। ਤਾਂ ਇਹ ਕੀ ਚੀਜ਼ ਹੈ, ਮਤਲਬ ਇਹ ਦਿਲ ਦੀ ਸਫਾਈ ਹੈ। ਮੈਨੂੰ ਕਿਸੇ ਚੀਜ਼ 'ਚ ਨੁਕਸ ਨਹੀਂ ਨਜ਼ਰ ਆਇਆ। ਤਾਂ ਫਿਰ ਐਵੇਂ ਬਖਸ਼ਿਆ ਗਿਆ। ਹੁਣ ਜੇ ਮਿਹਨਤਾਂ ਦੀ ਗੱਲ ਆ, ਬੈਠਣ ਦੀ ਗੱਲ ਆ, ਤਾਂ ਫਿਰ ਬਹੁਤ ਬੈਠਣ ਵਾਲੀ ਦੁਨੀਆ ਬੈਠੀ ਹੈ। ਪਰ ਜਦੋਂ ਅੱਖਾਂ ਬੰਦ ਕਰਦੇ ਨੇ ਹਨੇਰਾ ਆ, ਕੁਛ ਨਹੀਂ ਦਿਖਦਾ। ਅਤੇ ਮੇਰੇ ਨਾਲ ਕੀ ਹੋਇਆ, ਪਹਿਲੀ ਉਹ ਬੈਠਕ 'ਚ ਅੰਦਰ ਇਹੋ ਜਿਹਾ ਕੁਛ ਹੋ ਗਿਆ। ਮਤਲਬ ਜਿਹੜਾ ਹਜ਼ਾਰਾਂ ਅਰਬਾਂ ਸਾਲਾਂ ਤੋਂ ਬੈਠੇ ਨੇ ਜਿਹੜੇ ਲੋਕ ਹਿਮਾਲਿਆ 'ਚ, ਉਹਨਾਂ ਨਾਲ ਵੀ ਨਹੀਂ ਹੋਇਆ। ਅਤੇ ਹੁਣ ਇਹ ਚੀਜ਼ ਦਾ ਫਰਕ ਜਦੋਂ ਮੈਂ ਦੇਖਦਾ ਮੈਂ ਵੀ ਕੀ ਫ਼ਰਕ ਹੈ ਇਹਦੇ 'ਚ, ਤਾਂ ਇਹ ਵੀ ਫ਼ਰਕ ਬਸ ਦਿਲ ਦੀ ਸਫਾਈ ਦਾ ਫ਼ਰਕ ਹੈ। ਤੁਹਾਡੇ ਦਿਲ 'ਚ ਕੀ ਹੈ? ਤੁਹਾਡੇ ਦਿਲ 'ਚ ਦੂਜਿਆਂ ਵਾਸਤੇ ਨਫ਼ਰਤ ਤਾਂ ਨਹੀਂ? ਤੁਹਾਡੇ ਦਿਲ 'ਚ ਨੁਕਸ ਤਾਂ ਨਹੀਂ ਹੈਗੇ? ਤੁਸੀਂ ਰੱਬ ਦੇ ਵਿਧਾਨ 'ਚ ਕਮੀਆਂ ਤਾਂ ਨਹੀਂ ਕੱਢਦੇ ਵੀ ਮਾਲਕ ਨੇ ਐਂ ਕਾਹਤੋਂ ਕਰਤਾ? ਇਹ ਚੀਜ਼ਾਂ ਨੇ, ਹੋਰ ਕੋਈ ਚੀਜ਼ ਨਹੀਂ ਹੈਗੀ। ਹੁਣ ਵੀ ਮੈਂ 1.5-2 ਘੰਟੇ ਜਾਂ ਇੰਨਾ ਕੁ, ਜਿੰਨਾ ਕੁ ਮੈਕਸੀਮਮ 3 ਘੰਟੇ ਇੰਨਾ ਕੁ ਟਾਈਮ ਬੈਠਾ, ਤਾਂ ਮੈਂ ਇਹੋ ਜਿਹੀਆਂ ਜਗ੍ਹਾ 'ਤੇ ਜਾ ਆਉਣਾ ਮਤਲਬ ਵੀ ਜਿੱਥੇ ਕਰੋੜਾਂ ਸਾਲ ਅਭਿਆਸ ਕਰਕੇ ਵੀ ਪਹੁੰਚ ਨਹੀਂ ਰਹੇ ਲੋਕ। ਉਹ ਕਿਉਂ ਜਾ ਆਉਣਾ? ਦਿਲ ਦੀ ਸਫਾਈ, ਦਿਲ ਹੌਲਾ। ਹੁਣ ਜੇ 1 ਸਕਿੰਟ ਵਾਸਤੇ ਵੀ ਅੱਖਾਂ ਬੰਦ ਕਰਦਾ ਤਾਂ ਉੱਥੇ ਪਹੁੰਚ ਜਾਂਦਾ ਜਿੱਥੇ ਸ਼ਿਵ ਜੀ ਹੋਰੀ ਵੀ ਨਹੀਂ ਪਹੁੰਚੇ, ਉਹਨਾਂ ਤੋਂ ਵੀ ਉੱਪਰ 1 ਸਕਿੰਟ 'ਚ। ਜਦੋਂ ਤੱਕ ਦਿਲ ਦੀ ਸਫਾਈ ਨਹੀਂ ਹੁੰਦੀ ਹੈਗੀ ਉਦੋਂ ਤੱਕ ਨਹੀਂ। ਤੁਹਾਡੇ ਅਭਿਆਸ ਕੋਰੇ ਨੇ, ਇਹ ਬੇਵਕੂਫੀਆਂ ਨੇ ਨਿਰੀਆਂ। ਦਿਲ ਦੀ ਸਫਾਈ ਮੇਨ ਚੀਜ਼ ਹੈ। ਇਹਦੇ ਤੋਂ ਬਿਨਾਂ ਜਿੰਨਾ ਮਰਜ਼ੀ ਤੁਸੀਂ ਅਭਿਆਸ ਕਰੀ ਜਾਓ ਕੁਛ ਨਹੀਂ ਹੋਣ ਲੱਗਿਆ। ਵੱਧ ਤੋਂ ਵੱਧ ਦੁਨੀਆ 'ਚ ਤਰੱਕੀ ਕਰ ਲਓਗੇ, ਹੋਰ ਕੁਛ ਨਹੀਂ ਹੁੰਦਾ। ਮਾਲਿਕ ਨੂੰ ਨਹੀਂ ਮਾਲਿਕ ਨੂੰ ਮਿਲਣਾ ਦੂਰ, ਉਹਦੀ ਰੌਸ਼ਨੀ ਵੀ ਨਹੀਂ ਆਉਂਦੀ ਅੰਦਰ। ਰੌਸ਼ਨੀ ਵੀ ਛੱਡੋ, ਸ਼ਾਂਤੀ ਵੀ ਨਹੀਂ ਆਉਂਦੀ ਅੰਦਰ। ਅਭਿਆਸ ਕਰਨ ਦਾ ਜੇ ਅਭਿਆਸ ਸਹੀ ਹੋਊਗਾ, ਮਤਲਬ ਜੇ ਹਾਂ, ਉਹਦੀ ਸਭ ਤੋਂ ਪਹਿਲੀ ਨਿਸ਼ਾਨੀ ਸ਼ਾਂਤੀ ਹੈ। ਸ਼ਾਂਤੀ ਮਤਲਬ ਸਹਿਣਸ਼ੀਲਤਾ। ਦੂਜਿਆਂ ਦੀਆਂ ਝਿੜਕਾਂ ਗਾਲਾਂ ਤੁਸੀਂ ਸਹਿ ਲਓਗੇ, ਉਹਨਾਂ ਨੂੰ ਐਂ ਨਹੀਂ ਕਹੋਗੇ ਵੀ
ਵੀ ਕੀ ਹੈ ਆਹ ਚੀਜ਼ ਨਹੀਂ ਹੋਵੇ। ਇਹ ਕੀ ਚੀਜ਼ ਹੈ? ਇਹ ਮਨ ਹੈ ਜੋ ਤੁਹਾਨੂੰ ਕਹਦੇ ਵੀ ਯਾਰ ਐਂ ਵੀ ਐਂ ਕਾਹਤੋਂ ਐਂ ਕਰਦੇ ਕਿ ਜਦੋਂ ਖਿੱਚ ਜਾਂਦੇ ਤੁਸੀਂ, ਇਹ ਕੀ ਹੈ ਮਨ? ਜੇ ਤੁਸੀਂ ਰਜ਼ਾ 'ਚ ਰਾਜੀ ਹੋ ਵੀ ਹਾਂ ਫਿਰ ਤੁਸੀਂ ਖਿੱਚ ਨਹੀਂ ਸਕਦੇ ਤੁਸੀਂ। ਸਹਿਣਸ਼ੀਲਤਾ, ਫਿਰ ਸ਼ਾਂਤੀ ਉਤਰਦੀ ਹੈ। ਸ਼ਾਂਤੀ ਕੀ? ਫਿਰ ਤੁਸੀਂ ਖੁਸ਼ ਰਹਿੰਦੇ ਹੋ, ਮਤਲਬ ਨੁਕਸ ਨਹੀਂ ਕੱਢਦੇ ਛੇਤੀ, ਫਿਰ ਅੱਗੇ ਵੱਧ ਜਾਂਦੇ ਹੋ। ਫਿਰ ਰੂਸ਼ਨੀ ਤਾਂ ਬਾਅਦ ਦੀਆਂ ਗੱਲਾਂ ਨੇ। ਸਹਿਣਸ਼ੀਲਤਾ ਸਭ ਤੋਂ ਵੱਡੀ ਪਹਿਲੀ ਨਿਸ਼ਾਨੀ ਹੈ। ਸਹਿਣਸ਼ੀਲਤਾ ਕੀ ਹੈ? ਵੀ ਜਦੋਂ ਤੁਹਾਡੇ 'ਚ ਕੋਈ ਕਮੀ ਕੱਢੇ ਤੁਸੀਂ ਸ਼ਾਂਤ ਰਹੋ, ਮਤਲਬ ਤੁਹਾਨੂੰ ਅੰਦਰ ਨਾ ਬੜੇ ਉਹ ਚੀਜ਼, ਵੀ ਤੁਹਾਨੂੰ ਉਹ ਨਾ ਹੋਵੇ, ਦਰਦ ਨਾ ਮਹਿਸੂਸ ਹੋਵੇ ਵੀ ਐਂ ਵੀ ਕੀ ਹੈ ਇਹ, ਜਾਂ ਗੁੱਸਾ ਕਰੋਧ ਜਾਂ ਕੁਛ ਵੀ। ਤਾਂ ਇਹ ਚੀਜ਼ ਸਭ ਤੋਂ ਪਹਿਲਾਂ ਇਹ ਚੀਜ਼ ਹੈ। ਜਦੋਂ ਹੌਲੀ ਹੌਲੀ ਦਿਲ ਸਾਫ਼ ਹੁੰਦਾ, ਦਿਲ ਸਾਫ਼ ਕੀ ਹੈ? ਜੇ ਤੁਹਾਡੇ ਦਿਲ 'ਚ ਕਿਸੇ ਵੀ ਪ੍ਰਤੀ ਕੋਈ ਨਫ਼ਰਤ ਆ ਵੀ ਉਹ ਬੰਦਾ ਐਵੇਂ ਨਹੀਂ ਐਵੇਂ ਆ, ਜਾਂ ਤੁਸੀਂ ਕਮੀਆਂ ਕੱਢ ਰਹੇ ਹੋ, ਤਾਂ ਇਹ ਨਫ਼ਰਤ ਆ। ਕੋਈ ਚੀਜ਼ ਤੁਹਾਨੂੰ ਨਾ ਪਸੰਦ ਹੈ, ਸਭ ਤੋਂ ਪਹਿਲੀ ਨਾ ਪਸੰਦੀ ਕੀ ਹੈ? ਆਪਦਾ ਸਰੀਰ। ਕੋਈ ਕਹਿੰਦਾ ਮੈਂ ਲੰਬਾ ਨਹੀਂ ਹੈਗਾ, ਕੋਈ ਕਹਿੰਦਾ ਮੈਂ ਮੋਟਾ ਨਹੀਂ ਹੈਗਾ, ਕੋਈ ਕਹਿੰਦਾ ਮੈਂ ਪਤਲਾ ਨਹੀਂ ਹੈਗਾ, ਕੋਈ ਕਹਿੰਦਾ ਮੇਰਾ ਨੱਕ ਐਵੇਂ, ਕੋਈ ਕਹਿੰਦਾ ਮੇਰੇ ਕੰਨ, ਮੇਰੀਆਂ ਅੱਖਾਂ। ਮਤਲਬ ਆਪਦੇ ਆਪ 'ਚ ਹੀ ਜੇ ਤੁਸੀਂ ਕਮੀਆਂ ਕੱਢ ਰਹੇ ਨੇ, ਮਤਲਬ ਸਾਰੀ ਦੁਨੀਆ ਕੱਢ ਰਹੀ ਹੈ, ਤਾਂ ਜਦੋਂ ਆਪਦੇ ਆਪ 'ਚ ਕਮੀਆਂ ਕੱਢੀਆਂ ਨੇ ਤਾਂ ਫਿਰ ਇਹੀ ਚੀਜ਼ ਹੈ। ਇਹ ਦਿਲ ਦੀ ਸਫਾਈ ਨਹੀਂ ਹੈਗੀ। ਕਿ ਜਦੋਂ ਕਮੀਆਂ ਕੱਢ ਰਹੇ ਹੋ ਇਹਦਾ ਮਤਲਬ ਤੁਸੀਂ ਉਹ ਚੀਜ਼ ਨਾਲ ਨਫ਼ਰਤ ਕਰਦੇ ਹੋ। ਇਹਦਾ ਮਤਲਬ ਇਹ ਹੈ ਜੇ ਤੁਹਾਨੂੰ ਆਪਦੀ ਕੋਈ ਚੀਜ਼ ਪਸੰਦ ਨਹੀਂ, ਇਹਦਾ ਮਤਲਬ ਤੁਹਾਨੂੰ ਉਹਦੇ ਨਾਲ ਨਫ਼ਰਤ ਹੈ। ਤਾਂ ਜੇ ਤੁਹਾਨੂੰ ਉਹਦੇ ਨਾਲ ਨਫ਼ਰਤ ਆ, ਫਿਰ ਤੁਹਾਡੇ ਦਿਲ 'ਚ ਇਹ ਨਫ਼ਰਤ ਹੈ। ਅਤੇ ਜੇ ਦਿਲਾਂ 'ਚ ਨਫ਼ਰਤਾਂ ਨੇ ਤਾਂ ਫਿਰ ਸ਼ਰਾਫਤਾਂ ਨਹੀਂ ਉੱਥੇ ਆ ਸਕਦੀਆਂ। ਅਤੇ ਹਰ ਇੱਕ ਇਨਸਾਨ ਇਹ ਚੀਜ਼ ਕਰ ਰਿਹਾ ਹੈ, ਕੌਨਸ਼ੀਅਸਲੀ ਵੀ ਅਨਕੌਨਸ਼ੀਅਸਲੀ ਵੀ। ਉਹਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਮੈਂ ਕਦੋਂ ਕਿਸੇ ਚੀਜ਼ ਨਾਲ ਨਫ਼ਰਤ ਕਰਦਾ। ਇੱਥੇ ਤਾਂ ਇਹ ਤਾਂ ਬਹੁਤ ਛੋਟੀ ਚੀਜ਼ ਹੈ, ਚੀਜ਼ਾਂ ਤਾਂ ਬਹੁਤ ਛੋਟੀਆਂ ਨੇ। ਇਨਸਾਨ ਲੋਕਾਂ ਨਾਲ ਨਫ਼ਰਤ ਕਰਦੇ ਨੇ ਵੀ ਉਹ ਬੰਦਾ ਬਹੁਤ ਘਟੀਆ, ਜਾਂ ਉਹ ਬੰਦਾ ਹੈ, ਉਹ ਬੰਦਾ ਹੈ। ਇੱਥੇ ਸਾਰੇ ਆਪਦੇ ਕਰਮ ਭੁਗਤਣ ਆਏ ਹੋਏ ਨੇ। ਤੁਸੀਂ ਕਿਸੇ ਨੂੰ ਵੀ ਜੱਜ ਨਹੀਂ ਕਰ ਸਕਦੇ। ਕਿਵੇਂ? ਜਦੋਂ ਕਰਮਾਂ ਦਾ ਜ਼ੋਰ ਚੱਲਦਾ, ਕੋਈ ਬੰਦਾ ਕਿਸੇ ਦਾ ਦੋਸਤ ਬਣ ਜਾਂਦਾ। ਜਦੋਂ ਕਰਮਾਂ ਦਾ ਫਿਰ ਜ਼ੋਰ ਚੱਲਦਾ, ਅੱਬਲੇ ਉਸੇ ਦਾ ਇਹੋ ਜਿਹਾ ਦੁਸ਼ਮਣ ਬਣ ਜੇ ਹੋ। ਤੁਸੀਂ ਖੁਦ ਆਪਦੇ ਆਪ ਦੇਖੋ, ਮੰਨ ਕੇ ਚੱਲੋ ਤੁਸੀਂ ਬੈਠੇ ਹੋ ਨਾ, ਕਰਮ ਕਿਵੇਂ ਕੰਮ ਕਰਦੇ ਨੇ ਇਹ ਚੀਜ਼ਾਂ ਦਾ। ਤੁਹਾਨੂੰ ਕਿਸੇ ਦੀ ਕੋਈ ਹਰਕਤ ਨਹੀਂ ਵਧੀਆ ਲੱਗਦੀ ਹੈਗੀ, ਤੁਸੀਂ ਉਹਨੂੰ ਕਹਿ ਦੇਣਾ ਵੀ ਯਾਰ ਕੀ ਕਰਨਾ ਹੈ। ਫਿਰ ਥੋੜ੍ਹੇ ਟਾਈਮ ਬਾਅਦ ਹੀ ਤੁਹਾਨੂੰ ਪਛਤਾਵਾ ਹੁੰਦਾ। ਕਿਉਂ? ਤੁਹਾਨੂੰ ਐਂ ਲੱਗਦਾ ਵੀ ਯਾਰ ਤੇ ਨਹੀਂ ਕਹੂੰਗਾ ਤਾਂ। ਇਹ ਕੀ ਚੀਜ਼ ਹੈ? ਕਰਮੇ ਨੇ। ਉਹ 21 ਸਕਿੰਟ ਵਾਸਤੇ ਕਰਮਾਂ ਨੇ ਗੇੜਾ ਖਾਧਾ, ਤੁਹਾਡੇ ਮੂੰਹ 'ਚੋਂ ਕੋਈ ਚੀਜ਼ ਕਢਾਤੀ, ਦੂਜੇ ਪਾਲੇ ਕਰਮ ਬਦਲ ਗਏ, ਫਿਰ ਤੁਹਾਨੂੰ ਪਛਤਾਵਾ ਹੋ ਜਾਂਦਾ। ਤਾਂ ਫਿਰ ਜੇ ਤੁਹਾਡੇ 'ਤੇ ਇਹ ਕੰਡੀਸ਼ਨ ਹੈ, ਫਿਰ ਦੂਜੇ 'ਤੇ ਵੀ ਹੋ ਜੂਗੀ। ਦੂਜਾ ਵੀ ਕੋਈ ਕੁਛ ਕਰ ਦਿੰਦਾ ਹੋਣਾ, ਗਲਤ ਕੰਮ ਕਰ ਦਿੰਦਾ ਹੋਣਾ, ਜਾਂ ਤੁਹਾਨੂੰ ਝਿੜਕ ਦਿੰਦਾ ਜਾਂ ਕੁਛ ਕਹਿ ਦਿੰਦਾ। ਇਹਦਾ ਮਤਲਬ ਕੀ ਹੋਇਆ? ਫਿਰ ਮਤਲਬ ਉਹ ਵੀ ਕਰਮਾਂ ਦੇ ਫਸਿਆ ਹੋਇਆ, ਉਹਦਾ ਕਿਹੜਾ ਜੀਅ ਕਰ ਰਿਹਾ, ਫਿਰ ਉਹ ਵੀ ਪਛਤਾਉਂਦਾ। ਐਵੇਂ ਸਾਰੇ ਕਰਮਾਂ ਦੇ ਜਾਲ 'ਚ ਫਸੇ। ਇਸ ਨੂੰ ਜਾਲ ਕਹਿੰਦੇ ਨੇ। ਕਰਮ ਜਿਹੋ ਜਿਹੇ ਆਉਂਦੇ ਨੇ ਉਹੋ ਜਿਹਾ ਕੰਮ ਬੰਦੇ ਤੋਂ ਕਰਵਾ ਦਿੰਦੇ ਨੇ। ਚਾਹੇ ਫਿਰ ਤੁਸੀਂ ਉਹਨੂੰ ਉਹਦੇ 'ਚੋਂ ਨੁਕਸ ਕੱਢੀ ਜਾਓ, ਉਹ ਅਲੱਗ ਗੱਲ ਹੈ, ਉਹ ਨਫ਼ਰਤ ਹੈ। ਫਿਰ ਜੇ ਤੁਸੀਂ ਆਪਦੇ ਵਰਗਾ ਸਮਝੋਗੇ ਸਾਰਿਆਂ ਨੂੰ, ਮਤਲਬ ਕਿਵੇਂ? ਜਿਵੇਂ ਤੁਹਾਨੂੰ ਦੱਸ ਰਿਹਾ ਵੀ ਕਰਮ ਕਿਵੇਂ ਕੰਮ ਕਰਦੇ ਨੇ। ਕਰਮ ਆਉਂਦੇ ਨੇ ਤੁਹਾਡੇ ਤੋਂ ਗਲਤ ਕੰਮ ਕਰਵਾ ਦਿੰਦੇ ਨੇ, ਉਦੋਂ ਬਾਅਦ 'ਚ ਪਛਤਾਵੇ ਹੋਈ ਜਾਂਦੇ ਨੇ। ਕੀ ਇਸ ਨੂੰ ਕਰਮਾਂ ਦਾ ਗੇੜਾ ਕਹਿੰਦੇ ਨੇ, ਹੋਰ ਕੀ ਕਹਿੰਦੇ ਨੇ। ਅਤੇ ਇਹੀ ਹਾਲਤ ਦੂਜਿਆਂ 'ਤੇ ਹੁੰਦੀ ਹੈ। ਕੋਈ ਬੰਦਾ ਤੁਹਾਨੂੰ ਅੱਜ ਉਹ ਕਰਦਾ, ਕੱਲ੍ਹ ਨੂੰ ਤੁਹਾਨੂੰ ਗਲਤ ਉਹ ਕਰ ਦਿੰਦਾ, ਇਹ 'ਚ ਉਹਦਾ ਥੋੜ੍ਹੀ ਕਸੂਰ ਹੈ, ਕਰਮ ਦੇ ਉਹ। ਤਾਂ ਫਿਰ ਇੱਥੇ ਜੇ ਕਰਮ ਨੇ, ਫਿਰ ਸਾਡੇ ਨੂੰ ਨਫ਼ਰਤ ਕਰਨ ਦਾ ਤਾਂ ਸਵਾਲ ਹੀ ਖਤਮ ਹੋ ਗਿਆ। ਤਾਂ ਫਿਰ ਇਹ ਚੀਜ਼ ਸਮਝੋ ਨਾ ਵੀ ਜੇ ਸਾਰੇ ਹੀ ਇੱਥੇ ਕਰਮਾਂ ਦਾ ਹਿਸਾਬ ਦੇਣ ਆਏ ਨੇ, ਫਿਰ ਸਾਰੇ ਸਾਡੇ ਵਰਗੇ ਹੀ ਹੋਏ। ਅਸੀਂ ਅੱਜ ਕਿਸੇ ਨੂੰ ਗਾਲਾਂ ਕੱਢਦੇ ਨੇ, ਕੱਲ੍ਹ ਨੂੰ ਸਾਨੂੰ ਪਛਤਾਵੇ ਹੋਣ ਲੱਗ ਜਾਂਦੇ ਨੇ। ਕਿਉਂ ਹੋਣ ਲੱਗ ਜਾਂਦੇ ਨੇ? ਜੇ ਕਰਮ ਨਾ ਹੁੰਦੇ ਫਿਰ ਤਾਂ ਅੱਜ ਵੀ ਗਾਲਾਂ ਕੱਢ ਰਹੇ ਹੁੰਦੇ ਅਸੀਂ ਕਿਸੇ ਨੂੰ। ਸਾਡੇ ਅੰਦਰ ਉਹੀ ਨਫ਼ਰਤ ਹੁੰਦੀ, ਪਰ ਥੋੜ੍ਹੇ ਟਾਈਮ ਬਾਅਦ ਉਹ ਬਦਲ ਜਾਂਦੀ ਹੈ। ਕਈ ਵਾਰੀ ਉਹ ਪਿਆਰ 'ਚ ਕਨਵਰਟ ਹੋ ਜਾਂਦੀ ਹੈ, ਕਈ ਵਾਰੀ ਉਹ ਘੱਟ ਜਾਂਦੀ ਹੈ। ਕਿਉਂ? ਕਰਮਾਂ ਕਰਕੇ। ਤਾਂ ਫਿਰ ਇਹ ਸਾਰਾ ਕੁਛ ਕਰਮਾਂ ਦੇ ਕਰਕੇ ਹੋ ਰਿਹਾ। ਤੁਹਾਡੀ ਸੋਚ ਵੀ ਕਰਮ ਇਫੈਕਟ ਕਰਦੇ ਨੇ। ਤਾਂ ਕਿਸੇ ਨਾਲ ਨਫ਼ਰਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਸਾਰੇ ਬੰਦੇ ਆਪਦੇ ਕਰਮਾਂ ਦੇ ਹਿਸਾਬ ਨਾਲ ਕੰਮ ਕਰ ਰਹੇ ਨੇ। ਉਹ 'ਚੋਂ ਅਗਲੇ ਦਾ ਤਾਂ ਕੋਈ ਕਸੂਰ ਹੀ ਨਹੀਂ ਹੈਗਾ। ਕਰਮ ਆਉਂਦੇ ਨੇ, ਅਗਲੇ ਨੂੰ ਗੁੱਸਾ ਆ ਜਾਂਦਾ। ਕਰਮ ਆਉਂਦੇ ਨੇ, ਅਗਲਾ ਕੋਈ ਘਟੀਆ ਕੰਮ ਕਰ ਦਿੰਦਾ। ਕਰਮ ਆਉਂਦੇ ਨੇ, ਕੋਈ ਵਧੀਆ ਕੰਮ ਕਰ ਦਿੰਦਾ। ਇਹ 'ਚ ਬੰਦੇ ਦਾ ਤਾਂ ਕੋਈ ਰੋਲ ਹੀ ਨਹੀਂ ਰਿਹਾ। ਫਿਰ ਇਸ ਨੂੰ ਕਹਿੰਦੇ ਨੇ ਕਰਮ ਪ੍ਰਧਾਨ ਵਿਸ਼ਵ ਕਰ ਰਾਖਾ, ਜੋ ਜਿਸ ਕਾ ਰਾਈ ਸੋ ਤਿਸ ਫਲ ਚਾਖਾ। ਕਰਮ ਪ੍ਰਧਾਨ ਮਤਲਬ ਕਰਮਾਂ ਤੋਂ ਬਿਨਾਂ ਇੱਥੇ ਕੋਈ ਵੀ ਚੀਜ਼ ਨਹੀਂ ਹੋ ਸਕਦੀ। ਜਿਹੋ ਜਿਹੇ ਕਰਮ ਹੋਣਗੇ ਉਹੀ ਜਿਹੀ ਕੰਡੀਸ਼ਨ ਹੋ ਜੂਗੀ। ਕਰਮ ਪ੍ਰਧਾਨ ਮਤਲਬ ਕਰਮ ਮੇਨ ਚੀਜ਼ ਹੈ। ਵਿਸ਼ਵ ਕਰ ਰਾਖਾ,
ਮਤਲਬ ਵੀ ਮਾਲਕ ਨੇ ਦੁਨੀਆ ਕਰਮਾਂ ਦੇ ਪ੍ਰਧਾਨ ਕਰੀ ਹੋਈ ਹੈ, ਕਰਮ ਪ੍ਰਧਾਨ ਬਣਾਏ ਹੋਏ ਨੇ ਕਿ ਮਤਲਬ ਜੋ ਵੀ ਕੁਛ ਇੱਥੇ ਹੋਊਗਾ ਕਰਮਾਂ ਦੇ ਕਾਰਨ ਹੋਊਗਾ, ਬਿਨਾਂ ਕਰਮ ਹੀ ਨਹੀਂ ਹੋ ਸਕਦਾ। ਤਾਂ ਫਿਰ ਜੇ ਜੋ ਵੀ ਉਹਨਾਂ ਨੇ ਕਿਹਾ ਵੀ ਜੋ ਵੀ ਕੁਛ ਹੋਊਗਾ ਕਰਮਾਂ ਦੇ ਕਾਰਨ ਹੋਊਗਾ, ਤਾਂ ਫਿਰ ਜੇ ਤੁਹਾਡੇ ਅੰਦਰ ਕਿਸੇ ਦੇ ਪ੍ਰਤੀ ਗੁੱਸਾ ਪੈਦਾ ਹੋ ਰਿਹਾ, ਕਰਮਾਂ ਦੇ ਕਾਰਨ ਹੋ ਰਿਹਾ। ਜੇ ਸਾਡੇ ਅੰਦਰ ਕੋਈ ਚੀਜ਼ ਖੁਸ਼ੀ ਆ ਰਹੀ ਹੈ ਕਿਸੇ ਦੇ ਪ੍ਰਤੀ, ਕਰਮਾਂ ਦੇ ਕਾਰਨ ਹੋ ਰਿਹਾ। ਕਰਮ ਬਦਲਣਗੇ ਅੱਬਲੇ ਉਸੇ ਬੰਦੇ ਨੂੰ ਅਸੀਂ ਨਫ਼ਰਤ ਕਰਨ ਲੱਗ ਜਾਈਏ, ਕਰਮ ਬਦਲਣਗੇ ਅਸੀਂ ਨਫ਼ਰਤ ਵਾਲੇ ਨੂੰ ਪਿਆਰ ਕਰਨ ਲੱਗ ਜਾਈਏ। ਇਹਦੇ 'ਚ ਫਿਰ ਨਾ ਉਹਦਾ ਕੋਈ ਕਸੂਰ ਹੈ, ਨਾ ਸਾਡਾ ਕੋਈ ਕਸੂਰ ਹੈ। ਜੋ ਜਿਸ ਕਰੇ ਸੋ ਤਿਸ ਫਲ ਚਾਖਾ, ਵੀ ਬੰਦਾ ਇਨਸਾਨ ਜੋ ਕੁਛ ਪਿੱਛੇ ਕਰ ਰੱਖਿਆ ਹੈ ਉਹੀ ਅੱਗੇ ਭੁਗਤੂਗਾ। ਤਾਂ ਇਹ ਚੀਜ਼ ਹੈ, ਕਿਸੇ ਨਾਲ ਨਫ਼ਰਤ ਕਰਨ ਦਾ ਸਵਾਲ ਇਹ ਮੁੱਕ ਗਿਆ ਇੱਥੇ ਫਿਰ ਤੁਹਾਡਾ। ਅਤੇ ਜੀ ਇਹ ਨਫ਼ਰਤ ਮੇਨ ਚੀਜ਼ ਹੈ ਦਿਲ ਦੇ ਵਿੱਚ। ਜਦੋਂ ਇਹ ਨਫ਼ਰਤ ਨਿਕਲ ਜਾਂਦੀ ਹੈ, ਖਿਝ ਨਿਕਲ ਜਾਂਦੀ ਹੈ, ਸੂਗ ਨਿਕਲ ਜਾਂਦੀ ਹੈ, ਫਿਰ ਉਹਦੀ ਉਹ ਆਉਂਦੀ ਹੈ ਰੌਸ਼ਨੀ। ਸੂਗ ਜਿਹੜੀ ਤੁਹਾਨੂੰ ਸੂਗ ਹੁੰਦੀ ਹੈ, ਇਹ ਸਭ ਤੋਂ ਛੋਟੀ ਐਗਜ਼ਾਮਪਲ ਹੈ ਨਫ਼ਰਤ ਦੀ। ਤੁਹਾਨੂੰ ਸੂਗ ਉਸੇ ਚੀਜ਼ ਤੋਂ ਆਊਗੀ ਜਿਹਤੋਂ ਤੁਸੀਂ ਨਫ਼ਰਤ ਕਰਦੇ ਹੋ। ਜਿਹੜੀ ਤੁਹਾਨੂੰ ਪਸੰਦ ਨਹੀਂ, ਤੁਹਾਨੂੰ ਸੂਗ ਆਊਗੀ ਉਹ ਤੋਂ। ਟੱਟੀ ਪਿਸ਼ਾਬ ਤੋਂ ਆ ਸਕਦੀ ਹੈ, ਗਲੇ ਸੜੇ ਤੋਂ ਆ ਸਕਦੀ ਹੈ, ਮੁਸ਼ਕ ਤੋਂ ਆ ਸਕਦੀ ਹੈ, ਕਿਸੇ ਵੀ ਚੀਜ਼ ਤੋਂ ਆ ਸਕਦੀ ਹੈ। ਇੱਕ ਵਾਰੀ ਮੈਂ ਥੋੜ੍ਹੇ ਟਾਈਮ ਪਹਿਲਾਂ ਦੀ ਗੱਲ ਹੈ, ਮੈਂ ਕਿਤੇ ਖੜ੍ਹਾ ਸੀਗਾ। ਹਰ ਇੱਕ ਪਲ ਸਿਖਾਉਂਦੇ ਨੇ ਮਾਲਕ, ਸਿੱਖਣ ਵਾਲਾ ਹੋਣਾ ਚਾਹੀਦਾ। ਇੱਕ ਦੁਕਾਨ ਦੇ ਟੇਬਲ 'ਤੇ ਮੈਂ ਐਵੇਂ ਖੜ੍ਹ ਗਿਆ ਜਾ ਕੇ, ਮਤਲਬ ਐਵੇਂ ਆਪਾਂ ਹੱਥ ਰੱਖ ਲੈਂਦੇ ਹਾਂ। ਉਹ ਟੇਬਲ ਦੇ ਉੱਪਰ ਕੋਈ ਚੀਜ਼ ਜਮੀ ਪਈ ਤੀ। ਹੁਣ ਮੇਰੀ ਸਫਾਈ ਦੀ ਆਦਤ ਹੈ, ਮਤਲਬ ਮੈਨੇ ਕੀ ਕਰਿਆ, ਉਹਨੂੰ ਐਵੇਂ ਖੁਰਚਤਾ ਮੈਨੂੰ। ਮੇਰੇ ਅਗਲੇ ਨੂੰ ਕਿਹਾ, ਮੈਂ ਪਤਾ ਨਹੀਂ ਕੀ ਲੱਗ ਰਿਹਾ। ਉਹ ਅੱਗੋਂ ਕਹਿੰਦਾ ਕੱਲ੍ਹ ਉਰੇ ਜਵਾਕ ਜਿਹੇ ਖੜ੍ਹੇ ਸੀਗੇ ਵੀ ਉਹਨੇ ਸੀਂਡ ਲਾਤਾ ਆਪਦਾ। ਮੈਂ ਫਿਰ ਵੀ ਉਹਨੂੰ ਸਾਫ਼ ਹੀ ਕਰ ਰਿਹਾ ਸੀਗਾ, ਰੁਕਿਆ ਨਹੀਂ ਮੈਂ। ਮਤਲਬ ਮੇਰੀ ਐਕਸ਼ਨ 'ਤੇ ਕੋਈ ਇਫੈਕਟ ਨਹੀਂ ਪਿਆ। ਸਮਝ ਗਏ ਮੈਂ ਕੀ ਕਹਿ ਰਿਹਾ? ਬਸ ਕਿਉਂਕਿ ਮੈਂ ਉਹ ਚੀਜ਼ ਨੂੰ ਬੁਰਾ ਹੀ ਨਹੀਂ ਸਮਝਦਾ, ਨਾ ਮੇਰੇ ਅੰਦਰ ਇਹ ਖਿਆਲ ਗਿਆ ਵੀ ਉਹ ਉੱਥੇ ਸਿਰ ਮੈਂ ਇਹ ਚੀਜ਼ ਸਮਝ ਰਿਹਾ ਵੀ ਇਹ ਗੰਦਗੀ ਹੈ ਇੱਥੇ, ਵੀ ਇਹਨੂੰ ਸਾਫ਼ ਕਰ ਦੇਣਾ। ਨਾ ਉਹਦੇ ਸੀਂਡ ਕਹਿਣ ਨਾਲ ਮੈਨੂੰ ਕੋਈ ਫਰਕ ਪਿਆ, ਨਾ ਮੇਰੇ ਅੰਦਰ ਉਹ ਚੀਜ਼ ਬੜੀ ਵੀ ਇਹ ਕੋਈ ਘਟੀਆ ਚੀਜ਼ ਹੈ। ਅਤੇ ਤੁਸੀਂ ਆਪਦੇ ਆਪ 'ਤੇ ਲਾ ਕੇ ਦੇਖ ਲਓ ਇਹ ਗੱਲ, ਤੁਸੀਂ ਕੀ ਕਰਦੇ ਫਿਰ? ਫੱਟ ਦੇਣੇ ਹੱਥ ਪਰਾਂ ਹੋ ਜਾਂਦਾ, ਫੱਟ ਦੇਣੇ ਕਰਦੇ ਆ ਕੁਛ ਵੀ, ਜੋ ਵੀ ਤੁਹਾਡਾ ਐਕਸ਼ਨ ਹੈ। ਇਹ ਮਨ ਹੈ। ਮਾਲਕ ਨੂੰ ਮਿਲਣਾ ਬਹੁਤ ਔਖਾ। ਸੌਖਾ ਹੈ ਉਹਨਾਂ ਵਾਸਤੇ ਜਿਨ੍ਹਾਂ ਦੇ ਦਿਲ ਸਾਫ਼ ਨੇ, ਜਿਨ੍ਹਾਂ ਦੇ ਦਿਲ 'ਚ ਨਫ਼ਰਤਾਂ ਨੇ, ਜਾਂ ਕਿਸੇ ਚੀਜ਼ ਨੂੰ ਘਟੀਆ ਵਧੀਆ ਸਮਝਦੇ ਨੇ, ਜਾਂ ਸਹਿਣਸ਼ੀਲਤਾ ਘੱਟ ਨੇ, ਉਹਨਾਂ ਵਾਸਤੇ ਮੁਸ਼ਕਿਲ ਹੈ ਥੋੜ੍ਹਾ ਜਿਹਾ। ਪਰ ਹਾਂ, ਮਾਲਿਕ ਦੀ ਬਖਸ਼ਿਸ਼ ਬਹੁਤ ਵੱਡੀ ਹੈ। ਅਸੀਂ ਵਾਰ ਜਦੋਂ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਬਖਸ਼ ਦਿੰਦਾ ਉਹ। ਪਰ ਇਹ ਲਗਾਤਾਰ ਚੱਲਣ ਵਾਲਾ ਕੰਮ ਹੈ। ਐਂ ਨਹੀਂ ਹੈਗਾ ਵੀ ਤੁਸੀਂ 5 ਦਿਨ ਬੈਠ ਗਏ ਫਿਰ 10 ਦਿਨ ਨਜ਼ਾਰੇ, ਜਾਂ ਮਨ ਦੇ ਪਿੱਛੇ ਲੱਗ ਕੇ ਉਹਦਾ ਸਮੇਂ ਖਰਾਬ ਕਰਤਾ ਹੀ ਆ। ਐਵੇਂ ਨਹੀਂ ਸਿਸਟਮ ਹੁੰਦਾ। ਜਿਨ੍ਹਾਂ ਨੇ ਵੀ ਉਹਨਾਂ ਨੂੰ ਮਿਲੇ ਨੇ, ਜਿਹੜੇ ਵੀ ਉਹਨਾਂ ਦੀ ਜ਼ਿੰਦਗੀਆਂ ਦੇਖੋ, ਬਾਬਾ ਫਰੀਦ ਨੂੰ ਦੇਖੋ, ਬੁੱਲੇ ਸ਼ਾਹ ਨੂੰ ਦੇਖੋ, ਮਤਲਬ ਉਹ ਆਪਦੇ ਕਮਰੇ ਤੋਂ ਹੀ ਨਹੀਂ ਬਾਹਰ ਨਿਕਲੇ ਉਹ ਜਦ ਤੱਕ ਮਿਲਿਆ ਨਹੀਂ। ਕੋਈ ਚੀਜ਼ ਜ਼ਰੂਰੀ ਨਹੀਂ ਸਮਝੀ ਉਹਨਾਂ ਨੇ, ਸਿਰਫ ਉਹਦੇ ਤੋਂ ਮਾਲਿਕ ਤੋਂ ਬਿਨਾਂ। ਸਾਰਿਆਂ ਤੋਂ ਗਾਲਾਂ ਖਾ ਲੈਂਦੇ ਨੇ। ਬੁੱਲੇ ਸ਼ਾਹ ਨੂੰ ਉਹਦੇ ਬਾਪ ਨੇ ਬਹੁਤ ਗਾਲਾਂ ਕੱਢੀਆਂ, ਸਾਰੀ ਜ਼ਿੰਦਗੀ ਕੱਢਦਾ ਰਿਹਾ ਜਦੋਂ ਤੱਕ ਆਪਦਾ ਪਰਦਾ ਨਹੀਂ ਖੁੱਲ੍ਹ ਗਿਆ ਉਹਦਾ।
ਵਾਰਿਸ ਸ਼ਾਹ ਉਹਨੂੰ ਘਰੋਂ ਕੱਢਤਾ ਉਹਦੇ ਬਾਪ ਨੇ। ਸ਼ੇਖ ਫਰੀਦ ਘਰੋਂ ਭੱਜ ਗਿਆ। ਮਹਾਤਮਾ ਬੁੱਧ ਰਾਜਪਾਟ ਛੱਡਤਾ। ਗੌਤਮ ਮਹਾਵੀਰ ਰਾਜਪਾਟ ਛੱਡਤਾ। ਸਾਰੀ ਜ਼ਿੰਦਗੀ ਦਾ ਸਿਸਟਮ ਹੈ। ਜਦੋਂ ਤੱਕ ਦਿਲ ਨਹੀਂ ਸਾਫ਼ ਹੁੰਦਾ ਤੁਹਾਡਾ, ਦਿਲ 'ਚ ਕੋਈ ਹੋਰ ਹੀ ਚੀਜ਼ ਚੱਲ ਰਹੀ ਹੈ ਤੁਹਾਡੇ, ਕਿਸੇ ਨੂੰ ਇੰਪਰੈਸ ਕਰਨ ਨੂੰ ਫਿਰਦੇ ਹੋ ਤੁਸੀਂ, ਮਾਲਿਕ ਨੂੰ ਮਿਲਣ ਦਾ ਦੂਰ, ਤੁਸੀਂ ਆਪਦੇ ਆਪ ਨੂੰ ਵੀ ਨਹੀਂ ਮਿਲ ਸਕਦੇ। ਤੁਸੀਂ ਆਪਦੇ ਆਪ ਨੂੰ ਬੇਵਕੂਫ ਬਣਾਉਂਦੇ ਹੋ। ਸ਼ੀਸ਼ੇ ਮੂਹਰੇ ਖੜ੍ਹ ਕੇ ਸਭ ਤੋਂ ਪਹਿਲਾਂ ਇਹ ਚੀਜ਼ ਸ਼ੁਰੂ ਹੋ ਜਾਂਦੀ ਹੈ, ਆਪਦੇ ਆਪ ਨੂੰ ਬੇਵਕੂਫ ਬਣਾਉਣਾ। ਆਪਦੇ ਆਪ 'ਚ ਕਮੀ ਕੱਢਦੇ ਹੋ, ਮਾਲਿਕ ਦੀ ਬਣਾਈ ਹੋਈ ਚੀਜ਼ 'ਚ ਕਮੀ ਕੱਢਦੇ ਹੋ। ਇਹ ਨਫ਼ਰਤਾਂ ਨੇ। ਅਰਬਾਂ ਸਾਲਾਂ 'ਚ ਕੋਈ ਇੱਕ ਅੱਧਾ ਮਿਲਦਾ ਮਾਲਿਕ ਨੂੰ, ਉਹ ਵੀ ਉਹਦੀ ਮਰਜ਼ੀ ਨਾਲ, ਆਪਦੀ ਮਿਹਨਤ ਨਾਲ। ਮਿਹਨਤ ਨਾਲ ਉਹਨੂੰ ਕੋਈ ਨਹੀਂ ਮਿਲ ਸਕਦਾ। ਅਤੇ ਤੁਹਾਡੇ ਵਾਸਤੇ ਮੈਂ ਇੱਕੋ ਹੀ ਚੀਜ਼ ਕਹਿਣਾ, ਆਪਦੀ ਜ਼ਿੰਦਗੀ ਨੂੰ ਠੀਕ ਕਰੋ, ਜ਼ਿੰਦਗੀ 'ਚ ਵਧੀਆ ਮੁਕਾਮ ਹਾਸਿਲ ਕਰੋ, ਅਭਿਆਸ ਦਾ ਫਾਇਦਾ ਲਓ। ਕਿਸੇ ਇੱਕ ਚੀਜ਼ 'ਚ ਉਹਦੇ ਪਿੱਛੇ ਹੱਥ ਧੋ ਕੇ ਪੈ ਜਾਓ, ਦੂਜਿਆਂ ਨਾਲੋਂ ਛੇਤੀ ਤੁਹਾਨੂੰ ਸਫਲਤਾ ਮਿਲ ਜਾਏ, ਅਤੇ ਉਦੋਂ ਬਾਅਦ 'ਚ ਫਿਰ ਆਪਦਾ ਮਾਲਿਕ ਨੂੰ ਮਿਲਣ ਕਨੀ ਧਿਆਨ ਦਿਓ। ਐਵੇਂ ਅੱਧ ਵਿਚਾਲੇ ਉਹ ਕਰਨ ਦਾ ਕੋਈ ਫਾਇਦਾ ਨਹੀਂ। ਜੇ ਤੁਸੀਂ ਦੁਨੀਆ ਨੂੰ ਇੰਪਰੈਸ ਕਰਨ ਨੂੰ ਖਿਆਲ ਕਰੋਗੇ ਆਪਣੇ ਅੰਦਰ, ਫਿਰ ਤੁਸੀਂ ਮਾਲਿਕ ਨੂੰ ਪਸੰਦ ਨਹੀਂ ਕਰ ਸਕਦੇ, ਮਾਲਿਕ ਨੂੰ ਮਿਲ ਨਹੀਂ ਸਕਦੇ। ਜੇ ਮਾਲਿਕ ਨੂੰ ਮਿਲਣ ਦੀ ਕੋਸ਼ਿਸ਼ ਕਰੋਗੇ ਫਿਰ ਦੁਨੀਆ ਨਾਲ ਨਹੀਂ ਮਿਲ ਸਕਦੇ। ਪਰ ਜੇ ਪਹਿਲਾਂ ਤੁਸੀਂ ਮਾਲਿਕ ਨਾਲ ਮਿਲ ਲਓਗੇ, ਫਿਰ ਦੁਨੀਆ 'ਚ ਵੀ ਤੁਸੀਂ ਬੱਲੇ ਬੱਲੇ ਹੋ ਜਾਊਗੀ। ਪਰ ਜੇ ਦੁਨੀਆ 'ਚ ਤੁਸੀਂ ਪਹਿਲਾਂ ਉਹ ਕਰਿਆ, ਫਿਰ ਮਾਲਿਕ ਨੂੰ ਨਹੀਂ ਮਿਲ ਸਕਦੇ। ਫਿਰ ਬਹੁਤ ਅੱਗੇ ਲੰਘ ਜਾਂਦਾ ਬੰਦਾ, ਫਿਰ ਉਹਦੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ, ਬਹੁਤ ਅੱਗੇ ਦੀ ਅੱਗੇ। ਜਦੋਂ ਤੁਸੀਂ ਅੱਖਾਂ ਬੰਦ ਕਰੋ, ਮੂਹਰੇ ਹਨੇਰਾ ਹੋਵੇ, ਉਹ ਹਨੇਰਾ ਕੀ ਹੈ? ਉਹ ਹਨੇਰਾ ਹੀ ਨਫ਼ਰਤ ਹੈ। ਜੇ ਤੁਹਾਨੂੰ ਐਂ ਨਾ ਹੋਵੇ ਵੀ ਹਾਂ ਦਿਲ 'ਚ ਨਫ਼ਰਤ ਹੈਗੀ ਕਿ ਨਾ, ਅੱਖਾਂ ਬੰਦ ਕਰਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜੂਗਾ। ਜੇ ਹਨੇਰਾ ਹੀ ਹਨੇਰਾ ਦਿਖੇ, ਬਸ ਸਮਝ ਲਓ ਨਫ਼ਰਤਾਂ ਭਰੀਆਂ ਪਈਆਂ। ਜਦੋਂ ਹੌਲੀ ਹੌਲੀ ਉਹ ਚਾਨਣੇ 'ਚ ਬਦਲਣ ਲੱਗ ਗਿਆ, ਨਫ਼ਰਤਾਂ ਘੱਟਦੀਆਂ ਜਾ ਰਹੀਆਂ ਨੇ। ਜਿੱਦਣ ਜੋਤ ਪ੍ਰਗਟ ਹੋ ਗਈ, ਉੱਥੇ ਨਫ਼ਰਤ ਖਤਮ ਹੋ ਗਈ ਬਸ। ਇਸ ਨੂੰ ਹੰਕਾਰ ਕਹਿੰਦੇ ਨੇ। ਜਦੋਂ ਅੰਦਰ ਹਨੇਰਾ, ਅੱਖਾਂ ਬੰਦ ਕਰਕੇ ਸਮਝ ਲਓ ਹੰਕਾਰ ਹੈ। ਜਦੋਂ ਹੌਲੀ ਹੌਲੀ ਚਿੱਟਾ ਹੋਣ ਲੱਗ ਜੇ, ਸਾਫ਼ ਹੋ ਜੇ, ਹੰਕਾਰ ਖਤਮ ਹੋ ਗਿਆ। ਇਹੀ ਨਿਸ਼ਾਨੀ ਹੈ, ਦੂਜੇ ਨੂੰ ਪੁੱਛਣ ਦੀ ਲੋੜ ਹੀ ਨਹੀਂ, ਜਾਂ ਆਪਦੇ ਅੰਦਰ ਇਹ ਭਰਮ ਪੈਦਾ ਕਰਨ ਦੀ ਲੋੜ ਨਹੀਂ। ਕਈ ਆਪਦੇ ਅੰਦਰ ਭਰਮ ਪੈਦਾ ਕਰ ਲੈਂਦੇ ਵੀ ਮੈਂ ਤਾਂ ਬਖਸ਼ਿਆ ਗਿਆ, ਮੈਂ ਤਾਂ ਬਹੁਤ ਅਭਿਆਸ ਕਰ ਲਿਆ। ਜਦੋਂ ਤੱਕ ਅੰਦਰ ਰੌਸ਼ਨੀ ਨਹੀਂ ਪੈਦਾ ਹੁੰਦੀ, ਉਦੋਂ ਅਭਿਆਸ ਸ਼ੁਰੂ ਵੀ ਨਹੀਂ ਹੋਇਆ ਹਾਲੇ, ਸਮਝ ਲਓ। ਜਦੋਂ ਬੈਠੇ ਰਹੋਗੇ, ਹੌਲੀ ਹੌਲੀ ਰੌਸ਼ਨੀ ਪੈਦਾ ਹੁੰਦੀ ਹੈ। ਜਿਵੇਂ ਪਰਦਾ ਚੱਕਦੇ ਆਪਾਂ, ਹੌਲੀ ਹੌਲੀ ਰੌਸ਼ਨੀ ਨਿਕਲਦੀ ਹੈ। ਹੌਲੀ ਹੌਲੀ ਫਿਰ ਮਨ ਨੂੰ ਉਹ ਖੜਾ ਲੈਂਦੀ ਹੈ, ਆਪਦੇ ਕਾਬੂ 'ਚ ਕਰ ਲੈਂਦੀ ਹੈ, ਕੰਟਰੋਲ 'ਚ ਆ ਜਾਂਦਾ ਮਨ। ਸਰੀਰ ਭੁੱਲ ਜਾਂਦਾ, ਮਨ ਭੁੱਲ ਜਾਂਦਾ, ਸਮਾਂ ਹੀ ਭੁੱਲ ਜਾਂਦਾ। ਅਸਲ 'ਚ ਤਾਂ ਜਗ੍ਹਾ ਭੁੱਲ ਜਾਂਦੀ ਹੈ, ਕਿੱਥੇ ਬੈਠਿਆਂ ਭੁੱਲ ਜਾਂਦਾ। ਫਿਰ ਹੌਲੀ ਹੌਲੀ ਰੂਹ ਉਹਨੂੰ ਸੌਖਣ ਲੱਗ ਜਾਂਦੀ ਹੈ, ਸੌਖਦੀ ਹੈ। ਫਿਰ ਉਹ ਵੱਧਦਾ ਜਾਂਦਾ, ਠੰਡਕ ਪੈ ਜਾਂਦੀ ਹੈ ਸਾਰੀ ਬੋਡੀ 'ਚ, ਸਾਰੇ ਚੱਕਰ ਜਾਗਰਤ ਹੋ ਜਾਂਦੇ ਨੇ। ਫਿਰ ਕੰਮ ਸ਼ੁਰੂ ਹੁੰਦਾ। ਅਤੇ ਕਈ ਦੁਨੀਆ 'ਚ ਦੇਖਣ ਨੂੰ ਮਿਲਦੇ ਨੇ,
ਉਹਨੂੰ ਐਂ ਲੱਗਦਾ ਵੀ ਅੱਧੇ ਘੰਟੇ ਦੀ ਜਾਂ 5 ਜਿੰਨੇ ਵੀ ਘੰਟੇ ਲਾ ਲਓ ਵੀ ਹਾਂ ਵੀ ਅਸੀਂ ਤਾਂ ਬਖਸ਼ੇ ਆ ਬਸ, ਮਾਲਿਕ ਤਾਂ ਬਹੁਤ ਸਾਡੇ 'ਤੇ ਉਹ ਹੈ। ਮਤਲਬ ਮਾਲਿਕ ਖੁਸ਼ ਤਾਂ ਹੈਗਾ ਉਹਨਾਂ ਦੇ, ਐਵੇਂ ਦੀ ਗੱਲ ਨਹੀਂ ਵੀ ਖੁਸ਼ ਨਹੀਂ ਹੈਗਾ, ਪਰ ਬਖਸ਼ਿਸ਼ ਦੇ ਕਾਬਿਲ ਤੁਸੀਂ ਉਦੋਂ ਸਮਝ ਜਾਓਗੇ ਜਦੋਂ ਜੋਤ ਪ੍ਰਗਟ ਹੋ ਗਈ ਜਾਂ ਰੌਸ਼ਨੀ ਹਰ ਇੱਕ ਬੈਠਕ 'ਚ ਆ ਜੇ। ਉਦੋਂ ਪਹਿਲਾਂ ਸਮਝ ਲਓ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਉਹ ਵਧੀਆ ਚੀਜ਼ ਹੈ। ਪਰ ਕੋਸ਼ਿਸ਼ ਜਿਹੜੀ ਮੇਨ ਆ ਅਭਿਆਸ 'ਤੇ, ਚਾਹੇ ਤੁਸੀਂ ਅੱਧਾ ਘੰਟਾ ਬੈਠੋ, ਪਰ ਜਿਹੜਾ ਅੱਧਾ ਘੰਟਾ ਤੁਸੀਂ ਬੈਠੇ ਅਭਿਆਸ 'ਤੇ ਠੀਕ ਹੈ, 23 ਘੰਟੇ 30 ਮਿੰਟ ਜਿਹੜੇ ਬਚੇ ਉਹ ਤੁਸੀਂ ਆਪਦਾ ਦਿਲ ਸਾਫ਼ ਰੱਖਣਾ, ਨਫ਼ਰਤ ਨਹੀਂ ਹੋਣੀ ਚਾਹੀਦੀ ਤੁਹਾਡੇ ਦਿਲ 'ਚ, ਮੇਨ ਚੀਜ਼ ਇਹ ਹੈ। 23 ਘੰਟੇ ਹਮੇਸ਼ਾ ਭਾਰੀ ਪੈਣਗੇ ਤੁਹਾਡੇ 1 ਘੰਟੇ ਦੇ ਅਭਿਆਸ 'ਤੇ, ਵੀ ਤੁਸੀਂ ਉਹ 23 ਘੰਟੇ ਜਾਂ 20 ਘੰਟੇ 'ਚ ਕੀ ਕਰਿਆ। 4 ਘੰਟੇ ਅਭਿਆਸ ਕਰ ਲਿਆ, ਚਲੋ ਤੁਸੀਂ ਵਧੀਆ ਗੱਲ ਹੈ। ਉਹ 20 ਘੰਟੇ ਤੁਸੀਂ ਕੀ ਕਰਿਆ, 20 ਘੰਟੇ ਤੁਸੀਂ ਕਮੀਆਂ ਕੱਢਦੇ ਰਹੇ, 20 ਘੰਟੇ ਤੁਸੀਂ ਨਫ਼ਰਤਾਂ ਕਰਦੇ ਰਹੇ, ਆਹ ਨਹੀਂ ਵਧੀਆ, ਉਹ ਨਹੀਂ ਵਧੀਆ, ਇਹ ਨਹੀਂ ਹੈਗਾ, ਐਂ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ, ਤਾਂ ਫਿਰ ਉਹ 4 ਘੰਟੇ ਤੁਹਾਡਾ ਕੋਈ ਮਾਇਨੇ ਨਹੀਂ ਰੱਖਦੇ, ਕੁਛ ਨਹੀਂ ਹੋ ਸਕਦਾ। ਮਤਲਬ ਮਾਲਿਕ ਨੂੰ ਨਹੀਂ ਮਿਲ ਸਕਦੇ, ਉਹਨਾਂ ਨਾਲ ਤੁਹਾਡੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ, ਜੋ ਚਾਹੋਗੇ ਉਹ ਹੋ ਜਾਊਗਾ, ਅਰਬਾਂਪਤੀ ਬਣ ਜਾਓਗੇ, ਜ਼ਮੀਨਾਂ ਖਰੀਦ ਲਓਗੇ, ਜੋ ਮਰਜ਼ੀ ਕਰ ਲਓ। ਇਹ ਤਾਂ ਬਹੁਤ ਚੁਟਕੀ ਦਾ ਕੰਮ ਹੈ, ਇਹ ਜ਼ਮੀਨਾਂ ਬਣਾਉਣੀਆਂ, ਪੈਸੇ ਬਣਾਉਣੇ, ਤਾਂ ਅਭਿਆਸੀਆਂ ਵਾਸਤੇ 1 ਸਕਿੰਟ ਦਾ ਕੰਮ ਹੈ। ਪਰ ਉਹ ਚੀਜ਼ ਲੈਣ ਦਾ ਕੀ ਫਾਇਦਾ ਜਿਹੜੀ ਚੀਜ਼ ਇੱਕ ਦਿਨ ਤੁਹਾਡੇ ਤੋਂ ਖੋਲ ਹੀ ਜਾਊਗੀ। ਤੁਸੀਂ ਅੱਜ ਕੋਈ ਚੀਜ਼ ਲੈ ਲਓ, ਇੱਥੇ ਕੋਈ ਜ਼ਮੀਨ ਲੈ ਲਓ, ਕੋਈ ਜੋਬ ਲੈ ਲਓ, ਕੋਈ ਵੀ ਚੀਜ਼ ਲੈ ਲਓ, 20-30 ਸਾਲਾਂ ਬਾਅਦ ਤੁਹਾਡੇ ਤੋਂ ਖੋਲ ਹੀ ਜਾਊਗੀ ਉਹ, ਤੁਸੀਂ ਫਿਰ ਕੀ ਹੋ ਜਾਓਗੇ, ਫਿਰ ਉਹੀ ਹੋ ਜਾਓਗੇ ਆਮ ਇਨਸਾਨ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਉਹ ਚੀਜ਼ਾਂ ਲਓ, ਪਰ ਉਹਨਾਂ ਦਾ ਹੰਕਾਰ ਨਾ ਕਰੋ ਵੀ ਹਾਂ ਮੈਂ ਆਹ ਬਣ ਗਿਆ। ਤੁਸੀਂ ਉਹਨੂੰ ਮਾਲਿਕ ਦੀ ਸੇਵਾ ਵਾਸਤੇ ਲਾਓ। ਮਤਲਬ ਤੁਸੀਂ ਕੋਈ ਜੋਬ ਲਓ, ਵਧੀਆ ਗੱਲ ਹੈ, ਕਿਉਂਕਿ ਜੋ ਤੁਸੀਂ ਕੋਈ ਜੋਬ ਕਰੋਗੇ ਜਾਂ ਕੋਈ ਕੰਮ ਕਰੋਗੇ, ਤੁਹਾਡੇ ਕੋਲ ਪੈਸੇ ਆਉਣਗੇ, ਫਿਰ ਤੁਹਾਡੇ ਕੋਲ ਦੂਜਿਆਂ ਦੀ ਸਹਾਇਤਾ ਕਰਨ ਦੇ ਸਾਧਨ ਹੋਣਗੇ, ਤੁਸੀਂ ਦੂਜਿਆਂ ਦੀ ਵੱਧ ਸਹਾਇਤਾ ਕਰ ਸਕੋਗੇ। ਇਹ ਸੋਚ ਹੋਣੀ ਚਾਹੀਦੀ ਅੰਦਰ। ਆਪਦਾ ਅਭਿਆਸ ਕਰਦੇ ਰਹੋ, ਇਹ ਵਧੀਆ ਚੀਜ਼ ਹੈ। ਪਰ ਮਾਲਿਕ ਨੂੰ ਮਿਲਣ ਵਾਸਤੇ ਤਾਂ ਰੋਜ਼ ਦੀਆਂ ਕੁਰਬਾਨੀਆਂ ਨੇ, ਮਤਲਬ ਐਂ ਨਹੀਂ ਹੈਗਾ ਵੀ ਕੋਈ ਇੱਕ ਕੁਰਬਾਨੀ ਮੰਗਦਾ ਉਹ। ਆਸ਼ਿਕਾਂ ਦਾ ਪਲ ਪਲ ਕੁਰਬਾਨੀ ਦਾ ਹੁੰਦਾ ਹੈ, ਉਹ ਹਮੇਸ਼ਾ ਸ਼ਹਾਦਤਾਂ ਹੀ ਦੇ ਰਹੇ ਹੁੰਦੇ ਨੇ। ਕੀ ਸ਼ਹਾਦਤ ਕੀ ਹੈ ਵੀ ਆਪਦੀ ਕੋਈ ਚਲਾ ਹੀ ਨਹੀਂ ਰਹੇ ਹੁੰਦੇ ਉਹ ਆਪਦੀ, ਤਾਂ ਮਤਲਬ ਜਿਹੜੀ ਚੀਜ਼ ਜਿਵੇਂ ਆ ਗਈ ਠੀਕ ਹੈ ਬਸ, ਉਹ 'ਚ ਕੋਈ ਉਹ ਨਹੀਂ। ਨੁਕਸ਼ ਕੱਢਣਾ ਤਾਂ ਦੂਰ, ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਵੀ ਤਾਂ ਕਹਿਣਾ ਪੈ ਰਿਹਾ ਵੀ ਕੱਢਣਾ, ਨੁਕਸ਼ ਪਤਾ ਹੀ ਨਹੀਂ ਲੱਗਦਾ ਵੀ ਕੀ ਨੁਕਸ਼ ਹੈ ਜਾਂ ਵੀ ਹਾਂ ਵੀ ਕੀ ਕਮੀ ਹੈ। ਇਹ ਕੀ ਚੀਜ਼ ਹੈ, ਕੁਰਬਾਨੀਆਂ ਨੇ। ਤੁਹਾਨੂੰ ਮੈਂ ਅੱਜ ਮਤਲਬ ਕੋਈ ਚੀਜ਼ ਦੇ ਦਾਂ ਜਾਂ ਤੁਹਾਨੂੰ ਕਹਿ ਦਾਂ ਵੀ ਹਾਂ ਦੇ, ਤੁਸੀਂ ਕਹੋਗੇ ਵੀ ਨਹੀਂ ਇਹ 'ਚ ਮਿੱਠਾ ਘੱਟ ਹੈ, ਕੱਢਦੀ ਕਮੀ। ਮਤਲਬ ਵੀ ਮਾਲਿਕ ਨੇ ਕੀ ਪਸੰਦ ਕਰਿਆ ਸੀਗਾ, ਮਤਲਬ ਉਹਨੇ ਤੁਹਾਡੇ ਲਈ ਬਿਨਾਂ ਘੱਟ ਮਿੱਠੇ ਤੋਂ ਜਾਂ ਕਿਸੇ ਵੀ ਤਰੀਕੇ ਨਾਲ ਉਹ ਚੀਜ਼ ਭੇਜੀ ਤੀ, ਅਤੇ ਤੁਸੀਂ ਉਹਨੂੰ ਉਵੇਂ ਗ੍ਰਹਿਣ ਨਹੀਂ ਕਰਿਆ, ਉਹ 'ਚ ਕਮੀ ਕੱਢਦੀ। ਐਵੇਂ ਬਾਕੀ ਚੀਜ਼ਾਂ ਲਾ ਲਓ, ਸਾਰੀਆਂ ਚੀਜ਼ਾਂ। ਕੋਈ ਬੰਦੇ ਨੇ ਤੁਹਾਨੂੰ ਫੋਨ ਕਰਿਆ, ਉਹ ਵਧੀਆ ਨਹੀਂ ਤੁਹਾਡੇ ਨਾਲ ਬੋਲਿਆ, ਤਾਂ ਇਹਦਾ ਮਤਲਬ ਇਹ ਹੈ ਵੀ ਮਾਲਿਕ ਚਾਹੁੰਦਾ ਵੀ ਉਹ ਨਾ ਵਧੀਆ ਬੋਲੇ। ਤੁਸੀਂ ਉਹਨੂੰ ਕਹੋ ਵੀ ਯਾਰ ਤੂੰ ਵਧੀਆ ਬੋਲ ਰਿਹਾ, ਜਾਂ ਲੜ ਪਾ ਉਹਦੇ ਨਾਲ, ਫਿਰ ਤੁਹਾਡੀ ਬੇਵਕੂਫੀ ਹੈ। ਐਵੇਂ ਹੋਰ ਜਿੰਨੀਆਂ ਵੀ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਰਿਲੇਟ ਕਰ ਲਓ। ਮਤਲਬ ਜਿਹੜੀ ਚੀਜ਼ ਜਿਵੇਂ ਆ ਰਹੀ ਹੈ ਤੁਹਾਡੇ ਲਵੇ, ਉਹਨੂੰ ਐਂ ਨਾ ਇਹੋ ਜਿਹੇ ਤਰੀਕੇ ਨਾਲ ਕਬੂਲ ਕਰੋ ਵੀ ਉਹ ਕਬੂਲ ਵੀ ਨਾ ਕਹਾਵੇ, ਤੁਹਾਨੂੰ ਐਂ ਪਾਣੀ ਦੀ ਤਰ੍ਹਾਂ ਹੋਵੇ। ਇਹ ਤਾਂ ਕਹਿਣਾ ਪੈਂਦਾ ਵੀ ਕਬੂਲ ਕਰੋ ਜਾਂ ਗ੍ਰਹਿਣ ਕਰੋ ਉਹਨੂੰ, ਮਤਲਬ ਤੁਹਾਨੂੰ ਮਹਿਸੂਸ ਨਾ ਹੋਵੇ ਉਹ ਚੀਜ਼ ਵੀ ਹਾਂ ਜਿਹੜਾ ਕੁਛ ਹੋ ਰਿਹਾ ਬਸ ਠੀਕ ਹੈ। ਉਹ ਅੰਦਰ ਕੋਈ ਅੜਚਨ ਨਹੀਂ ਆਉਣੀ ਚਾਹੀਦੀ ਤੁਹਾਡੇ, ਜੇ ਅੜਚਨ ਆ ਫਿਰ ਸਮਝ ਲਓ ਮਨ ਆ ਗਏ, ਉਹ ਵਿੱਚ ਰੋੜਾ ਬਣ ਰਿਹਾ ਰਜ਼ਾ ਦੇ। ਤਾਂ ਇਹ ਹੈ, ਤਾਂ ਇਹਦੇ ਨਾਲ ਕੀ ਇਹ ਕੀ ਚੀਜ਼ ਹੈ, ਇਹ ਪਲ ਪਲ ਦੀ ਕੁਰਬਾਨੀ ਹੈ, ਆਪਦੀ ਮਰਜ਼ੀ ਨਹੀਂ ਹੁੰਦੀ ਕੋਈ ਜਿਹੜਾ ਕੁਛ ਹੋ ਰਿਹਾ ਠੀਕ ਹੈ ਬਸ, ਉਹ 'ਚ ਵੀ ਐਂ ਖੁਸ਼ੀ ਹੁੰਦੀ ਹੈ ਪੂਰੀ। ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਕੁਰਬਾਨੀਆਂ ਦਾ ਮਜ਼ਮੂਨ ਇਹ ਆਸ਼ਕੀ ਦੀ ਗੱਲ ਹੈ, ਜ਼ਰਾ ਗੌਰ ਨਾਲ ਤੁਰਿਓ, ਹਵਾ ਦਿੰਦੀ ਪਥਲ ਹੈ।
ਤੁਸੀਂ ਬਸ ਸਿਰਫ ਆਪਦਾ ਸਮਾਂ ਖਰਾਬ ਕਰਦੇ ਹੋ, ਕੁਛ ਨਹੀਂ ਕਰਦਾ। ਮਾਲਿਕ ਨੂੰ ਮਿਲਣ ਵਾਸਤੇ ਇਕੱਲੇ ਹੋਣਾ ਪੈਂਦਾ ਹੈ, ਇਹ ਸਭ ਤੋਂ ਪਹਿਲੀ ਮੇਨ ਚੀਜ਼ ਇਹੀ ਹੈ। ਜੇ ਤੁਸੀਂ ਇਕੱਲੇ ਨਹੀਂ ਰਹਿ ਸਕਦੇ, ਤੁਸੀਂ ਕੁਛ ਨਹੀਂ ਕਰ ਸਕਦੇ। ਇਨਸਾਨ ਦੇ ਅੰਦਰ ਇੱਕ ਚੀਜ਼ ਹੁੰਦੀ ਆ, ਉਹ ਸੋਚਦਾ ਰਹਿੰਦਾ ਵੀ ਹਮੇਸ਼ਾ ਉਹਨੂੰ ਕਿਸੇ ਚੀਜ਼ ਦਾ ਸਾਥ ਚਾਹੀਦਾ, ਸਾਥ ਭਾਲਦਾ ਰਹਿੰਦਾ ਇਨਸਾਨ। ਕਦੇ ਫ਼ੋਨ ਦਾ, ਕਦੇ ਦੋਸਤਾਂ ਦਾ, ਕਦੇ ਕਿਸੇ ਦਾ। ਸਾਰੀ ਜ਼ਿੰਦਗੀ ਸਾਥ 'ਤੇ ਖੜਾ ਰੱਖੀ ਹੈ ਇਨਸਾਨ ਨੇ। ਸ਼ੁਰੂ 'ਚ ਜਵਾਕ ਹੁੰਦਾ, ਉਹਨੂੰ ਆਪਦੇ ਬਾਪ ਦੇ ਸਾਥ ਦੀ ਲੋੜ ਪੈਂਦੀ ਹੈ, ਉਹਨੂੰ ਮਹਿਸੂਸ ਹੁੰਦੀ ਹੈ ਇਹ ਚੀਜ਼। ਫਿਰ ਬੜਾ ਹੋ ਜਾਂਦਾ, ਉਹਨੂੰ ਆਪਦੀ ਘਰ ਵਾਲੇ ਦੀ ਉੱਥੇ ਸਾਥ 'ਚ ਵੰਡ ਲੈਂਦਾ। ਫਿਰ ਉਦੋਂ ਬੜਾ ਬਜ਼ੁਰਗ ਹੋ ਜਾਂਦਾ, ਫਿਰ ਪੋਤਿਆਂ ਦੀ ਸਾਥ ਦੀ ਉਹ ਕਰਦਾ, ਡਿਮਾਂਡ ਕਰਦਾ ਵੀ ਇਹ ਹੋਣੀ ਚਾਹੀਦੀ ਹੈ। ਦੂਜਿਆਂ ਦੇ ਸਹਾਰੇ ਜ਼ਿੰਦਗੀ ਜਿਉਣ ਦੀ ਉਹ ਕਰ ਰੱਖੀ ਹੈ, ਪੁੱਠੀ ਆਦਤ ਪਾ ਰੱਖੀ ਹੈ। ਅਸਲ 'ਚ ਜੀਣਾ ਇਕੱਲਿਆਂ ਨੂੰ ਹੀ ਪਊਗਾ ਜੇ ਮਾਲਿਕ ਨੂੰ ਮਿਲਣਾ ਤਾਂ। ਜਦੋਂ ਤੱਕ ਤੁਸੀਂ ਦੂਜਿਆਂ ਦੇ ਆਸਰੇ ਜੀਣ ਦੀ ਕੋਸ਼ਿਸ਼ ਕਰੋਗੇ, ਬੇਵਕੂਫ ਬਣੇ ਰਹੋਗੇ। ਕਿਉਂ? ਦੂਜੀ ਕੀ ਚੀਜ਼ ਆ? ਭਰਮ ਪੈਦਾ ਕਰਦੀ ਆ ਮਾਇਆ, ਵੀ ਹਾਂ ਆਹ ਇਨਸਾਨ ਵਧੀਆ, ਆਹ ਚੀਜ਼ ਘਟੀਆ। ਇਹ ਭਰਮ ਜਦੋਂ ਪੈਦਾ ਹੋ ਜਾਂਦਾ, ਫਿਰ ਚਾਹੇ ਉਹ ਚੀਜ਼ ਤੁਹਾਨੂੰ ਮਿਲ ਵੀ ਜਾਵੇ, ਫਿਰ ਭਰਮ ਬਦਲ ਜੂਗਾ। ਕਿਉਂਕਿ ਮਾਇਆ ਦਾ ਕੰਮ ਇਹੀ ਆ, ਉਹ ਜਿਵੇਂ ਰਮ ਜਾਣਾ ਮਤਲਬ ਖਤਮ ਹੋ ਜਾਣਾ। ਫਿਰ ਤੁਹਾਨੂੰ ਕੋਈ ਹੋਰ ਚੀਜ਼ ਪਸੰਦ ਆ ਜਾਂਦੀ ਹੈ। ਇਹ ਚੀਜ਼ ਹੈ। ਤੁਸੀਂ ਦੇਖੋ, ਅੱਜ ਤੁਸੀਂ ਕਿਸੇ ਨੂੰ ਮੁਹੱਬਤ ਕਰਦੇ ਹੋ, ਤੁਹਾਨੂੰ ਐਂ ਵੀ ਹਾਂ ਇਹ ਸਭ ਤੋਂ ਵਧੀਆ ਚੀਜ਼ ਹੈ, ਜਾਂ ਹਾਂ ਵੀ ਐਵੇਂ ਵੀ ਇਹਦੇ ਬਿਨਾਂ ਤਾਂ ਕੁਛ ਵੀ ਨਹੀਂ ਮੈਂ। ਅਤੇ ਤੁਸੀਂ ਥੋੜ੍ਹੇ ਸਾਲਾਂ ਬਾਅਦ ਜਾਂ ਥੋੜ੍ਹੇ ਮਹੀਨਿਆਂ ਬਾਅਦ ਉਹ ਚੀਜ਼ ਘੱਟ ਜਾਂਦੀ ਹੈ। ਅੱਜ ਤੁਸੀਂ ਕਿਸੇ ਨੂੰ ਵਾਅਦਾ ਕਰਤਾ ਵੀ ਹਾਂ ਵੀ ਮੈਂ ਤੇਰੇ ਨਾਲ ਬਹੁਤ ਮੁਹੱਬਤ ਕਰਦਾ, ਠੀਕ ਹੈ। 6-7 ਮਹੀਨਿਆਂ ਬਾਅਦ ਫਿਰ ਦੇਖਿਓ ਕਿੱਧਰ ਗਿਆ ਵਾਅਦਾ ਤੁਹਾਡਾ, ਕੀ ਗੱਲ ਬਣੀ ਹੈ, ਕੀ ਚੀਜ਼ ਸੀ ਇਹ? ਭਰਮ। ਤੁਸੀਂ ਜ਼ਿੰਦਗੀ 'ਚ ਦੇਖੋ ਆਪਣੀ 'ਚ, ਤੁਸੀਂ ਕਿਸੇ ਨਾਲ ਵਾਅਦਾ ਕਰਿਆ ਹੋਣਾ ਜਾਂ ਕਿਸੇ ਨੂੰ ਮੁਹੱਬਤ ਕਰੀ ਹੈ, ਤੁਸੀਂ ਉਹਨੂੰ ਕਿਹਾ ਹੋਣਾ ਵੀ ਹਾਂ ਤੇਰੇ ਤੋਂ ਪਿਆਰਾ ਮੈਨੂੰ ਕੋਈ ਨਹੀਂ, ਪਰ ਅੱਜ ਤੁਹਾਡੀ ਹਾਲਤ ਕੀ ਹੈ? ਬਦਲ ਗਈ। ਕੀ ਚੀਜ਼ ਹੈ? ਮਾਇਆ, ਭਰਮ। ਅਤੇ ਜੇ ਇਹ ਚੀਜ਼ ਅੱਜ ਬਦਲ ਸਕਦੀ ਹੈ, ਤੁਸੀਂ ਪਹਿਲਾਂ ਕਿਸੇ ਨਾਲ ਵਾਅਦਾ ਕਰਿਆ, ਕਿਸੇ ਨੂੰ ਮੁਹੱਬਤ ਕਰੀ, ਕਿਸੇ ਚੀਜ਼ ਨਾਲ ਤੁਹਾਡਾ ਮੋਹ ਸੀ, ਕਿਸੇ ਫ਼ੋਨ ਨਾਲ ਮੋਹ ਸੀਗਾ, ਤੁਹਾਨੂੰ ਉਦੋਂ ਉਹ ਫ਼ੋਨ ਸਭ ਤੋਂ ਵਧੀਆ ਲੱਗਦਾ ਸੀ ਵੀ ਹਾਂ ਮੋਬਾਇਲ ਮੇਰਾ ਸਭ ਤੋਂ ਵਧੀਆ। ਅਤੇ ਸਾਲ ਬਾਅਦ ਕੀ ਹੋ ਜਾਂਦਾ ਫਿਰ? ਉਹੀ ਬੇਕਾਰ ਲੱਗਣ ਲੱਗ ਜਾਂਦਾ। ਤੁਸੀਂ ਕਿਸੇ ਨੂੰ ਵਾਅਦਾ ਕਰਤਾ ਵੀ ਹਾਂ ਤੇਰੇ ਬਿਨਾਂ ਤਾਂ ਮੈਂ ਕੁਛ ਵੀ ਨਹੀਂ, ਥੋੜ੍ਹੇ ਸਾਲ ਅੱਗੇ ਚਲੇ ਜਾਓ, ਫਿਰ ਕੌਣ ਕਿੱਧਰ ਗਿਆ? ਉਹ ਕਿੱਧਰ ਗਿਆ ਵਾਅਦੇ? ਕਿੱਧਰ ਗਿਆ ਉਹ ਮੁਹੱਬਤ? ਕਿੱਧਰ ਗਈ ਉਹ ਅਟੈਚਮੈਂਟ? ਕੀ ਚੀਜ਼ ਹੈ ਇਹ? ਭਰਮ, ਮਾਇਆ। ਇਹ ਬੇਵਕੂਫ ਬਣਾਉਂਦੀ ਤੀ, ਬਣਾ ਰਹੀ ਹੈ, ਬਣਾਉਂਦੀ ਰਹੂਗੀ। ਅਤੇ ਜਦੋਂ ਤੱਕ ਇਹਦੇ ਪਿੱਛੇ ਲੱਗੋਗੇ, ਬੇਵਕੂਫ ਬਣਦੇ ਰਹੋਗੇ। ਤਾਂ ਇੱਥੇ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ? ਕਹਿ ਰਹੇ ਨੇ ਵੀ ਸਿਰਫ ਆਪਦੇ ਆਪ ਨੂੰ ਮੁਹੱਬਤ ਕਰੋ, ਤੁਸੀਂ ਆਪਦੇ ਆਪ ਤੱਕ ਰਹੋ। ਜਦੋਂ ਤੱਕ ਤੁਸੀਂ ਦੂਜੇ ਦੇ ਸਿਰ 'ਤੇ ਮੋਢਾ ਰੱਖਣ ਦੀ ਕੋਸ਼ਿਸ਼ ਕਰੋਗੇ, ਬੇਵਕੂਫ ਬਣੋਗੇ। ਇਨਸਾਨ ਹਮੇਸ਼ਾ ਸਾਥ ਭਾਲਦਾ, ਕਦੇ ਮੋਬਾਇਲ ਦਾ, ਕਦੇ ਦੋਸਤਾਂ ਦਾ, ਕਦੇ ਘਰ ਵਾਲੇ ਦਾ, ਕਦੇ ਘਰ ਵਾਲੀ ਦਾ, ਕਦੇ ਮਾਂ ਬਾਪ ਦਾ, ਕਦੇ ਕਿਸੇ ਦਾ ਵੀ। ਅਤੇ ਸੋਚੋ ਜੇ ਇਹ ਚੀਜ਼ਾਂ ਉਹਨੂੰ ਨਾ ਮਿਲਣ ਫਿਰ ਕੀ ਬਣੂਗਾ? ਤਾਂ ਪਾਗਲ ਹੋ ਜੂਗਾ। ਤਾਂ ਅਤੇ ਇਹ ਚੀਜ਼ਾਂ ਤੋਂ ਬਿਨਾਂ ਜਿਹੜੇ ਨੇ ਉਹੀ ਪਾਗਲ ਨੇ। ਪਾਗਲ ਕੌਣ ਹੁੰਦਾ? ਪਾਗਲ ਜਿਨ੍ਹਾਂ ਨੇ ਗੱਲ ਪਾ ਲਈ, ਰਾਜ਼ ਪਾ ਲਿਆ। ਜਿਨ੍ਹਾਂ ਨੇ ਕੀ ਰਾਜ਼ ਪਾ ਲਿਆ? ਵੀ ਇਕੱਲੇ ਰਹਿ ਕੇ ਹੀ ਜ਼ਿੰਦਗੀ ਦੀ ਅਸਲੀਅਤ ਦਾ ਪਤਾ ਲੱਗਦਾ, ਮਹਿਸੂਸ ਹੁੰਦੀ ਹੈ ਜ਼ਿੰਦਗੀ। ਨਹੀਂ ਤਾਂ ਤੁਸੀਂ ਦੇਖੋ, ਜੇ ਤੁਹਾਨੂੰ ਸਾਥ ਦੀ ਲੋੜ ਹੈ, ਇਨਸਾਨ ਸਾਥ ਭਾਲਦਾ ਹਮੇਸ਼ਾ, ਤਾਂ ਫਿਰ ਸਾਥ ਉਦੋਂ ਹੀ ਮਿਲਦਾ ਜਦੋਂ ਤੁਸੀਂ ਉਹਨੂੰ ਇੰਪਰੈਸ ਕਰੋਗੇ। ਜੇ ਤੁਸੀਂ ਉਹਦੀ ਕੋਈ ਗੱਲੇ ਨਹੀਂ ਮੰਨੇ, ਫਿਰ ਤੁਹਾਡਾ ਸਾਥ ਨਹੀਂ ਦੇਣਾ ਉਹਨੇ। ਜੇ ਤੁਹਾਨੂੰ ਸਾਥ ਆਪਦਾ ਹਾਸਿਲ ਕਰਨਾ ਕਿਸੇ ਨੂੰ, ਤੁਸੀਂ ਮੰਨ ਲਓ ਵੀ ਤੁਹਾਨੂੰ ਮਾਂ ਬਾਪ ਦਾ ਸਾਥ ਚਾਹੀਦਾ, ਹਾਂ ਚਾਹੀਦਾ, ਫਿਰ ਤੁਹਾਨੂੰ ਉਹਨਾਂ ਦੇ ਅਕੋਰਡਿੰਗ ਵੀ ਤਾਂ ਚੱਲਣਾ ਪਊ। ਜੇ ਤੁਸੀਂ ਉਹਨਾਂ ਦੇ ਅਕੋਰਡਿੰਗ ਨਹੀਂ ਚੱਲੋਗੇ, ਤੁਹਾਨੂੰ ਸਾਥ ਹੀ ਨਹੀਂ ਮਿਲਣ ਲੱਗਿਆ। ਐਵੇਂ ਜੇ ਕਿਸੇ ਤੁਹਾਨੂੰ, ਜਿਵੇਂ ਮੰਨ ਕੇ ਚੱਲੋ ਵੀ ਮੈਨੂੰ ਆਪਦੀ ਘਰ ਵਾਲੀ ਦਾ ਸਾਥ ਚਾਹੀਦਾ, ਜੇ ਮੈਂ ਉਹਦੇ ਵਿਰੁੱਧ ਚੱਲੀ ਜਾਵਾਂ, ਕਿਹੜਾ ਸਾਥ ਫਿਰ? ਮੈਨੂੰ ਉਹਦੇ ਥੱਲੇ ਲੱਗਣਾ ਪਊਗਾ, ਮੈਨੂੰ ਉਹਦੀ ਗੱਲ ਮੰਨਣੀ ਪਊਗੀ, ਫਿਰ ਇਹ ਸਾਥ ਹੈ।
ਜੇ ਮੈਂ ਗੱਲੇ ਨਾ ਮੰਨਾਂ ਕਿਹਦਾ ਸਾਥ, ਫਿਰ ਕੀ ਹੋਇਆ? ਇਹ ਗੁਲਾਮੀ ਹੋਈ। ਆਪਦੇ ਆਪ ਆਪਦੇ ਗਲ 'ਚ ਰੱਸਾ ਪਾ ਕੇ ਦੂਜੇ ਨੂੰ ਫੜਾ ਦਿਓ ਵੀ ਲੈ ਮੈਂ ਤੇਰਾ ਗੁਲਾਮ ਹੋਇਆ। ਐਵੇਂ ਹਰ ਇੱਕ ਚੀਜ਼ ਦੇ ਆਪਦੇ ਗਲ 'ਚ ਰੱਸਾ ਪਾ ਕੇ ਤੁਸੀਂ ਮੋਬਾਇਲ ਨੂੰ ਫੜਾ ਰੱਖਿਆ, ਦੋਸਤਾਂ ਨੂੰ ਫੜਾ ਰੱਖਿਆ, ਅੱਗੇ ਆਪਦੇ ਘਰ ਨੂੰ ਫੜਾ ਦੋਗੇ। ਚਲੋ ਬਈ ਬਸ ਕਦੇ ਵੀ ਆਪਦੇ ਆਪ ਲਈ ਜੀਓਗੇ ਤੁਸੀਂ, ਦੂਜੇ ਨੂੰ ਇੰਪ੍ਰੈਸ ਕਰਨ ਵਾਸਤੇ ਜੀਓਗੇ ਅਤੇ ਬੇਵਕੂਫ ਬਣਦੇ ਰਹੋ। ਗੁਲਾਮੀ ਹੈ ਇਹ। ਜੋ ਤੁਸੀਂ ਖੁਦ ਨੂੰ ਇੰਪ੍ਰੈਸ ਕਰੋਗੇ ਨਾ, ਮਤਲਬ ਆਪਦੇ ਆਪ ਨੂੰ ਮੁਹੱਬਤ ਕਰੋਗੇ ਤੁਸੀਂ, ਤੁਹਾਡੀ ਜ਼ਿੰਦਗੀ ਇੰਨੀ ਸੌਖੀ ਹੋ ਜਾਂਦੀ ਹੈ। ਨਾ ਤਾਂ ਤੁਹਾਨੂੰ ਮਤਲਬ ਵੀ ਤੁਹਾਡੀ ਜ਼ਿੰਦਗੀ 'ਚੋਂ ਐਕਟਿੰਗ ਖਤਮ ਹੋ ਜਾਂਦੀ ਹੈ। ਐਕਟਿੰਗ ਹਮੇਸ਼ਾ ਮੈਂ ਕਹਿੰਦਾ ਨਾ ਵੀ ਤੁਸੀਂ 24 ਘੰਟੇ ਐਕਟਿੰਗ ਕਰਦੇ ਰਹਿੰਦੇ ਹੋ, ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਸੀਂ ਐਡੇ ਬੜੇ ਐਕਟਰ ਹੋ। ਕਾਦਰ ਖਾਨ ਵੀ ਤੁਹਾਡੇ ਸਾਹਮਣੇ ਕੁਝ ਵੀ ਨਹੀਂ। ਹਿੰਦੀ ਸਿਨੇਮਾ ਦਾ ਸਭ ਤੋਂ ਬੈਸਟ ਐਕਟਰ ਹੈ ਉਹ। ਦੂਜੇ ਨੰਬਰ 'ਤੇ ਗੋਵਿੰਦਾ। ਕਾਦਰ ਖਾਨ ਜਾਣਦੇ ਹੋ? ਕਾਦਰ ਖਾਨ ਬਹੁਤ ਵਧੀਆ, ਮਤਲਬ ਉਹਨਾਂ ਵਰਗੀ ਕੋਈ ਐਕਟਿੰਗ ਨਹੀਂ ਕਰ ਸਕਦਾ। ਹੁਣ ਤਾਂ ਚਲੇ ਗਏ। ਮਤਲਬ ਵੀ ਮੈਂ ਕਹਿ ਸਕਦਾ ਇੱਥੇ ਵੀ ਤੁਸੀਂ ਉਹਨਾਂ ਦੇ ਵੀ ਉਸਤਾਦ ਹੋ, ਕਿਉਂਕਿ ਤੁਹਾਨੂੰ ਪਤਾ ਵੀ ਲੱਗਦਾ ਵੀ ਤੁਸੀਂ ਕਰੈਕਟਰ ਨਿਭਾ ਰਹੇ ਹੋ, ਤੁਸੀਂ ਐਕਟਿੰਗ ਕਰ ਰਹੇ ਹੋ, ਤੁਸੀਂ ਇੰਨੇ ਐਕਟਿੰਗ 'ਚ ਮਸ਼ਰੂਫ ਹੋ। ਕੀ ਐਕਟਿੰਗ ਪਹਿਲਾਂ ਵੀ ਕਈ ਵਾਰੀ ਮੈਂ ਦੱਸ ਚੁੱਕਿਆ ਵੀ ਜਿਵੇਂ ਐਕਟਿੰਗ ਕੀ ਚੀਜ਼ ਹੈ, ਦੂਜੇ ਨੂੰ ਇੰਪ੍ਰੈਸ ਕਰਨ ਦੀ, ਦੂਜੇ 'ਤੇ ਆਪਦਾ ਪ੍ਰਭਾਵ ਪਾਉਣ ਦੀ ਜਿਹੜੀ ਪ੍ਰਵਿਰਤੀ ਹੈ ਉਹ ਐਕਟਿੰਗ ਹੈ। ਅਤੇ ਤੁਸੀਂ 24 ਘੰਟੇ ਹੀ ਕਰਦੇ ਹੁੰਦੇ। ਤੁਸੀਂ ਦੇਖੋ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਉਦੋਂ ਤੁਸੀਂ ਅਸਲੀ ਹੁੰਦੇ ਹੋ, ਜੋ ਤੁਸੀਂ ਹੁੰਦੇ ਹੋ ਤੁਸੀਂ ਅਸਲੀ ਹੁੰਦੇ ਉਦੋਂ ਤੁਸੀਂ ਐਕਟਿੰਗ ਨਹੀਂ ਕਰਦੇ ਹੁੰਦੇ। ਉਹ ਤੁਹਾਨੂੰ ਪਤਾ ਹੁੰਦਾ ਵੀ ਹਾਂ ਵੀ ਮੈਂ ਕ੍ਰੋਧੀ ਹਾਂ, ਲੋਭੀ ਹਾਂ, ਹੰਕਾਰੀ ਹਾਂ, ਜੋ ਵੀ ਹਾਂ, ਤੁਹਾਨੂੰ ਆਪਦੀ ਅਸਲੀਅਤ ਪਤਾ ਹੈ। ਪਰ ਜਿਉਂ ਹੀ ਫੱਟ ਦੇਣਾ ਦੂਜਾ ਬੰਦਾ ਆਇਆ ਉਹਦੀ ਗਿਰਗਿਟ ਬਣਦੇ ਕਿ ਨਹੀਂ? ਹਾਂ, ਉਹਦੀ ਅਸਲੀਅਤ ਬਦਲ ਜਾਂਦੀ ਹੈ। ਜੇ ਤੁਸੀਂ ਪਾਪੀ ਹੋ ਫਿਰ ਉਹਦੀ ਪੁੰਨ ਹੀ ਬਣ ਜਾਂਦੇ ਹੋ। ਉਹਦੀ ਚੇਂਜ ਹੋ ਜਾਂਦਾ, ਉਹਦੀ ਸ਼ਿਫਟ ਟਾਈਮ ਵੱਜ ਜਾਂਦੀ ਹੈ। ਮੈਂ ਗਿਰਗਿਟ ਵੀ ਟਾਈਮ ਲਾ ਦੂਗਾ, ਉਦੋਂ ਪਹਿਲਾਂ ਹੀ ਬਦਲ ਜਾਂਦਾ। ਇਹ ਕੀ ਚੀਜ਼ ਹੈ? ਐਕਟਿੰਗ। ਇਹ ਤੁਸੀਂ 24 ਘੰਟੇ ਕਰਦੇ ਹੋ। ਹੁਣ ਮੈਂ ਇੱਥੋਂ ਚਲਾ ਜਾਵਾਂ, ਉਹਦੀ ਤੁਹਾਡੀ ਅਸਲੀਅਤ ਸ਼ੁਰੂ ਹੋ ਜੂਗੀ। ਅਸਲੀਅਤ ਜੋ ਤੁਸੀਂ ਹੋ ਅਸਲ 'ਚ। ਹੁਣ ਤੁਸੀਂ ਇੱਥੇ ਐਕਟਿੰਗ ਕਰ ਰਹੇ ਹੋ ਕਿਉਂਕਿ ਮੈਂ ਇੱਥੇ ਬੈਠਾ ਕਿ ਨਹੀਂ? ਜੇ ਮੈਂ ਇੱਥੋਂ ਚਲਾ ਜਾਵਾਂ ਤੁਸੀਂ ਉਹਦੀ ਆਪਦੀ ਅਸਲੀਅਤ 'ਚ ਆ ਜਾਓਗੇ, ਪਰ ਥੋੜ੍ਹੀ ਜਿਹੀ ਅਸਲੀਅਤ 'ਚ। ਕਿਉਂ? ਕਿਉਂਕਿ ਇੱਥੇ ਤੁਸੀਂ ਇੱਕ ਦੂਜੇ ਦੇ ਰਾਜ ਨਹੀਂ ਜਾਣਦੇ। ਪਰ ਜੇ ਤੁਸੀਂ ਇਕੱਲੇ ਹੋ ਫਿਰ ਤੁਸੀਂ 100% ਅਸਲੀਅਤ 'ਚ ਆ ਜਾਓਗੇ। ਅਤੇ ਇੱਥੇ ਡੀਪਲੀ ਅਸੀਂ ਕੀ ਕਰ ਰਹੇ ਹਾਂ? ਇੰਪ੍ਰੈਸ ਕਰਨ ਦੀ ਇਹ ਗੱਲ। ਅਸੀਂ ਇੱਕ ਦੂਜੇ ਨੂੰ ਆਪਦੇ ਭੈਣਾਂ ਭਾਈਆਂ ਨੂੰ, ਚਾਚੇ ਤਾਇਆ ਫੁੱਫੜ ਇੰਪ੍ਰੈਸ ਹੀ ਕਰਦੇ ਹੁੰਦੇ ਹਾਂ। ਉਹਨਾਂ ਨੂੰ ਵਧੀਆ ਵਧੀਆ ਗੱਲਾਂ ਦੱਸਦੇ ਹਾਂ ਆਪਦੀਆਂ, ਘਟੀਆ ਨਹੀਂ ਕਰਦੇ ਵੀ ਮੈਂ ਸੋਚਦਾ ਇਹਨੂੰ ਕਹਿੰਦੇ ਨੇ ਕਰੈਕਟਰ ਸ਼ਿਫਟਿੰਗ, ਜਾਂ ਇਹਨੂੰ ਸੰਤ ਇਹਨੂੰ ਕਹਿੰਦੇ ਨੇ ਵਿਵਹਾਰ ਦੇ ਸੱਚੇ ਬਣਨਾ। ਸਤਸੰਗ ਸੁਣਿਆ ਨਾ ਵੀ ਆਪਦੇ ਵਿਵਹਾਰ ਦੇ ਸੱਚੇ ਬਣੋ। ਕੀ ਚੀਜ਼ ਹੈ ਉਹ ਇਹ ਚੀਜ਼ ਹੈ ਵੀ ਜੋ ਤੁਸੀਂ ਹੋ ਉਹੀ ਦਿਖਾਓ। ਕਿਸੇ ਨੂੰ ਉੱਲੂ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਅਗਲਾ ਤਾਂ ਉੱਲੂ ਬਣੂਗਾ ਚਾਹੇ ਨਹੀਂ ਬਣੂਗਾ, ਤੁਸੀਂ ਆਪਦੇ ਆਪ ਨੂੰ ਪਹਿਲਾਂ ਉੱਲੂ ਬਣਾਓਗੇ। ਇਹ ਚੀਜ਼ ਹੈ। ਇਹ ਤੁਸੀਂ 24 ਘੰਟੇ ਕਰਦੇ ਹੋ। ਅਤੇ ਇਸੇ ਚੀਜ਼ ਨੂੰ ਮੈਂ ਮਾਇਆ ਦਾ ਪਰਦਾ ਕਹਿ ਦਿੰਦਾ ਵੀ ਤੁਹਾਨੂੰ ਜਦੋਂ ਪਤਾ ਹੀ ਨਹੀਂ ਲੱਗ ਰਿਹਾ ਤਾਂ ਮਤਲਬ ਵੀ ਪਰਦਾ ਹੀ ਪੈ ਰਿਹਾ ਤੁਹਾਡੇ 'ਤੇ। ਕਹਿ ਦਿੰਦੇ ਜਿਵੇਂ ਅਕਲ 'ਤੇ ਪਰਦਾ ਪੈ ਗਿਆ ਅਤੇ ਇਹਨੂੰ ਪਤਾ ਹੀ ਨਹੀਂ ਲੱਗਦਾ। ਇਹ ਚੀਜ਼ ਹੈ ਫਿਰ ਇਹ ਤੁਹਾਡੀ ਆਤਮਾ 'ਤੇ ਪਰਦਾ ਪੈ ਗਿਆ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਐਕਟਿੰਗ ਹੋ ਰਹੀ ਹੈ। ਇਹ ਐਕਟਿੰਗ ਐਂ ਸ਼ੁਰੂ ਹੋ ਜਾਂਦੀ ਹੈ। ਤੁਹਾਨੂੰ ਮੈਂ ਬੱਸ 'ਚ ਬਿਠਾ ਦਾਂ ਅਤੇ ਤੁਹਾਨੂੰ ਬਿਨਾਂ ਦੱਸੇ ਕਿਤੇ ਪਿੱਛੇ ਬੈਠ ਜਾ, ਅਤੇ ਇੱਧਰਲੀ ਸਾਈਡ ਮੈਂ ਇੱਥੇ ਕੋਈ ਕੁੜੀ ਬਿਠਾ ਦਾਂ ਜਾਂ ਕੋਈ ਮੁੰਡਾ ਬਿਠਾ ਦਾਂ ਵਧੀਆ, ਜਿਵੇਂ ਵਧੀਆ ਕੱਪੜੇ ਕੱਪੜੇ ਹੋਣ, ਉਹਦੀ ਐਕਟਿੰਗ ਐਂ ਸ਼ੁਰੂ ਹੋ ਜੂਗੀ ਤੁਹਾਡੀ। ਅੱਖਾਂ ਟੇਢੀਆਂ ਕਰੋ, ਕਦੇ ਐਂ ਦੇਖੋ, ਕਦੇ ਐਂ ਦੇਖੋਗੇ ਵੀ ਹਾਂ ਕਿਸੇ ਤਰ੍ਹਾਂ ਇੰਪ੍ਰੈਸ ਹੋਏ। ਕੀ ਹੈ ਐਕਟਿੰਗ? ਤੁਸੀਂ ਸੋਚੋ ਜਿਹੜੇ ਐਕਟਿੰਗ ਨਹੀਂ ਕਰ ਰਹੇ, ਮਤਲਬ ਆਸ਼ਿਕ ਨੇ ਜਿਹੜੇ ਬੰਦੇ ਮਾਲਿਕ ਨਾਲ ਜੁੜੇ ਹੋਏ ਨੇ, ਹੁਣ ਤੁਸੀਂ ਦੇਖੋ ਵੀ ਉਹਨਾਂ 'ਤੇ ਕਿੰਨਾ ਘੱਟ ਬੋਝ ਹੋਊਗਾ, ਕਿੰਨੇ ਸਕੂਨ 'ਚ ਰਹਿੰਦੇ ਹੋਣਗੇ ਉਹ। ਪਹਿਲਾਂ ਨੂੰ ਬੋਝ ਸਮਝ ਗਏ ਨਾ ਤੁਸੀਂ, ਬੋਝ ਹੈ ਇਹ। ਤੁਸੀਂ ਹਮੇਸ਼ਾ 24 ਘੰਟੇ ਕਿਸੇ ਨੂੰ ਇੰਪ੍ਰੈਸ ਕਰਨ ਵਾਸਤੇ ਜੀ ਰਹੇ ਹੋ ਵੀ ਹਾਂ ਉਹਦੇ ਸਾਹਮਣੇ ਮੈਂ ਵਧੀਆ ਬਣ ਜਾਏ,
ਬੱਸਾਂ 'ਚ, ਕਾਲਜਾਂ 'ਚ, ਮੋਬਾਇਲ 'ਤੇ ਸਾਰੇ ਜਿਹੜੇ ਤੁਸੀਂ ਇੰਪਰੈਸ਼ਨ ਪਾਉਣ 'ਤੇ ਲੱਗੇ ਹੋਏ ਹੋ। ਕਿੰਨਾ ਬੋਝ ਹੈ ਇਹ, ਬੋਝ ਹੈ ਨਾ। ਤੁਸੀਂ ਹੁਣ ਆਸ਼ਕਾਂ ਬਾਰੇ ਸੋਚੋ, ਉਹ ਤਾਂ ਪਤੰਗ ਵਾਂਗੂ ਹੁੰਦੇ ਹੋਣੇ, ਈਜ਼ੀ। ਕਿੰਨਾ ਸਕੂਨ ਹੁੰਦਾ ਹੋਣਾ। ਕਿਉਂ? ਕਿਉਂਕਿ ਉਹਨਾਂ ਨੇ ਕਿਸੇ ਤੋਂ ਧੇਲੇ ਨਹੀਂ ਲੈਣੇ। ਸਮਝ ਰਹੇ ਮੈਂ ਕੀ ਕਹਿ ਰਿਹਾ? ਉਹਨਾਂ ਨੇ ਕਿਸੇ ਤੋਂ ਅੰਬ ਨਹੀਂ ਲੈਣੇ ਕਿ ਇੰਪਰੈਸ ਕਰਨ ਨੂੰ। ਉਹਨੂੰ ਕੀ ਚੱਕਰ ਹੈ? ਜੇ ਇੱਥੇ ਮੈਂ ਖੁਦ ਨੂੰ ਆਪਦੇ ਆਪ ਨੂੰ ਆਸ਼ਿਕ ਕਹਾਂ ਤਾਂ ਤੁਸੀਂ ਮੇਰੀ ਜ਼ਿੰਦਗੀ ਨੂੰ ਦੇਖ ਲਓ, ਤੁਹਾਨੂੰ ਪਤਾ ਲੱਗ ਜੂਗਾ। ਮੈਨੇ ਕਿਸੇ ਤੋਂ ਧੇਲੇ ਹੀ ਲੈਣੇ, ਚਾਹੇ ਕੋਈ ਕਰੋੜਪਤੀ ਹੈ, ਸੋਹਣਾ ਮਾੜਾ, ਮੈਨੂੰ ਕੀ ਚੱਕਰ ਹੈ। ਮੈਂ ਜਿਵੇਂ ਦਾ ਉਵੇਂ ਹੀ ਹਾਂ। ਇਹ ਨਹੀਂ ਗਾ ਮੈਂ ਕਿਸੇ ਸਾਹਮਣੇ ਐ ਵੀ ਇੰਪਰੈਸ਼ਨ ਪਾਊਂਗਾ ਵੀ ਹਾਂ ਮੈਂ। ਤੁਸੀਂ ਕਦੇ ਵੀ ਨਹੀਂ ਇਹ ਚੀਜ਼ ਕਰ ਸਕਦੇ ਮੇਰੇ 'ਚ। ਦੇਖ ਲਓ ਤੁਸੀਂ ਜ਼ਿੰਦਗੀ ਮੇਰੀ, ਦੇਖ ਲਓ ਪਿੱਛੇ, ਸ਼ੁਰੂ 'ਚ ਵੀ, ਹੁਣ ਤਾਂ ਗੱਲ ਹੀ ਛੱਡ ਦਿਓ ਤੁਸੀਂ। ਤਾਂ ਤੁਸੀਂ ਸੋਚੋ ਵੀ ਮੈਂ ਕਿੰਨਾ ਹਲਕਾ ਹੋਊਂਗਾ। ਕਿਉਂ? ਕਿਉਂਕਿ ਮੈਨੇ ਕਿਸੇ ਨੂੰ ਇੰਪਰੈਸ ਹੀ ਨਹੀਂ ਕਰਨਾ। ਮੈਨੇ ਕੀ ਲੈਣਾ ਕਿਸੇ ਤੋਂ। ਜੇ ਮੈਂ ਊਂ ਵੀ ਜਦੋਂ ਕੋਈ ਤਗੜੇ ਬੰਦੇ ਬੈਠਣ ਉਹਨਾਂ ਸਾਹਮਣੇ ਵੀ ਮੈਂ ਕਹਿ ਦੇਣਾ ਉਹਨਾਂ ਸਿੱਧੀ, ਮੈਨੇ ਤੁਹਾਡੇ ਤੋਂ ਧੇਲੇ ਨਹੀਂ ਲੈਣੇ। ਮੈਂ ਸਿੱਧੀ ਗੱਲ ਦੱਸਦਾ ਨਾ, ਮੈਨੂੰ ਕੀ ਚੱਕਰ ਆ ਵੀ ਕੀ ਕਰ ਲਓਗੇ ਤੁਸੀਂ ਮੇਰਾ? ਕੁਛ ਵੀ ਨਹੀਂ ਕਰ ਸਕਦੇ। ਕੀ ਵਿਗਾੜ ਲਓਗੇ ਤੁਸੀਂ ਜਾਂ ਕੋਈ ਵੀ? ਤੁਸੀਂ ਆਪਦੇ ਆਪ 'ਤੇ ਬੋਝ ਪਾਇਆ ਹੋਇਆ ਇੰਪਰੈਸ ਕਰਨ ਦਾ। ਇਹ ਚੱਲ ਰਿਹਾ। ਬਾਅਦ ਵਿੱਚ ਕਾਲ 'ਤੇ ਤਾਂ ਮਜ਼ਾ ਜਾਂਦੀ ਹੈ, ਇੱਦੀ ਦੂਰ ਕੀ ਫਾੜ ਫੜੂਗਾ। ਤਾਂ ਇਹ ਚੀਜ਼ ਹੈ, ਸਮਝ ਗਏ? ਇੰਪਰੈਸ਼ਨ ਬੋਝ ਹੈ ਇਹ। ਦੂਜੇ ਨੂੰ ਵਧੀਆ ਲੱਗਾ ਮੈਂ, ਜੇ ਤੁਸੀਂ 24 ਘੰਟੇ ਕਰ ਰਹੇ ਹੋ ਇਹ ਚੀਜ਼, ਅਤੇ ਮਾਲਕ 24 ਘੰਟੇ ਹੀ ਦੇਖ ਰਿਹਾ ਇਹ ਚੀਜ਼ ਵੀ ਆਹ ਬਹੁਤ ਸੋਹਣੀ ਐਕਟਿੰਗ ਹੈ। ਸਤਸੰਗ 'ਚ ਨਹੀਂ ਕਹਿੰਦਾ ਹੁੰਦਾ, ਸੁਣਿਆ ਸ਼ਰੇਆਮ ਮੈਂ ਕਹਿ ਰਿਹਾ ਹੁੰਦਾ, ਸੁਣਿਆ ਨਹੀਂ ਵੀ ਐਕਟਿੰਗ ਦਾ ਤੁਸੀਂ ਬਹੁਤ ਖਤਰਨਾਕ ਕਰਦੇ ਹੋ। ਸੁਣਿਆ ਨਹੀਂ ਕਦੇ? ਕਹਿ ਤਾਂ ਰਿਹਾ ਹੁੰਦਾ, ਬਸ ਐਂ ਵੀ ਖੋਲ੍ਹ ਕੇ ਨਹੀਂ ਦੱਸ ਰਿਹਾ ਹੁੰਦਾ, ਐਵੇਂ ਸਿੱਧੀ ਕਹਿ ਰਿਹਾ ਹੁੰਦਾ ਵੀ ਐਕਟਰ ਤਾਂ ਤੁਸੀਂ ਉਸਤਾਦ। ਉਹ ਤਾਂ ਐਂ ਕਹਿ ਰਿਹਾ ਹੁੰਦਾ ਵੀ ਮੇਰੇ ਸਾਹਮਣੇ ਐਕਟਿੰਗ ਕਰੀਏ। ਦੇਖ ਕਿੰਨੇ ਬੇਵਕੂਫ ਨੇ, ਉਹਦੇ ਸਾਹਮਣੇ ਐਕਟਿੰਗ ਕਰ ਰਹੇ ਨੇ। ਅਸਲੀਅਤ 'ਚ ਜਿਉਣਾ ਸਿੱਖੋ, ਆਪਦੇ ਆਪ ਨੂੰ ਬੇਵਕੂਫ ਨਾ ਬਣਾਓ। ਮਾਇਆ ਦੇ ਭਰਮ 'ਚੋਂ ਨਿਕਲੋ। ਮਾਇਆ ਦੇ ਭਰਮ 'ਚੋਂ ਨਿਕਲਣ ਵਾਸਤੇ ਇਹ ਨਹੀਂ ਹੈਗਾ ਵੀ ਤੁਹਾਨੂੰ ਅੰਦਰ ਪ੍ਰਕਾਸ਼ ਦੇਖਣਾ ਪਊਗਾ। ਤੁਹਾਨੂੰ ਬੁੱਧੀ ਬਖਸ਼ੀ ਗਈ, ਆਪਦੀ ਬੁੱਧੀ ਦਾ ਯੂਜ਼ ਕਰੋ। ਦੇਖੋ ਮਾਇਆ ਤੁਹਾਨੂੰ ਕਿਵੇਂ ਬੇਵਕੂਫ ਬਣਾਉਂਦੀ ਹੈ, ਇਹਦੀਆਂ ਚਾਲਾਂ ਨੂੰ ਫੜੋ। ਪ੍ਰਕਾਸ਼ ਤਾਂ ਫੇਰ ਹੀ ਪੈਦਾ ਹੋਊਗਾ ਜੇ ਤੁਸੀਂ ਬੁੱਧੀ ਦਾ ਹੀ ਨਹੀਂ ਵਰਤੋਂ ਕਰਦੇ। ਜਿਹੜਾ ਹਥਿਆਰ ਤੁਹਾਡੇ ਕੋਲ ਉਹਨੂੰ ਤਾਂ ਵਰਤੋ, ਦੂਜਾ ਹਥਿਆਰ ਫੇਰ ਦਿੱਤਾ ਜਾਊਗਾ ਜਦੋਂ ਉਹਦੀ ਜ਼ਰੂਰਤ ਹੋਊਗੀ। ਇਹ ਨਾ ਸਮਝੋ ਵੀ ਅੰਦਰ ਪ੍ਰਕਾਸ਼ ਆਊਗਾ ਫੇਰ ਅਕਲ ਆਊਗੀ। ਜਿਹੜੀ ਚੀਜ਼ ਤੁਹਾਨੂੰ ਬਖਸ਼ੀ ਗਈ ਆ ਉਹਦਾ ਤਾਂ ਯੂਜ਼ ਕਰੋ। ਉਹਦਾ ਯੂਜ਼ ਕਰੋਗੇ, ਹੌਲੀ ਹੌਲੀ ਮਾਇਆ ਭਰਮ ਟੁੱਟਦੇ ਜਾਣਗੇ, ਫਿਰ ਅੰਦਰ ਪ੍ਰਕਾਸ਼ ਪੈਦਾ ਹੋਊਗਾ। ਬੇਵਕੂਫ ਬਣੀ ਜਾਓ, ਇਹ ਚੀਜ਼ ਤੋਂ ਬਚੋ। ਐਕਟਿੰਗ ਨਾ ਕਰੋ। ਐਕਟਿੰਗ ਇੰਨੀ ਖਤਰਨਾਕ ਸ਼ੁਰੂ ਹੋ ਜਾਂਦੀ ਤੁਹਾਡੀ, ਤੁਹਾਨੂੰ ਮਹਿਸੂਸ ਵੀ ਨਹੀਂ ਹੁੰਦਾ ਤੁਹਾਨੂੰ ਤੁਸੀਂ ਐਕਟਿੰਗ ਕਰ ਰਹੇ ਹੋ। ਅੱਜ ਪਤਾ ਲੱਗ ਗਿਆ ਤੁਹਾਨੂੰ ਐਕਟਿੰਗ ਕਰਦੇ ਹੋ ਤੁਸੀਂ, 24 ਘੰਟੇ ਤੁਸੀਂ ਐਕਟਿੰਗ ਕਰ ਰਹੇ ਹੋ। ਐਕਟਿੰਗ ਤੋਂ ਬਿਨਾਂ ਤੁਹਾਡਾ ਇੱਕ ਪਲ ਨਹੀਂ ਹੁੰਦਾ। ਉਹ ਪਲ ਹੁੰਦਾ ਬਸ ਜਦੋਂ ਤੁਸੀਂ ਇਕੱਲੇ ਹੁੰਦੇ ਹੋ, ਉਹ ਤੁਸੀਂ ਅਸਲੀਅਤ 'ਚ ਹੁੰਦੇ ਹੋ, ਉਹ ਤੁਸੀਂ ਸਟੇਜ ਤੋਂ ਥੱਲੇ ਉਤਰੇ ਹੁੰਦੇ ਹੋ ਵੀ ਹਾਂ ਕੌਣ ਆ ਤੂੰ, ਹਾਂ ਵੀ ਮੈਂ ਫਲਾਣਾ। ਉਦੋਂ ਬਸ ਉਦੋਂ ਉਹ ਵੀ ਜੇ ਫੋਨ ਨਾ ਹੋਵੇ, ਜੇ ਫੋਨ ਫਿਰ ਤਾਂ ਉਹ 'ਚ ਤਾਂ ਤੁਸੀਂ ਕੋਈ ਹਰੀਸ਼ ਚੰਦਰ ਬਣਦੇ ਹੁੰਦੇ ਵੀ ਹਾਂ ਮੇਰੇ ਵਰਗੇ ਕੋਈ ਬੰਦਾ ਹੀ ਨਹੀਂ ਹੈਗਾ ਦੁਨੀਆ 'ਚ। ਉਹ ਜਿਹੜਾ ਅੰਦਰ ਬੈਠਾ ਉਹਨੂੰ ਤੁਹਾਡੀ ਕਰਤੂਤ ਦਾ, ਤੁਹਾਡੀ ਅਸਲੀਅਤ ਦਾ, ਹਰ ਇੱਕ ਚੀਜ਼ ਦਾ ਪਤਾ ਹੈ। ਉਹਨੂੰ ਤੁਸੀਂ ਬੇਵਕੂਫ ਨਹੀਂ ਬਣਾ ਸਕਦੇ। ਜੇ ਉਹ ਚੁੱਪ ਹੈ ਜਾਂ ਬੋਲਦਾ ਨਹੀਂ ਜਾਂ ਤੁਹਾਨੂੰ ਕੁਛ ਕਹਿੰਦਾ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨੂੰ ਪਤਾ ਨਹੀਂ ਹੈਗਾ। ਉਹਨੂੰ ਪਰਦਾ ਮਨਜ਼ੂਰ ਹੈ ਅਤੇ ਉਹ ਪਰਦੇ 'ਚ ਹੀ ਖੁਸ਼ ਹੈ। ਅਤੇ ਇੱਥੇ ਇਹ ਵੀ ਹੈ, ਸਾਰਿਆਂ ਦੇ ਨਾਲ ਮਨ ਲੱਗਿਆ ਹੋਇਆ। ਇਹ ਘਟੀਆ ਖਿਆਲ ਲਿਆਉਂਦਾ, ਘਟੀਆ ਕੰਮ ਕਰਵਾਉਂਦਾ, ਤਾਂ ਇਹਦੇ ਕਰਕੇ ਵੀ ਮਾਫ਼ ਕਰ ਦਿੰਦਾ ਵੀ ਚੱਲ ਮਨ ਹੈ, ਠੀਕ ਹੈ। ਪਰ ਜੇ ਤੁਸੀਂ ਸਮਝਦੇ ਹੋਏ ਵੀ ਗੱਲ ਨੂੰ ਨਹੀਂ ਸਮਝੋਗੇ ਜਾਂ ਗਲਤ ਕੰਮ ਕਰੋਗੇ ਜਾਂ ਕਿਸੇ ਨਾਲ ਠੱਗੀ ਬੇਈਮਾਨੀ ਕਰੋਗੇ, ਫਿਰ ਨਹੀਂ। ਪਰਦਾ ਤਾਂ ਫਿਰ ਵੀ ਰਹਿ ਜਾਂਦਾ, ਪਰਦੇ ਦੀ ਗੱਲ ਨਹੀਂ ਹੈਗੀ, ਪਰ ਉਹ ਚੀਜ਼ ਖਤਮ ਹੋ ਜਾਂਦੀ ਹੈ।
ਉਹ ਚੀਜ਼ ਨਹੀਂ ਰਹਿੰਦੀ ਫਿਰ, ਮੁਹੱਬਤ ਨਹੀਂ ਰਹਿੰਦੀ ਇੱਕ ਦੂਜੇ ਨਾਲ, ਮਤਲਬ ਮਾਲਿਕ ਦੀ ਰੂਹ ਨਾਲ। ਇਹ ਚੀਜ਼ ਆ ਐਕਟਿੰਗ ਤੁਹਾਡੀ ਰਗ ਰਗ 'ਚ ਬੜੀ ਹੋਈ ਹੈ। ਇਹ ਚੀਜ਼ ਹੁਣ ਮੈਂ ਕਿਉਂ ਕਹਿ ਰਿਹਾ, ਮਤਲਬ ਇਹ ਚੀਜ਼ ਮੈਨੂੰ ਕਦੋਂ ਪਤਾ ਲੱਗੀ, ਮਹਿਸੂਸ ਹੋਈ, ਕਾਫੀ ਸਾਲ ਪਹਿਲਾਂ ਦੀ ਗੱਲ ਹੈ। ਮੈਨੂੰ ਮੇਰੇ ਦੋਸਤ ਨੇ ਬਾਹਰੋਂ ਫ਼ੋਨ ਭੇਜਿਆ ਇੱਕ ਮੋਟਰੋਲਾ ਦਾ 80-90 ਹਜ਼ਾਰ ਦਾ ਫ਼ੋਨ ਸੀਗਾ ਉਹ। ਉਦੋਂ ਆਈਫੋਨ ਇੰਨੇ ਨਹੀਂ ਆਉਂਦੇ ਤੇ, ਮਤਲਬ ਇੰਡੀਆ 'ਚ ਇੰਨੇ ਕਿਸੇ ਕੋਲ ਹੁੰਦਾ ਸੀ। ਇੱਕ ਦਿਨ ਮੈਂ ਪਟਿਆਲੇ ਗਿਆ ਹੋਇਆ ਸੀਗਾ, ਮੇਰੀ ਜੇਬ 'ਚ ਫ਼ੋਨ ਉਹ, ਤਾਂ ਮੇਰੇ ਨਾਲ ਇੱਕ ਮੁੰਡਾ ਸੀਗਾ, ਉਹ ਕਹਿੰਦਾ ਯਾਰ ਤੇਰੇ ਕੋਲ ਇੰਨਾ, ਕਹਿੰਦਾ ਵੀ ਵਧੀਆ ਫ਼ੋਨ ਆ, ਕਹਿੰਦਾ ਯਾਰ ਇਹਨੂੰ ਹੱਥ 'ਚ ਰੱਖਿਆ ਕਰ। ਮੈਂ ਵੀ ਫਿਰ ਇਹਦੇ ਨਾਲ ਕੀ ਹੋ ਜਾਊਗਾ, ਕਹਿੰਦਾ ਵੀ ਯਾਰ ਮਤਲਬ ਪਤਾ ਨਹੀਂ ਨੇ ਹੋਰ ਪਤਾ ਨਹੀਂ ਕੀ ਕਿਵੇਂ ਸਟਾਈਲ ਨਾਲ ਗਿਆ, ਕਹਿੰਦਾ ਵੀ ਯਾਰ ਦੇਖਣਗੇ ਲੋਕ ਮਤਲਬ। ਤਾਂ ਫਿਰ ਮੈਨੂੰ ਉਦੋਂ ਸਮਝ ਆਈ ਇਹ ਗੱਲ, ਮਤਲਬ ਮਾਲਿਕ ਨੇ ਮੈਨੂੰ ਸਿਖਾਉਣਾ ਚਾਹਿਆ ਉਹ ਚੀਜ਼, ਮੈਂ ਸਿੱਖ ਗਿਆ ਇਹ ਚੀਜ਼ ਵੀ ਯਾਰ ਕੀ ਚੀਜ਼ ਹੈ ਵੀ। ਇਹਦਾ ਮਤਲਬ ਮੈਂ ਫ਼ੋਨ ਆਪਦੇ ਵਾਸਤੇ ਨਹੀਂ ਲਿਆ, ਦੂਜਿਆਂ ਨੂੰ ਇੰਪ੍ਰੈਸ ਕਰਨ ਵਾਸਤੇ ਲਿਆ, ਮਤਲਬ ਵੀ ਦੂਜੇ ਦੇਖਣ ਵੀ ਮੇਰੇ ਹੱਥ 'ਚ ਕੀ ਹੈ। ਤਾਂ ਮੇਰੇ ਕੋਲ ਹਮੇਸ਼ਾ ਹੀ ਇੰਨੀਆਂ ਮਤਲਬ ਵਧੀਆ ਚੀਜ਼ਾਂ ਹੁੰਦੀਆਂ ਰਹੀਆਂ ਨੇ, ਤਾਂ ਮੇਰੀ ਜੇਬ 'ਚ ਉਹ, ਮਤਲਬ ਮੈਨੂੰ ਵੀ ਨਹੀਂ ਪਤਾ ਹੁੰਦਾ ਵੀ ਮੇਰੀ ਜੇਬ 'ਚ ਉਹ ਚੀਜ਼ ਪਈ ਹੈ, ਜਾਂ ਮੇਰੇ ਹੱਥ 'ਤੇ ਬੰਨੀ ਹੋਈ ਹੈ ਉਹ ਚੀਜ਼, ਜਾਂ ਮਤਲਬ ਮੈਂ ਕਿਸੇ ਨੂੰ ਦਿਖਾ ਨਹੀਂ ਰਿਹਾ ਹੁੰਦਾ, ਮੈਨੂੰ ਆਪਣੀ ਜ਼ਰੂਰਤ ਨੂੰ ਬੰਨੀ ਹੁੰਦੀ ਹੈ, ਜਾਂ ਲੈ ਰੱਖੀ ਹੁੰਦੀ ਹੈ, ਜਾਂ ਯੂਜ਼ ਕਰ ਰਿਹਾ ਹੁੰਦਾ ਮੈਂ। ਕਈ ਵਾਰੀ ਹੁਣ ਤੁਸੀਂ ਮਤਲਬ ਜਿਹੜੇ ਨਾਲ ਰਹੇ ਨੇ, ਤੁਸੀਂ ਖੁਦ ਦੇਖ ਲਓ, ਤੁਹਾਨੂੰ ਪਤਾ ਵੀ ਨਹੀਂ ਹੋਊਗਾ ਵੀ ਮੇਰੇ ਕੋਲ ਫਲਾਣੀ ਚੀਜ਼ ਹੈ, ਜਦੋਂ ਤੱਕ ਉਹਦੀ ਮੈਨੂੰ ਲੋੜ ਨਹੀਂ ਪੈ ਰਹੀ, ਮਤਲਬ ਕੱਢਣ ਦੀ, ਵਰਤਣ ਦੀ, ਚਾਹੇ ਉਹ ਫ਼ੋਨ ਆ ਜਾਂ ਨਹੀਂ। ਜੇ ਉਹੀ ਚੀਜ਼ ਤੁਹਾਡੇ ਕੋਲ ਹੋਵੇ ਫਿਰ ਉਹ ਹੱਥ 'ਚ ਹੋਵੇ। ਇਹੀ ਚੀਜ਼ ਹੈ ਐਕਟਿੰਗ, ਇੰਪ੍ਰੈਸ਼ਨ। ਅਤੇ ਜਦੋਂ ਤੱਕ ਦੂਜਿਆਂ ਨੂੰ ਇੰਪ੍ਰੈਸ ਕਰਨ ਵਾਸਤੇ ਰਹੋਗੇ, ਤੁਸੀਂ ਮਾਲਿਕ ਨੂੰ ਇੰਪ੍ਰੈਸ ਨਹੀਂ ਕਰ ਸਕਦੇ, ਤੁਸੀਂ ਉਹਨਾਂ ਨੂੰ ਉਹ ਨਹੀਂ ਕਰ ਸਕਦੇ। ਬੇਵਕੂਫ ਨਾ ਬਣੋ, ਐਕਟਿੰਗ ਨਾ ਕਰੋ, ਆਪਦੀ ਅਸਲੀਅਤ 'ਚ ਰਹੋ। ਜੇ ਤੁਸੀਂ ਠੱਗ ਹੋ ਨਾ, ਠੱਗ ਬਣ ਕੇ ਵੀ ਬਖਸ਼ੇ ਜਾਓਗੇ, ਕਿਉਂਕਿ ਉਹਨੂੰ ਸੱਚਾਈ ਪਸੰਦ ਹੈ। ਉਹ ਇਹ ਨਹੀਂ ਕਹਿੰਦਾ ਵੀ ਤੁਸੀਂ ਕੁਛ ਹੋਰ ਬਣ ਜਾਓ, ਨਹੀਂ ਬਣਿਆ ਜਾਂਦਾ ਨਾ ਬਣੋ, ਜੋ ਤੁਸੀਂ ਉਹੀ ਰਹੋ ਅਤੇ ਉਹੀ ਦਿਖਾਓ, ਬਖਸ਼ੇ ਜਾਓਗੇ। ਪਰ ਜੋ ਤੁਸੀਂ ਹੈ ਨਹੀਂ ਉਹ ਦਿਖਾਓਗੇ, ਫਿਰ ਮੁਸ਼ਕਿਲ ਹੈ ਕੰਮ, ਫਿਰ ਔਖਾ ਹੋ ਜਾਂਦਾ ਹੈ। ਜਾਂ ਫਿਰ ਉਹ ਬਣੋ ਐਕਟਿੰਗ ਤੁਹਾਡੇ ਰਗ ਰਗ 'ਚ ਹੈ। ਐਕਟਰ ਤਾਂ ਫਿਰ ਵੀ ਸਟੇਜ ਤੋਂ ਥੱਲੇ ਉਤਰ ਜਾਂਦਾ। ਤੁਸੀਂ ਸੌਣ ਵੇਲੇ ਕਈ ਤਾਂ ਸੁਪਨਿਆਂ 'ਚ ਵੀ ਐਕਟਿੰਗ ਕਰੀ ਜਾਂਦੇ ਨੇ, ਮਤਲਬ 2-4 ਘੰਟੇ ਹੁੰਦੇ ਨੇ ਜਦੋਂ ਬੰਦਾ ਸੁਪਨਾ ਵੀ ਨਹੀਂ ਲੈਂਦਾ, ਉਦੋਂ ਠੀਕ ਹੈ, ਉਦੋਂ ਸਟੇਜ 'ਚ ਉਤਰੇ ਹੁੰਦੇ ਹੋ। 24 ਘੰਟੇ ਐਕਟਿੰਗ ਹੀ ਚੱਲਦੀ ਰਹਿੰਦੀ ਹੈ। ਐਕਟਿੰਗ ਹੀ ਹੈ ਦੂਜੇ ਨੂੰ ਇੰਪ੍ਰੈਸ ਕਰਨਾ ਕਿਸੇ ਵੀ ਤਰੀਕੇ ਨਾਲ, ਫ਼ੋਨ ਵਿੱਚ ਵੀ, ਕਿਤੇ ਜਾ ਰਹੇ ਹਾਂ ਉੱਥੇ। ਬਸ ਐਕਟਿੰਗ ਉਹਦੀ ਸ਼ੁਰੂ ਹੋ ਜਾਂਦੀ ਹੈ ਜਦੋਂ ਕੋਈ ਤੁਹਾਡੇ ਕਨੀ ਦੇਖ ਰਿਹਾ, ਉਹਦੀ ਐਕਟਿੰਗ ਸ਼ੁਰੂ ਐਂ ਹੋ ਜਾਂਦੀ ਹੈ। ਜਦੋਂ ਨਹੀਂ ਦੇਖ ਰਿਹਾ ਕੋਈ, ਜਾਂ ਤੁਹਾਡਾ ਧਿਆਨ ਨਹੀਂ ਗਾ ਉਹਨਾਂ ਕਨੀ, ਫਿਰ ਤੁਸੀਂ ਉਦੋਂ ਠੀਕ ਹੁੰਦੇ ਹੋ ਕੁਛ ਹੱਦ ਤੱਕ। ਪੂਰਨਤਾ ਤਾਂ ਨਹੀਂ, ਪੂਰਨਤਾ ਤਾਂ ਬਸ ਹੋਣ ਵਾਲੀ। ਜਦੋਂ ਵੀ ਤੁਹਾਨੂੰ ਲੱਗ ਗਿਆ ਵੀ ਹਾਂ ਕੋਈ ਬੰਦਾ ਮੇਰੇ ਕਨੀ ਦੇਖ ਰਿਹਾ, ਐਕਟਿੰਗ ਸ਼ੁਰੂ ਉਹਦੀ ਹੋ ਜਾਂਦੀ ਹੈ, ਉਹਦੀ ਚਾਲ ਢਾਲ ਬਦਲ ਜਾਂਦੇ ਨੇ ਚਿਹਰੇ 'ਤੇ। ਅਤੇ ਇਹ ਚੀਜ਼ ਤੋਂ ਸਭ ਤੋਂ ਜ਼ਿਆਦਾ ਨਫ਼ਰਤ ਆ ਉਹਨੂੰ। ਔਖਾ ਲੱਗਦਾ ਨਾ, ਕਿੰਨਾ ਔਖਾ ਕੰਮ ਹੈ ਇਹ, ਬਹੁਤ ਮੁਸ਼ਕਿਲ ਹੈ ਵੀ, ਐਵੇਂ ਦਾ ਬਹੁਤ ਔਖਾ। ਤਾਂ ਹੀ ਮੈਂ ਤੁਹਾਨੂੰ ਕਹਿਣਾ ਵੀ ਹਾਂ ਵੀ ਤੁਹਾਡੇ ਵਾਸਤੇ ਬਹੁਤ ਔਖਾ ਹੈ ਇਹ। ਤਾਂ ਹੀ ਮੈਂ ਕਹਿ ਰਿਹਾ ਵੀ ਅਰਬਾਂ ਸਾਲਾਂ 'ਚ ਕੋਈ ਮਿਲਦਾ ਹੈ, ਕਰੋੜਾਂ 'ਚ ਕੋਈ ਇੱਕ ਹੁੰਦਾ ਹੈ, ਅਤੇ ਉਹ ਵੀ ਆਪ ਨਹੀਂ ਕਰਦਾ। ਹੁਣ ਮੈਂ ਤੁਹਾਨੂੰ ਕਹਾਂ ਵੀ ਮੈਨੇ ਇਹ ਚੀਜ਼ ਕਰੀ ਹੈ, ਮੈਨੇ ਕਰੀ ਨਹੀਂ, ਇਹ ਹੋ ਗਈ, ਕਰੀ ਕੁਰੀ ਨਹੀਂ ਹੈਗੀ, ਹਫ਼ਤੇ ਆਪੇ ਹੋ ਗਈ। ਮਤਲਬ
ਬਸ ਇਹੀ ਹੋ ਗਈ, ਮੈਂ ਕਰੀ ਨਹੀਂ ਹੈਗੀ ਇਹ ਚੀਜ਼। ਮੈਂ ਤੁਹਾਨੂੰ ਹੁਣ ਤਾਂ ਦੱਸ ਪਾ ਰਿਹਾ ਕਿਉਂਕਿ ਇਹ ਐਕਸਪੀਰੀਅੰਸ ਨੇ ਮੇਰੇ, ਮੈਨੇ ਅਨੁਭਵ ਕਰੀਆਂ ਨੇ ਚੀਜ਼ਾਂ ਵੀ ਹਾਂ ਮਨ ਐਵੇਂ ਕਿ ਇਨਸਾਨ ਨੂੰ ਘੇਰਦਾ, ਮਾਇਆ ਐਵੇਂ ਕਰਦੀ ਹੈ। ਅਤੇ ਜੇ ਮੈਂ ਤੁਹਾਨੂੰ ਕਹਾਂ ਵੀ ਹਾਂ ਮੈਨੇ ਇਹ ਚੀਜ਼ਾਂ ਕਰੀਆਂ ਨੇ, ਉਹ ਹੋ ਗਈਆਂ ਆਪਦੇ ਆਪ। ਕਿਵੇਂ ਹੋ ਗਈ? ਜਿਵੇਂ ਛੋਟੀ ਜਿਹੀ ਐਗਜ਼ਾਮਪਲ ਆ, ਮਤਲਬ ਜਿਵੇਂ ਮੇਰੇ ਕੋਲ ਫ਼ੋਨ ਆ ਗਿਆ, ਮੈਂ ਫ਼ੋਨ ਨੂੰ ਭੁੱਲ ਜਾਂਦਾ ਸੀ ਜੇਬ 'ਚ, ਵੀ ਮੇਰੀ ਜੇਬ 'ਚ ਫ਼ੋਨ ਹੈ। ਕੋਈ ਮੈਨੂੰ ਹਾਂ ਵੀ ਤੇਰੇ ਕੋਲ ਫ਼ੋਨ ਹੈਗਾ, ਹਾਂ ਮੇਰੇ ਕੋਲ ਫ਼ੋਨ ਹੈਗਾ, ਸਮਝ ਗਿਆ ਕੀ ਆ, ਪਤਾ ਨਹੀਂ ਮਤਲਬ ਭੁੱਲ ਜਾਂਦਾ ਸੀਗਾ। ਕੌਣ ਭੁਲਾਉਂਦਾ ਤੀ ਉਹ? ਮਤਲਬ ਤੁਸੀਂ ਆਪਦੇ ਆਪ ਨਹੀਂ ਭੁੱਲ ਸਕਦੇ ਚੀਜ਼। ਅਤੇ ਜੇ ਹੋਰ ਕੋਈ ਚੀਜ਼ ਮਤਲਬ ਜਿਵੇਂ ਕੋਈ ਕਲਾਸ 'ਚ ਕੋਈ ਚੀਜ਼ ਚੱਲਦੀ ਹੈ, ਕੋਈ ਬੋਰਡ 'ਤੇ ਕੋਈ ਚੀਜ਼ ਚੱਲਦੀ ਹੈ, ਤੈਨੂੰ ਮਤਲਬ ਵੀ ਜਿਵੇਂ ਟੀਚਰ ਪੁੱਛ ਰਿਹਾ ਵੀ ਆਉਂਦਾ, ਤਾਂ ਮਤਲਬ ਪਹਿਲਾਂ ਤਾਂ ਉੱਥੇ ਧਿਆਨ ਹੀ ਨਹੀਂ ਆਏਗਾ, ਮਤਲਬ ਧਿਆਨ ਨਹੀਂ ਹੋਰ ਕਿਧਰੇ, ਤਾਂ ਵੀ ਹਾਂ ਆਉਂਦਾ ਹੈ, ਠੀਕ ਹੈ, ਪਰ ਫਿਰ ਉਹ ਸ਼ੋਅ ਨਹੀਂ ਕਰਨਾ। ਪਰ ਕਈ ਵਾਰੀ ਜਦੋਂ ਨਾ ਹੋ ਜੇ ਵੀ ਹਾਂ, ਫਿਰ ਟੀਚਰ ਦੇ ਸਵਾਲ 'ਚ ਵੀ ਗਲਤੀ ਕੱਢੀ ਨੇ ਬਥੇਰੀ ਵਾਰੀ ਵੀ ਇਹ ਸਵਾਲ ਹੀ ਗਲਤ ਹੈ, ਐਂ ਵੀ ਹੋ ਜਾਂਦਾ। ਮਤਲਬ ਜਿੱਥੇ ਜ਼ਰੂਰਤ ਹੈ, ਕਈ ਵਾਰੀ ਦੇਖੋ ਬੇਵਕੂਫ ਬਣਨ 'ਚ ਇੰਨੇ ਜ਼ਿਆਦਾ ਨਜ਼ਾਰੇ ਨੇ ਨਾ, ਤੁਸੀਂ ਸੋਚ ਵੀ ਨਹੀਂ ਸਕਦੇ। ਹੁਸ਼ਿਆਰ ਬਣਨ ਨਾਲੋਂ ਬੇਵਕੂਫ ਬਣਨ 'ਚ ਵੱਧ ਨਜ਼ਾਰੇ ਨੇ। ਬੇਵਕੂਫ ਬਣਨ 'ਚ ਤੁਹਾਨੂੰ ਕੀ ਕਰਨਾ, ਤੁਸੀਂ ਬਸ ਚੁੱਪ ਕਰਕੇ ਸੁਣਨਾ, ਕੁਛ ਵੀ ਨਹੀਂ ਕਰਨਾ, ਤੁਹਾਨੂੰ ਕੁਛ ਕਰਨ ਦੀ ਜ਼ਰੂਰਤ ਹੀ ਨਹੀਂ। ਜਦੋਂ ਤੁਸੀਂ ਹੁਸ਼ਿਆਰ ਬਣਨਾ ਫਿਰ ਤੁਹਾਨੂੰ ਬੋਲਣਾ ਪਊਗਾ, ਮੱਥਾ ਪੱਚੀ ਕਰਨੀ ਪਊਗੀ, ਹੈ ਨਾ, 100 ਦਲੀਲਾਂ ਦੇਣੀਆਂ ਪੈਣਗੀਆਂ, ਕਿੰਨਾ ਪੰਗਾ। ਅਤੇ ਮੰਨਣਾ ਅਗਲੇ ਨੇ ਫਿਰ ਵੀ ਨਹੀਂ। ਸਾਰਿਆਂ ਦੇ ਆਪਦੀ ਬੁੱਧੀ ਹੈ, ਮਤਲਬ ਮੰਨਣਾ ਤਾਂ ਹੈ ਨਹੀਂ, ਉਹ ਤਾਂ ਮਾਲਕ ਨੇ ਜਦੋਂ ਚਾਹਿਆ ਉਦੋਂ ਅਲੱਗ ਗੱਲ ਹੈ। ਤਾਂ ਫਿਰ ਬੇਵਕੂਫ ਬਣਨ 'ਚ ਕਿੰਨੇ ਨਜ਼ਾਰੇ ਨੇ, ਕੋਈ ਟੈਨਸ਼ਨ ਹੀ ਨਹੀਂ ਹੈਗੀ ਤੁਹਾਨੂੰ, ਮਤਲਬ ਬਸ ਠੀਕ ਹੈ। ਨਹੀਂ ਤੁਸੀਂ ਫਿਰ ਸੋਚੀ ਜਾਓਗੇ ਸਾਰੀ ਰਾਤ ਵੀ ਯਾਰ ਉਹਨੇ ਮੇਰੀ ਗੱਲ ਨਹੀਂ ਮੰਨੀ, ਉਹਨੇ ਐਂ ਨਹੀਂ ਕਰਿਆ, ਉਹ ਊਰਜਾ ਜਾ ਰਹੀ ਹੈ ਤੁਹਾਡੀ। ਕਿਤੇ ਜੇ ਤੁਸੀਂ ਬੇਵਕੂਫ ਬਣੇ ਹੁੰਦੇ ਵੀ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ, ਨਜ਼ਾਰੇ ਨਾਲ ਸੁਣਦੇ। ਇਹ ਚੀਜ਼ ਨੂੰ ਕਿੱਥੇ ਕਿੱਥੇ ਲਾ ਸਕਦੇ ਹਾਂ ਅਸੀਂ। ਜਿਵੇਂ ਲੜਾਈ ਪੈ ਰਹੀ ਹੈ, ਤੁਸੀਂ ਇਹਦੇ ਨਾਲ ਲੜੋਗੇ, ਬੋਲੋਗੇ, ਗਾਲਾਂ ਕੱਢੋਗੇ, ਸੁਣੋਗੇ, 4-5 ਦਿਨ ਗਏ। ਪਰ ਜੇ ਤੁਸੀਂ ਉਦੋਂ ਬੇਵਕੂਫ ਬਣ ਜਾਓ, ਬੇਵਕੂਫ ਮਤਲਬ ਚੁੱਪ ਕਰਕੇ ਆ ਜਾਓ ਵੀ ਯਾਰ ਛੱਡ, ਪਤਾ ਨਹੀਂ ਯਾਰ ਕੀ ਚੱਕਰ ਦੀ ਆ, ਫਿਰ ਸੋ ਜਾਓਗੇ ਆ ਕੇ, ਠੀਕ ਹੈ, ਬਸ ਕੁਛ ਵੀ ਨਹੀਂ ਹੋਇਆ। ਪਰ ਜੇ ਉੱਥੇ ਅਕਲ ਚਲਾਓਗੇ ਆਪਦੀ, ਮੈਂ ਫਲਾਣਾ, ਮੈਂ ਐਂ ਕਰ ਦੂੰ, ਮੈਂ ਉਹ ਕਰ ਦੂੰ, ਅਗਲਾ ਇਹ ਹੁਸ਼ਿਆਰੀ ਹੋ ਗਈ। ਇਹ 20-25 ਦਿਨ ਖਤਮ ਨੇ ਬਸ। ਫਿਰ ਜੇ ਕੋਈ ਹੋਰ ਚੀਜ਼ ਹੋ ਜਾਂਦੀ ਹੈ ਫਿਰ ਤਾਂ ਜ਼ਿੰਦਗੀ ਉਹ ਖਤਮ ਹੈ, ਜੇਲ੍ਹਾਂ 'ਚ ਲੰਘਦੀਆਂ ਨੇ ਫਿਰ। ਮਤਲਬ ਇਹ ਐਗਜ਼ਾਮਪਲ ਹੈ ਇਹਦੀ, ਇਹਨੂੰ ਬਾਕੀ ਚੀਜ਼ਾਂ ਨਾਲ ਰਿਲੇਟ ਕਰਕੇ ਦੇਖ ਲਓ। ਬੇਵਕੂਫ ਬਣਨ 'ਚ ਬਹੁਤ ਜ਼ਿਆਦਾ ਨਜ਼ਾਰੇ ਨੇ। ਦੂਜਿਆਂ ਨੂੰ ਇੰਪਰੈਸ ਕਰਨ ਦਾ ਉਹ ਨਾ ਕਰੋ, ਚਾਹੇ ਉਹ ਟੀਚਰ ਵੀ ਕਿਉਂ ਨਾ ਹੋਵੇ, ਕਿਉਂਕਿ ਜਦੋਂ ਹੀ ਤੁਸੀਂ ਇੰਪਰੈਸ ਕਰਨ ਦੀ ਕੋਸ਼ਿਸ਼ ਕਰੋਗੇ, ਜਾਂ ਤੁਸੀਂ ਕਰਤਾ, ਜਾਂ ਟੀਚਰ ਹੋਵੇ ਚਾਹੇ ਕੋਈ ਵੀ ਹੋਵੇ, ਉਹਦੀ ਤੁਸੀਂ ਦੁਨੀਆ ਦੀ ਨਿਗਾਹ 'ਚ ਚੜ੍ਹ ਜਾਓਗੇ। ਜੇ ਤੁਸੀਂ ਦੁਨੀਆ ਦੀ ਨਿਗਾਹ 'ਚ ਚੜ੍ਹ ਗਏ, ਉਹਦੇ ਅੰਦਰ ਹੰਕਾਰ ਪੈਦਾ ਹੋ ਜਾਊਗਾ, ਉਹਦੀ ਸੁਣਾਇਆ ਜਾਊਗਾ ਵੀ ਹਾਂ ਵੀ ਮੈਂ ਕੋਈ ਚੀਜ਼ ਹਾਂ। ਬਸ ਜਦੋਂ ਇਹ ਚੀਜ਼ ਅੰਦਰ ਆ ਗਈ, ਖਤਮ, ਜ਼ੀਰੋ। ਤਾਂ ਫਿਰ ਬੇਵਕੂਫ ਬਣਨਾ ਫਾਇਦੇ 'ਚ ਹੋਇਆ, ਬਿਨਾਂ ਤਾਂ ਤੁਹਾਡੇ ਬਾਰੇ ਕਿਸੇ ਨੂੰ ਪਤਾ ਲੱਗੇ ਵੀ ਕੌਣ ਹੈ ਇਹ, ਚਾਹੇ ਤੁਸੀਂ ਉਹਨਾਂ ਦੇ ਉਸਤਾਦ ਕਿਉਂ ਨਾ ਹੋ, ਪਰ ਤੁਹਾਨੂੰ ਬੇਵਕੂਫ ਸਮਝਣਾ। ਫਿਰ ਦੇਖਣੇ ਯਾਰ, ਨਾ ਫਿਰ ਕਿਸੇ ਨਾਲ ਮੱਥਾ ਪਿੱਛੀ ਕਰਨ ਦੀ ਲੋੜ ਹੈ। ਇਹ ਚੀਜ਼ ਤੋਂ ਮੈਨੇ ਬਹੁਤ ਕੰਮ ਲਿਆ। ਕਿਵੇਂ? ਜਿਵੇਂ ਵੀ ਹਾਂ ਠੀਕ ਹੈ, ਜਿਵੇਂ ਪੇਪਰ ਆ ਗਏ ਲਾ ਲਓ, ਪਹਿਲੀ ਗੱਲ ਤਾਂ ਮਤਲਬ ਕਾਲਜ ਹੀ ਨਹੀਂ ਜਾਣਾ, ਕਦੇ ਮਹੀਨੇ 'ਚ 1 ਦਿਨ, 2 ਦਿਨ, 4 ਦਿਨ ਬਸ ਮੈਕਸੀਮਮ। ਫਿਰ ਟੀਚਰ ਦੇ ਸਾਹਮਣੇ ਵੀ ਬੇਵਕੂਫ ਜਮੀ, ਵੀ ਇਹਨੂੰ ਕੁਛ ਨਹੀਂ ਮਤਲਬ ਪਤਾ। ਇਹਦੇ ਕੀ ਫਾਇਦੇ ਹੋਏ? ਤੁਸੀਂ ਆਰਾਮ ਨਾਲ ਪੇਪਰ ਕਰ ਸਕਦੇ ਹੋ, ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ, ਸਮਝ ਗਏ? ਨਹੀਂ ਕਾਲਜਾਂ 'ਚ ਕੀ ਹੁੰਦਾ, ਸਾਰਾ ਸਮਾਂ ਉਹ 'ਚ ਖਰਾਬ ਹੋ ਜਾਂਦਾ, ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ, ਨਜ਼ਾਰੇ ਨਾਲ। ਅਤੇ ਇਹਦੇ ਹੋਰ ਵੀ ਫਾਇਦਾ, ਜੇ ਤੁਹਾਨੂੰ ਨਹੀਂ ਵੀ ਆਉਂਦਾ ਫਿਰ ਤੁਸੀਂ ਪਰਚੀਆਂ ਲੈ ਜਾਓ, ਮਤਲਬ ਲੈ ਜਾਂਦੇ ਨੇ। ਹੁਣ ਟੀਚਰ ਨੂੰ ਪਤਾ ਹੁੰਦਾ ਵੀ ਇਹਨੂੰ ਕੁਛ ਨਹੀਂ ਆਉਂਦਾ ਹੈਗਾ, ਬਾਈ ਇਹਦੇ ਕੋਲ ਕੀ ਹੈ, ਨਾ ਉਹਨੇ ਤੁਹਾਨੂੰ ਐਂ ਕਹਿਣਾ ਵੀ ਇਹਨੂੰ ਕਰਾ ਦੀ। ਕਈ ਟੀਚਰ ਵੀ ਐਵੇਂ ਕਰਦੇ ਨੇ, ਮਤਲਬ ਤੁਹਾਨੂੰ ਕੋਈ ਛੇੜਨ ਵਾਲਾ ਹੈ ਹੀ ਨਹੀਂ ਕਿਸੇ ਵੀ ਪਾਸੇ, ਜੇ ਤੁਸੀਂ ਬੇਵਕੂਫ ਹੋ। ਜੇ ਤੁਸੀਂ ਹੁਸ਼ਿਆਰੀ ਦਿਖਾਈ ਆਪਦੀ, ਫਿਰ ਤੁਹਾਨੂੰ ਟੀਚਰ ਵੀ ਐਂ ਕਹਿ ਦੂਗਾ ਯਾਰ ਉਹਨੇ ਕਰਿਆ ਹੋਣਾ, ਉਹਨੂੰ ਪੁੱਛੋ। ਤੁਹਾਡਾ ਸਮਾਂ ਗਿਆ, ਐਵੇਂ ਬਾਕੀ ਚੀਜ਼ਾਂ ਨਾਲ ਜੋੜ ਦਿਓ ਉਹਨੂੰ, ਸਾਰੀ ਜ਼ਿੰਦਗੀ 'ਚ ਐਵੇਂ ਹੁੰਦਾ ਹੈ।
ਤਾਂ ਦੇਖੋ ਇਹ ਚੀਜ਼ ਹੈ, ਮਤਲਬ ਮਨ ਇੰਨਾ ਡੂੰਘਾ ਹੈ। ਇਹ ਤਾਂ ਸਿਰਫ ਉਹ ਚੀਜ਼ ਹੈ ਜਿੰਨੀ ਕੁ ਥੋੜ੍ਹੀ ਬਹੁਤੀ ਸਮਝਾਈ ਜਾ ਸਕਦੀ ਹੈ, 1-2%। ਇਹ ਚੀਜ਼ਾਂ ਵੀ ਸ਼ਬਦ ਮਤਲਬ ਮਾਲਕ ਨੇ ਮਤਲਬ ਪਤਾ ਨਹੀਂ ਕਿਉਂ ਮੇਰੇ ਥਰੂ ਇਹ ਚੀਜ਼ਾਂ ਖੋਲ੍ਹਦੇ ਰਹਿੰਦੇ ਨੇ। ਉਹ ਮਤਲਬ ਜ਼ੁਬਾਨ ਹੈ, ਮਤਲਬ ਵੀ ਜਿੰਨੇ ਸੰਤ ਹੋਏ ਨੇ ਦੁਨੀਆ 'ਚ ਜਾਂ ਹਾਲੇ 400 ਸਾਲਾਂ ਤੱਕ ਹੋਣਗੇ, ਕੋਈ ਇੰਨੀ ਗੱਲ ਨਹੀਂ ਖੋਲੂਗਾ ਜਿੰਨੇ ਮੈਨੂੰ ਖੋਲ੍ਹਤੀ। ਮਤਲਬ ਇੰਨੀ ਡਿਟੇਲ 'ਚ ਨਹੀਂ ਮਨ ਨੂੰ ਖੋਲ੍ਹ ਕੇ ਦੱਸੂਗਾ ਵੀ ਮਨ ਐਵੇਂ ਕੰਮ ਕਰਦਾ, ਜਾਂ ਮਾਇਆ ਐਵੇਂ ਕੰਮ ਕਰਦੀ, ਜਾਂ ਮਾਲਕ ਐਵੇਂ ਹੈ, ਜਾਂ ਉਹਨੂੰ ਐਵੇਂ ਮਿਲਿਆ ਜਾ ਸਕਦਾ। 500 ਸਾਲਾਂ ਬਾਅਦ ਤਾਂ ਜ਼ਰੂਰ ਐਵੇਂ ਦੱਸਣਗੇ ਸੰਤ ਅੱਗੇ ਜਾ ਕੇ। ਹੁਣ ਤਾਂ ਸਿਰਫ ਹਿੰਟ ਦਿੰਦੇ ਨੇ ਇਹ ਤਾਂ ਤੁਸੀਂ ਦੇਖੋ ਮਤਲਬ ਵੀ ਇਹ ਸਿਰਫ ਹਲੇ ਵੀ ਮੈਂ ਐਵੇਂ ਕਹਿ ਰਿਹਾ ਵੀ ਸਿਰਫ 1 ਜਾਂ 2% ਹੈ ਇਹ ਮਨ ਦਾ। ਮਤਲਬ ਵੀ ਮਨ ਨੂੰ ਇੰਨਾ ਕੁ ਸਮਝਾਵਾਂ ਜੇ ਤਾਂ 1 ਜਾਂ 2% ਹੈ। ਤਾਂ ਫਿਰ ਜਿਹੜਾ 98% ਪਿਆ ਹੈ ਉਹ ਦੇਖੋ ਫਿਰ ਕੀ ਹੋਊਗਾ, ਉਹ ਕਿੰਨਾ ਡੂੰਘਾ ਰਮਿਆ ਹੋਇਆ ਹੋਊਗਾ ਉਹ। ਜੇ ਤੁਸੀਂ ਇਹ 2% ਨੂੰ ਜਾਂ 1% ਨੂੰ ਨਹੀਂ ਰੋਕ ਸਕਦੇ, ਰੋਕਣਾ ਤਾਂ ਮਾਰੋ ਗੋਲੀ। ਤੁਹਾਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਮਨ ਹੈ, ਤੁਹਾਨੂੰ ਲੱਗਦਾ ਵੀ ਨਾ ਮਨ ਤਾਂ ਮੇਰੇ ਕਾਬੂ 'ਚ ਹੈ। ਤੁਹਾਡੇ 'ਚ ਲੱਗਦਾ ਨਾ ਕਈਆਂ ਨੂੰ ਇਹ ਵੀ ਮਨ ਕਾਬੂ 'ਚ ਹੈ, ਲੱਗਦਾ ਨਾ। ਦੇਖ ਫਿਰ ਹੁਣ ਦੇਖੋ ਕਿੱਥੇ ਕਾਬੂ 'ਚ। ਥੋੜ੍ਹੀ ਤਾਂ ਬੱਕਰੀ ਬਣਾ ਰਹੀ ਉਹਨੇ। ਸਾਨੂੰ ਪਤਾ ਵੀ ਨਹੀਂ ਹੈਗਾ ਵੀ ਮਨ ਕੌਣ ਹੈ, ਵੀ ਮਨ ਕਿਵੇਂ ਕੰਮ ਕਰਦਾ। ਹੋ ਜਿਹੜੇ ਉੱਡ ਗਏ ਨਾ ਥੋੜ੍ਹੇ ਜਿਹੇ, ਕਈਆਂ ਨੂੰ ਲੱਗਦਾ ਵੀ ਮਨ ਕਾਬੂ 'ਚ ਸਾਡੇ 'ਚ, ਅਸੀਂ ਕਰ ਸਕਦੇ ਹਾਂ ਕੰਟਰੋਲ। ਹੁਣ ਭੁਲੇਖਾ ਹੋ ਗਿਆ ਦੂਰ। ਇਹ ਸਿਰਫ 1-2% ਹੈ ਜਿਹੜਾ ਪਾਲਾ ਇਹਦੇ ਨਾਲ ਅੱਗੇ ਜਾ ਕੇ ਪੈਂਦਾ ਨਾ। ਤਾਂ ਹੀ ਫਿਰ ਉਹਨਾਂ ਨੇ ਬਾਣੀ 'ਚੋਂ ਹੀ ਨਹੀਂ ਲਿਖਿਆ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪਰਜਾ ਕੱਟ ਮਰੇ ਕਬੂ ਨਾ ਛੱਡ ਕੇ। ਵੀ ਸੂਰਮਾ ਉਹ ਮਨ ਨਾਲ ਲੜਾਈ ਕਰਨ ਵਾਲੇ ਯੋਧੇ ਨੇ। ਉਹ ਅਸਲ 'ਚ ਉਹ ਯੋਧੇ ਨੇ ਜਿਨ੍ਹਾਂ ਨੇ ਮਨ ਨੂੰ ਅਰਪਣ ਕਰਿਆ। ਮਨ ਨੂੰ ਸਮਝਣਾ ਬਹੁਤ ਮੁਸ਼ਕਿਲ ਦੀ ਉਹ ਹੈ। ਜਿਨ੍ਹਾਂ ਨੇ ਹੱਥ ਉਚਾਰ ਕਰੇ ਨੇ ਇਹਦੇ ਨਾਲ, ਕਿਸੇ ਨੂੰ ਮੁੱਕੀਆਂ ਖਾਧੀਆਂ ਨੇ ਅਤੇ ਲਾਈਆਂ ਵੀ ਨੇ, ਉਹਨਾਂ ਨੂੰ ਪਤਾ ਬਸ ਇਹਦਾ, ਹੋਰ ਕਿਸੇ ਨੂੰ ਨਹੀਂ ਪਤਾ। ਉਹ ਦੱਸ ਵੀ ਸਿਰਫ ਓਨਾ ਕੁ ਸਕਦੇ ਨੇ, 1 ਜਾਂ 2%। ਉਦੋਂ ਅੱਗੇ ਨਹੀਂ ਦੱਸ ਸਕਦੇ, ਜ਼ੁਬਾਨ 'ਚ ਨਹੀਂ ਆਉਂਦਾ। ਮਤਲਬ ਉਹ ਦੱਸਣ ਨੂੰ ਤਾਂ ਦੱਸਿਆ ਜਾਵੇ ਪਰ ਲਫ਼ਜ਼ ਨਹੀਂ ਹੈਗੇ ਉਹ ਚੀਜ਼ ਵਾਸਤੇ ਵੀ ਮਨ ਅਸਲ 'ਚ ਕੀ ਚੀਜ਼ ਹੈ। ਤਾਂ ਸੂਰਮੇ ਬਹਾਦਰਾਂ ਦਾ ਕੰਮ ਹੈ ਇਹ, ਬੇਵਕੂਫਾਂ ਦਾ ਕੰਮ ਨਹੀਂ ਹੈਗਾ। ਤਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਮਨ ਨੂੰ ਤੁਸੀਂ ਰੋਕ ਤਾਂ ਨਹੀਂ ਸਕਦੇ। ਦੇਖੋ ਇਹ ਤੁਸੀਂ ਚਾਹੇ ਆਪਦੇ ਅੰਦਰ ਭੁਲੇਖਾ ਰੱਖੋ, ਮੈਂ ਤੁਹਾਨੂੰ ਬੇਵਕੂਫ ਨਹੀਂ ਬਣਾਉਣਾ ਚਾਹੁੰਦਾ, ਮੈਂ ਸਿੱਧੀ ਗੱਲ ਕਰਦਾ। ਤੁਹਾਡੇ ਪਾਸ ਦਾ ਰੋਗ ਨਹੀਂ ਹੈਗਾ ਇਹ ਮਨ ਨੂੰ ਰੋਕਣਾ। ਮਾਲਿਕ ਨੂੰ ਮਿਲਣ ਦਾ ਹੱਕ ਸਾਰਿਆਂ ਨੂੰ ਹੈ। ਐਵੇਂ ਨਹੀਂ ਹੈਗਾ ਵੀ ਤੁਸੀਂ ਮਿਲ ਨਹੀਂ ਸਕਦੇ, ਮਿਲ ਸਕਦੇ ਹੋ, ਕੋਈ ਉਹ ਨਹੀਂ ਹੈਗਾ। ਮਿਹਨਤ ਹੈ, ਮੁਹੱਬਤ ਹੈ, ਮਿਲ ਸਕਦੇ ਹੋ। ਪਰ ਜੇ ਤੁਸੀਂ ਇਹ ਸੋਚਦੇ ਵੀ ਤੁਸੀਂ ਮਨ ਨੂੰ ਰੋਕ ਲਓਗੇ, ਸਵਾਲ ਹੀ ਬਦਲ ਨਹੀਂ ਹੁੰਦਾ। ਮਨ ਨੂੰ ਰੋਕਣ ਵਾਸਤੇ ਪਹਿਲਾਂ ਇਹਨੂੰ ਸਮਝਣਾ ਜ਼ਰੂਰੀ ਹੈ, ਅਤੇ ਸਮਝਣ ਵਾਸਤੇ ਤੁਹਾਡੇ ਕੋਲ ਅਕਲ ਹੋਣੀ ਚਾਹੀਦੀ ਹੈ। ਤੁਸੀਂ ਆਪ ਹੀ ਇਹਦੇ ਹੱਥੋਂ ਬੇਵਕੂਫ ਬਣਦੇ ਰਹਿੰਦੇ ਹੋ। ਤੁਹਾਨੂੰ ਪਤਾ ਹੁੰਦਾ ਵੀ ਇਹ ਮਨ ਕਰ ਰਿਹਾ, ਫਿਰ ਵੀ ਬੇਵਕੂਫ ਬਣ ਜਾਣਾ। ਮਨ ਨੂੰ ਸਿਰਫ ਮਾਲਿਕ ਹੀ ਕਾਬੂ ਕਰ ਸਕਦੇ ਨੇ, ਉਹ ਤੁਹਾਨੂੰ ਅੰਦਰ ਮਿਲੂਗਾ, ਬਾਹਰ ਨਹੀਂ। ਅਤੇ ਉੱਥੇ ਤੱਕ ਤੁਹਾਨੂੰ ਇਹਨੂੰ ਪਹਿਲਾਂ ਲੈ ਕੇ ਜਾਣਾ ਪਊਗਾ। ਉਹ ਕਿਵੇਂ ਜਾਊਗਾ? ਦਿਲ ਦੀ ਸਫਾਈ ਨਾਲ। ਜੇ ਦਿਲ ਦੀ ਸਫਾਈ ਨਹੀਂ ਹੈਗੀ, ਚਾਹੇ ਤੁਸੀਂ ਦਿਨ 'ਚ 10 ਘੰਟੇ ਅਭਿਆਸ ਕਰੋ, 20 ਕਰੋ, ਕੁਝ ਨਹੀਂ ਹੋਣ ਲੱਗਿਆ। ਮਾਲਿਕ ਦਾ ਮਤਲਬ ਦੁਨੀਆ 'ਚ ਕਾਮਯਾਬ ਹੋ ਜਾਓਗੇ। ਜੋ ਚੀਜ਼ ਜਿਹੜੇ ਕੰਮ ਨੂੰ ਹੱਥ ਪਾਓਗੇ ਉਹ ਸੋਨਾ ਬਣ ਜਾਊਗਾ। ਹੋਰ ਕੀ ਹੈ? ਵੱਧ ਤੋਂ ਵੱਧ ਅਰਬਾਂਪਤੀ ਹੋ ਜਾਓਗੇ। 100 ਕਿੱਲਾ ਲੈ ਲਓਗੇ, 200 ਲੈ ਲਓਗੇ, 1000 ਲੈ ਲਓਗੇ, ਅੰਬਾਨੀ ਬਣ ਜਾਓਗੇ। ਬਸ ਮਾਲਿਕ ਨਹੀਂ ਮਿਲ ਸਕਦਾ। ਪੈਸਾ ਕਮਾਉਣਾ ਤਾਂ ਚੁਟਕੀ ਦਾ ਕੰਮ ਹੈ। 1 ਸਾਲ ਅਭਿਆਸ ਕਰੋ, ਉਦੋਂ ਬਾਅਦ 'ਚ ਕੋਈ ਕੰਮ ਛੇੜ ਲਓ, ਲੱਖਾਂਪਤੀ ਹੋ ਜਾਓਗੇ। ਕੁਛ ਕਰਨ ਦੀ ਲੋੜ ਨਹੀਂ ਹੈਗੀ। ਪਰ ਜੇ ਮਾਲਿਕ ਨੂੰ ਮਿਲਣਾ ਤਾਂ ਫਿਰ ਪਲ ਪਲ ਕੁਰਬਾਨੀ ਹੈ। ਤੁਸੀਂ ਆਪਦੀ
ਮਰਜ਼ੀ ਨਹੀਂ ਚਲਾ ਸਕਦੇ। ਮਰਜ਼ੀ ਹੁੰਦੀ ਹੋਣੀ ਅਸਲ 'ਚ, ਪਰ ਐਂ ਫਿਰ ਵੀ ਇਹ ਸਮਝਾਉਣ ਦੀ ਗੱਲ ਹੈ ਵੀ ਚਲਾ ਨਹੀਂ ਸਕਦੇ ਤੁਸੀਂ ਮਰਜ਼ੀ। ਕਈ ਮੈਨੂੰ ਕਹਿ ਦਿੰਦੇ ਵੀ ਮਾਲਿਕ ਨੂੰ ਐਂ ਕਹਿ ਦਿਓ, ਮਾਲਿਕ ਨੂੰ ਐਂ ਕਹਿ ਦਿਓ। ਫਿਰ ਮੈਂ ਉਹਨਾਂ ਦਾ ਦਿਲ ਰੱਖਣ ਵਾਸਤੇ ਕਹਿ ਦੇਣਾ ਵੀ ਹਾਂ ਠੀਕ ਹੈ। ਪਰ ਜਦੋਂ ਸਾਹਮਣੇ ਜਾਂਦੇ ਹਾਂ ਉੱਥੇ ਬੋਲੇ ਹੀ ਨਹੀਂ ਜਾਂਦਾ। ਕੀ ਮਤਲਬ ਕੀ ਬੋਲੋਗੇ ਤੁਸੀਂ ਉਹਨੂੰ? ਉੱਥੇ ਬੋਲਦੀਆਂ ਬੰਦ ਹੋ ਜਾਂਦੀਆਂ। ਕਿਵੇਂ ਬੋਲਦੀ ਬੰਦ ਹੁੰਦੀ ਹੈ? ਕਿਸੇ 10 ਕੁ ਸਾਲ ਦੇ ਬੱਚੇ ਨੂੰ ਤੁਸੀਂ ਜਦੋਂ ਤੁਸੀਂ ਗੁਲਾਬ ਦਿਖਾਓਗੇ ਉਹਨੂੰ ਤਾਂ ਉਹਦੀ ਖੁਸ਼ਬੂ ਸੰਘਾਓਗੇ, ਜਿਵੇਂ ਉਹ ਨਹੀਂ ਹੁੰਦਾ ਵੀ ਮੂੰਹ ਅੱਡਿਆ ਰਹਿ ਜਾਂਦਾ, ਜਿਵੇਂ ਨਾ ਤਾਂ ਉਹ ਐਂ ਕਹਿਣ ਜੋਗਾ ਹੁੰਦਾ ਵੀ ਇਹ ਸੋਹਣਾ ਜਾਂ ਹਾਂ ਵੀ ਹਾਂ। ਤਾਂ ਇਹ ਹਾਲਤ ਹੈ ਜਦੋਂ ਉਹਨੂੰ ਦੇਖਦਾ ਇਨਸਾਨ, ਬਸ ਉੱਥੇ ਖਤਮ ਹੋ ਜਾਂਦਾ। ਇਸ ਚੀਜ਼ 'ਤੇ ਮੈਂ ਹਮੇਸ਼ਾ ਕਹਿੰਦਾ ਵੀ ਆਸ਼ਿਕ ਜਿਸ ਪਲ ਪੈਦਾ ਹੁੰਦੇ ਉਸੇ ਪਲ ਮਰ ਜਾਂਦੇ ਉਹਨੂੰ ਦੇਖ ਕੇ। ਆਸ਼ਿਕ ਬਣੇ ਕਦੋਂ? ਜਦੋਂ ਮਹਿਬੂਬ ਮਿਲਿਆ। ਆਸ਼ਕੀ ਬਣੇ ਹੀ ਉਦੋਂ ਨਾ ਜਦੋਂ ਕੋਈ ਚੀਜ਼ ਹੀ ਨਹੀਂ ਹੈਗੀ ਤੁਹਾਨੂੰ ਆਸ਼ਕੀ ਕਰਨ ਨੂੰ, ਤੁਸੀਂ ਆਸ਼ਕ ਬਣੀ ਨਹੀਂ ਹੈਗੇ। ਜਦੋਂ ਕੋਈ ਚੀਜ਼ ਆਹ ਚੀਜ਼ ਮੈਨੇ ਸਾਹਮਣੇ ਰੱਖੀ ਦੀ ਇਹਦੇ ਨਾਲ ਆਸ਼ਕੀ ਕਰੋ, ਤਾਂ ਫਿਰ ਆਸ਼ਕੀ ਜਦੋਂ ਇਹ ਹੈਗੀ ਹੈ ਤਾਂ ਹੀ ਸ਼ੁਰੂ ਹੋਈ। ਜੇ ਇਹ ਚੀਜ਼ ਹੈ ਹੀ ਨਹੀਂ ਕਿਹਦੇ ਨਾਲ ਆਸ਼ਕੀ ਕਰ ਰਹੇ ਹੋ? ਹੈ ਨਹੀਂ। ਤਾਂ ਫਿਰ ਆਸ਼ਕ ਜਿਸ ਪਲ ਪੈਦਾ ਹੋਏ, ਕਿਹੜੇ ਪਲ ਪੈਦਾ ਹੋਏ ਉਹ? ਜਦੋਂ ਆਹ ਚੀਜ਼ ਆਈ, ਮਤਲਬ ਜਦੋਂ ਨੂਰੀ ਸਰੂਪ ਆਇਆ, ਹੈ ਨਾ। ਆਸ਼ਿਕ ਜਿਸ ਪਲ ਪੈਦਾ ਹੁੰਦੇ ਉਸੇ ਪਲ ਮਰ ਜਾਂਦੇ ਉਹਨੂੰ ਦੇਖ ਕੇ। ਮਤਲਬ ਜਿਹੜੇ ਟਾਈਮ ਜੰਮੇ ਉਸੇ ਟਾਈਮ ਖਤਮ। ਤਾਂ ਜਿਹੜੀ ਚੀਜ਼ ਖਤਮ ਹੋ ਗਈ ਉਹ ਕੀ ਬੋਲੂਗੀ ਜਾਂ ਕੀ ਆਪਦੀ ਮਰਜ਼ੀ ਠੋਕੂਗੀ ਉਹ? ਇਸੇ ਤੋਂ ਲਫ਼ਜ਼ ਬਣਿਆ ਸੀਗਾ ਮੁਰੀਦ, ਮੁਰਦਾ। ਜਿਹੜਾ ਬੰਦਾ ਮਰ ਗਿਆ ਉਹਨੂੰ ਕੀ ਚੱਕਰ ਹੈ? ਉਹ ਤਾਂ ਤੁਸੀਂ ਕੱਪੜਾ ਪਾਓ ਨਾ ਪਾਓ, ਰੋਟੀ ਦਿਓ ਨਾ ਦਿਓ, ਨਵਾਓ ਨਾ ਨਵਾਓ, ਉਹ ਕੀ ਕਰਾਂ? ਉਹਨਾਂ ਦਾ ਖਤਮ ਹੋ ਗਿਆ। ਇਹ ਮੁਰੀਦਾਂ ਦਾ ਹਾਲ ਹੁੰਦਾ। ਉਸਨੂੰ ਇਹ ਨਹੀਂ ਕਹੂਗਾ ਵੀ ਹਾਂ ਇਹ 'ਚ ਲੂਣ ਘੱਟ ਹੈ, ਉਹ ਤਾਂ ਮਰਿਆ ਕਬਰ 'ਚ। ਜੋ ਐਂ ਕਹਿ ਰਿਹਾ ਫਿਰ ਉਹ ਮੁਰੀਦ ਵੀ ਨਹੀਂ ਹੋਇਆ ਹਾਲੇ। ਮਤਲਬ ਇਹ ਮਨ ਨੂੰ ਸਮਝਣ ਦੀ ਗੱਲ ਹੈ। ਐਵੇਂ ਨਹੀਂ ਗਾ ਵੀ ਹਾਂ ਜੇ ਤੁਹਾਨੂੰ ਲੂਣ ਪਸੰਦ ਹੈ ਤੁਸੀਂ ਮਤਲਬ ਅਗਲੇ ਨੂੰ ਕਹੋ ਹੀ ਨਾ। ਮਤਲਬ ਵਿੱਚੋਂ ਸਮਝੋ ਮੈਂ ਕੀ ਕਹਿ ਰਿਹਾ। ਹੁਣ ਜੇ ਤੁਹਾਡੀ ਸਬਜ਼ੀ 'ਚ ਮਿਰਚਾਂ ਹੀ ਨਹੀਂ ਹੈਗੀਆਂ ਅਤੇ ਤੁਹਾਨੂੰ ਟੇਸਟ ਨਹੀਂ ਆ ਰਿਹਾ, ਫਿਰ ਤਾਂ ਤੁਸੀਂ ਮਿਰਚਾਂ ਮੰਗੋਗੇ ਹੀ। ਜਾਂ ਮਿਰਚਾਂ ਜਾਂ ਲੂਣ ਵੱਧ ਹੈ ਫਿਰ ਤੁਸੀਂ ਅਗਲੇ ਨੂੰ ਕਹੋਗੇ ਵੀ ਕੋਈ ਵੱਧ ਹੈ, ਇਹ 'ਚ ਪਾਣੀ ਪੂਣੀ ਪਾ ਜਾਂ ਆਲੂ ਪਾ। ਮਤਲਬ ਉਹ ਚੀਜ਼ ਸਮਝੋ ਜਿਹੜੀ ਮੈਂ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਵਿੱਚੋਂ। ਮਤਲਬ ਨਖਰੇ ਨਹੀਂ ਹੁੰਦੇ। ਫਿਰ ਜਿਹੜੀ ਚੀਜ਼ ਜਿਵੇਂ ਮਿਲਦੀ ਹੈ ਠੀਕ ਹੈ। ਉਹ ਤੁਸੀਂ ਜ਼ਿੰਦਗੀ ਨੂੰ ਠੀਕ ਕਰੋ, ਇਹ ਜ਼ਿੰਦਗੀ ਠੀਕ ਹੋ ਜਾਂਦੀ ਹੈ। ਮਤਲਬ ਤੁਹਾਡੀ ਅੱਧੀ ਟੈਨਸ਼ਨ ਫਿਰ ਠੀਕ ਹੋ ਜਾਂਦੀ ਹੈ। ਮਤਲਬ ਕੋਈ ਜੇ ਤੁਹਾਡਾ ਕੋਈ ਨੌਕਰੀ ਲੈਣ ਦਾ ਸਿਸਟਮ ਹੈ ਤਾਂ ਨੌਕਰੀ ਲਓ, ਜੇ ਕੋਈ ਹੋਰ ਕੁਛ ਕਰਨ ਦੀ ਸਲਾਹ ਹੈ ਤਾਂ ਫਿਰ ਉਹ ਚੀਜ਼ ਕਰੋ। ਇੱਕੋ ਚੀਜ਼ ਬਸ ਇੱਕੋ ਚੀਜ਼ ਕਰੋ, ਉਹ ਕਰ ਲਿਆ। ਉਦੋਂ ਬਾਅਦ 'ਚ ਜਦੋਂ ਸੈਟਲ ਹੋਗੇ ਉਦੋਂ ਬਾਅਦ 'ਚ ਤੁਹਾਡੇ ਕੋਲ ਮਤਲਬ ਸੇਵਾ ਕਰਨ ਦਾ ਮੌਕਾ ਹੋਊਗਾ, ਤੁਹਾਡੇ ਕੋਲ ਪੈਸੇ ਆਉਣਗੇ, ਤੁਸੀਂ ਦੂਜਿਆਂ ਦੀ ਸਹਾਇਤਾ ਕਰ ਸਕਦੇ ਹੋ, ਮਾਲਿਕ ਨੂੰ ਮਤਲਬ ਉਹ ਕਰ ਸਕਦੇ ਹੋ, ਇੰਪਰੈਸ ਹੋ ਜਾਂਦਾ ਉਹ ਇਹ ਚੀਜ਼ ਨਾਲ। ਫਿਰ ਤੁਹਾਡਾ ਕੰਮ ਸੌਖਾ ਹੈ, ਫਿਰ ਹੋ ਸਕਦਾ ਹੈ। ਪਰ ਉਹਦੇ ਵਾਸਤੇ ਪਹਿਲਾਂ ਤੁਹਾਨੂੰ ਜ਼ਰੂਰਤ ਪਊਗੀ ਇਹ ਚੀਜ਼ ਦੀ, ਤਾਂ ਫਿਰ ਇਹ ਚੀਜ਼ ਕਰਨੀ ਧਿਆਨ ਜ਼ਿਆਦਾ ਦਿਓ ਤੁਸੀਂ। ਇਹ ਨਹੀਂ ਹੈਗਾ ਵੀ ਮਾਲਿਕ ਨੂੰ ਵਿਸਾਰ ਦਿਓ, ਅੰਦਰ ਤੁਹਾਡੇ ਖਿਆਲ ਤਾਂ ਮਾਲਿਕ ਨੂੰ ਮਿਲਣ ਦਾ ਹੀ ਹੋਣਾ ਚਾਹੀਦਾ। ਪਰ ਇਹ ਚੀਜ਼ ਵੀ ਮਤਲਬ ਤੁਹਾਡੇ ਅੰਦਰ ਹੋਣੀ ਚਾਹੀਦੀ ਵੀ ਹਾਂ ਵੀ ਅਸੀਂ ਪਹਿਲਾਂ ਉਹਦੇ ਪੈਰਾਂ 'ਤੇ ਖੜ੍ਹੇ ਹੋ ਜਾਈਏ। ਫਿਰ ਅਤੇ ਪਰ ਜਦੋਂ ਤੱਕ ਤੁਸੀਂ ਦੂਜਿਆਂ ਨੂੰ ਇੰਪਰੈਸ ਕਰਨ 'ਤੇ ਲੱਗੇ ਰਹੋਗੇ ਤੁਸੀਂ ਨਾ ਤਾਂ ਮਾਲਿਕ ਨੂੰ ਮਿਲ ਸਕੋਗੇ ਨਾ ਇੱਥੇ ਕੁਛ ਹੋ ਸਕਦਾ। ਹਾਂ ਜਿਹੜਾ ਤੁਸੀਂ ਕੰਮ ਕਰੋਗੇ, ਕੋਈ ਕੰਮ ਛੇੜ ਲਓ, ਤੁਸੀਂ ਕੋਈ ਦੁਕਾਨ ਖੋਲ੍ਹ ਲਓ ਜਾਂ ਕੁਛ ਵੀ ਕਰ ਲਓ, ਉਹ 'ਚ ਜ਼ਰੂਰ ਕਾਮਯਾਬ ਹੋ ਜਾਓਗੇ ਤੁਸੀਂ। ਲੱਖਾਂ ਦਾ ਕੰਮ ਹੋ ਜਾਊਗਾ, ਜਿੰਨਾ ਕੁ ਅਭਿਆਸ ਹੋਊਗਾ ਤੁਹਾਡਾ ਕਰੋੜਾਂ ਦਾ ਹੋ ਜਾਊਗਾ। ਸਾਲ ਅਭਿਆਸ ਕਰ ਲਓਗੇ ਲੱਖਾਂ ਦਾ ਹੋ ਜਾਊਗਾ, 2 ਸਾਲ ਕਰ ਲਓਗੇ ਕਰੋੜਾਂ ਦਾ ਹੋ ਜਾਊਗਾ, 5 ਸਾਲ ਕਰ ਲਓਗੇ ਅਰਬੋਂਪਤੀ ਬਣ ਜਾਓਗੇ। ਆਪਦੇ ਆਪ ਕੁਛ ਨਹੀਂ ਕਰਨ ਦੀ ਲੋੜ ਹੈਗੀ। ਬਸ ਕੰਮ ਦੁਕਾਨ ਖੋਲ੍ਹੋ ਜਾਂ ਕੋਈ ਵੀ ਕੰਮ 'ਤੇ ਜਾਓ, ਬਸ ਆਪਦੇ ਆਪ ਹੀ ਹੁੰਦਾ ਜਾਊਗਾ ਸਾਰਾ ਕੁਛ।
ਇਹ ਫਾਇਦਾ ਸਿਮਰਨ ਦਾ। ਪਰ ਜੇ ਮਾਲਿਕ ਨੂੰ ਮਿਲਣਾ ਫਿਰ ਸਿਮਰਨ ਦੇ ਨਾਲ ਤੁਹਾਨੂੰ ਮਨ 'ਤੇ ਨਿਗਰਾਨੀ ਰੱਖਣੀ ਪਊਗੀ, ਮਨ ਕੀ ਕਰ ਰਿਹਾ। ਇਹ 24 ਘੰਟੇ ਐਕਟਿੰਗ ਕਰ ਰਿਹਾ ਹੁੰਦਾ ਇਹ, ਹੋਰ ਉਹਨੂੰ ਕੋਈ ਕੰਮ ਨਹੀਂ ਹੈਗਾ, ਐਕਟਿੰਗ ਚੱਲਦੀ ਰਹਿੰਦੀ ਹੈ। ਇੱਕ ਚੀਜ਼ ਹੁੰਦੀ ਹੈ ਉਹ ਜਿਵੇਂ ਕਹਿੰਦੇ ਨੇ ਬੱਚੇ ਵੀ ਮਨ ਦੇ ਸੱਚੇ, ਉਹ ਕੀ ਹੁੰਦਾ ਹੈ, ਬੱਚੇ ਐਕਟਿੰਗ ਨਹੀਂ ਕਰ ਰਹੇ ਹੁੰਦੇ, ਬਸ ਇਹੀ ਫਰਕ ਹੈ। ਬੱਚੇ ਐਕਟਿੰਗ ਨਹੀਂ ਕਰ ਰਹੇ ਹੁੰਦੇ, ਉਹ ਜੋ ਹੁੰਦੇ ਨੇ ਉਹੀ ਹੁੰਦੇ ਨੇ। ਉਹ ਜਿਹੜੀ ਚੀਜ਼ ਉਹਨਾਂ ਨੂੰ ਪਸੰਦ ਨਹੀਂ ਹੈਗੀ, ਚਾਹੇ ਉਹਨਾਂ ਦਾ ਬਾਪ ਉਹਨਾਂ ਦੇ ਲਵੇ ਖੜਿਆ, ਉੱਥੇ ਹੀ ਉਹਨਾਂ ਨੇ ਕਹਿ ਦੇਣਾ ਵੀ ਪਸੰਦ ਨਹੀਂ। ਐ ਨਹੀਂ ਹੈਗਾ ਵੀ ਉਹਦੇ ਡਰਦੇ ਮਾਰੇ ਕਹਿ ਦੇਣਗੇ ਵੀ ਹਾਂ ਵੀ ਠੀਕ ਹੈ। ਇਹੀ ਹੈ, ਇਹ ਕੀ ਚੀਜ਼ ਹੈ, ਵਿਵਹਾਰ ਦਾ ਸੱਚਾ ਹੋਣਾ, ਮਤਲਬ ਸੱਚਾਈ ਵੀ ਜੋ ਤੁਸੀਂ ਹੋ ਉਹ। ਤਾਂ ਫਿਰ ਬੱਚਿਆਂ 'ਤੇ ਸਭ ਤੋਂ ਵੱਧ ਬਖਸ਼ਿਸ਼ ਹੁੰਦੀ ਹੈ ਮਾਲਿਕ ਦੀ। ਅਤੇ ਜਿਹੜੇ ਅਭਿਆਸੀ ਨੇ ਉਹ ਵੀ ਬੱਚੇ ਹੀ ਹੁੰਦੇ ਨੇ, ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋਈ। ਅਸਲ 'ਚ ਉਹ ਬੱਚੇ ਹੀ ਬਣੇ ਹੋਏ ਹੁੰਦੇ ਨੇ, ਅੰਦਰੋਂ ਸੱਚੇ ਹੋ ਜਾਂਦੇ ਨੇ, ਕਿਸੇ ਚੀਜ਼ 'ਚ ਕੋਈ ਉਹ ਨਹੀਂ ਹੁੰਦਾ, ਮਲਾਲ ਨਹੀਂ ਹੁੰਦਾ। ਮਾਲਿਕ ਨੂੰ ਮਿਲਣਾ ਬਹੁਤ ਮੁਸ਼ਕਿਲ ਹੈ, ਮਤਲਬ ਮਨ ਨੂੰ ਰੋਕਣਾ। ਮਾਲਿਕ ਨੂੰ ਮਿਲਣਾ ਤਾਂ ਬਹੁਤ ਆਸਾਨ ਹੈ, ਮਨ ਨੂੰ ਰੋਕਣਾ ਮੁਸ਼ਕਿਲ ਹੈ, ਅਸੰਭਵ ਨਹੀਂ ਹੈਗਾ। ਪਰ ਇਨਸਾਨ ਚਾਹੀਦਾ ਸਭ ਕੁਝ ਕਰ ਸਕਦਾ, ਪਰ ਉਹ ਉਦੋਂ ਹੀ ਕਰ ਸਕਦਾ ਜਦੋਂ ਤੁਸੀਂ ਮਨ ਨੂੰ ਸਮਝੋਗੇ। ਜਦੋਂ ਤੱਕ ਤੁਸੀਂ ਇਹਨੂੰ ਸਮਝਦੇ ਨਹੀਂ, ਤੁਸੀਂ ਦੁਨੀਆ ਨੂੰ ਇੰਪਰੈਸ ਕਰਨ ਵਾਸਤੇ ਸਾਰਾ ਕੁਛ ਕਰਦੇ ਹੋ, ਫਿਰ ਮਾਲਿਕ ਨੂੰ ਇੰਪਰੈਸ ਨਹੀਂ। ਇੱਕੋ ਹੀ ਕੰਮ ਹੋਊਗਾ ਇੱਕ ਵੇਲੇ, ਜ਼ਿਆਦਾ ਤੁਸੀਂ ਮਾਲਿਕ ਨੂੰ ਹੀ ਆਪਦੇ ਕਨੀ ਉਹ ਕਰ ਸਕਦੇ ਹੋ ਅਟਰੈਕਟ, ਜਾਂ ਫਿਰ ਦੁਨੀਆ ਨੂੰ ਕਰ ਸਕਦੇ ਹੋ। ਜੇ ਦੋਹਾਂ ਨੂੰ ਕਰਨ ਦੀ ਕੋਸ਼ਿਸ਼ ਕਰੋਗੇ ਡੁੱਬੋਗੇ ਫਿਰ, ਹੋਰ ਕੀ। ਅਤੇ ਇਹ ਭਰਮ ਹੈ ਜਿਹੜਾ ਮਾਇਆ, ਇਹ 'ਤੇ ਤੁਸੀਂ ਭਰੋਸਾ ਨਹੀਂ ਕਰ ਸਕਦੇ। ਅੱਜ ਦੇਖੋ ਤੁਸੀਂ ਅੱਜ ਤੁਹਾਨੂੰ ਕੋਈ ਹੋਰ ਚੀਜ਼ ਪਸੰਦ ਹੈ, 3-4 ਦਿਨਾਂ ਬਾਅਦ ਤੁਹਾਨੂੰ ਕੋਈ ਹੋਰ ਚੀਜ਼ ਪਸੰਦ ਆ ਜਾਂਦੀ ਹੈ। ਇਹ ਕੀ ਹੈ, ਇਹ ਭਰਮ ਹੈ, ਹੋਰ ਕੀ। ਆਪਦੇ ਆਪ ਨੂੰ ਸਵਾਲ ਕਰਿਆ ਕਰੋ ਵੀ ਕਿੱਧਰ ਗਏ ਤੁਹਾਡੇ ਵਾਅਦੇ, ਕਿੱਧਰ ਗਈ ਤੁਹਾਡੀ ਮੁਹੱਬਤ। ਹੁਣ ਦੇਖੋ ਹਾਲਤ ਕੀ ਹੈ। ਜੇ ਇਹ 2-3 ਸਾਲਾਂ 'ਚ ਇੰਨਾ ਬਦਲ ਗਿਆ, ਤਾਂ ਫਿਰ 2-3 ਸਾਲਾਂ 'ਚ ਇਹ ਵੀ ਬਦਲ ਜੂਗਾ। ਫਿਰ ਜੇ ਤੁਸੀਂ ਇਹ ਚੀਜ਼ 'ਤੇ ਭਰੋਸਾ ਕਰੋਗੇ ਤਾਂ ਫਿਰ ਮਾਰੇ ਖਾਓਗੇ। ਇਹਨੇ ਐਂ ਬਦਲ ਜਾਣਾ ਐ। ਫਿਰ ਦਰਦ ਜਿਹੜਾ ਹੁੰਦਾ ਉਹ ਕਿਹਨੂੰ ਹੁੰਦਾ, ਆਤਮਾ ਨੂੰ। ਬੋਝ ਨਾ ਢੋ ਆਪਦੇ ਮੋਢਿਆਂ 'ਤੇ, ਗਧੇ ਨਾ ਬਣੋ। ਦੂਜਿਆਂ ਨੂੰ ਇੰਪਰੈਸ ਕਰਕੇ ਤੁਹਾਨੂੰ ਕੁਛ ਨਹੀਂ ਮਿਲਣ ਲੱਗਿਆ। ਪਤਾ ਨਹੀਂ ਤੁਹਾਡੇ ਵਰਗੇ ਕਿੰਨੇ ਕੁ ਇੰਪਰੈਸ ਕਰਨ ਨੂੰ ਫਿਰਦੇ ਨੇ ਕਿਸੇ ਨੂੰ, ਕੁਛ ਨਹੀਂ ਮਿਲਣ ਲੱਗਿਆ। ਉਹ ਬੋਝ ਨਾ ਬਣੋ, ਫਰੀ ਰਹੋ, ਆਪਦੇ ਆਪ 'ਚ ਰਹੋ। ਬੱਸ ਜਦੋਂ ਤੁਸੀਂ ਬੈਠੋ ਤੁਹਾਨੂੰ ਐਂ ਫੀਲ ਹੋਣਾ ਚਾਹੀਦਾ ਵੀ ਬਸ ਮੈਂ ਹੀ ਬੈਠਾ ਬੱਸ 'ਚ, ਹੋਰ ਕੋਈ ਤੇਲ ਲੈਣ ਜਾਵੇ ਆਪਾਂ ਨੂੰ ਕੀ ਹੈ। ਜਦੋਂ ਤੁਸੀਂ ਕਾਲਜ 'ਚ ਜਾਓ ਬਸ ਤੁਸੀਂ ਵੀ ਹੋ ਬਸ, ਫਿਰ ਕਾਲਜ 'ਚ ਦੂਜੇ ਕੀ ਕਰ ਰਹੇ ਉਹਨੂੰ ਕੀ ਕਰਾਂ। ਇਹਦੀ ਐਗਜ਼ਾਮਪਲ ਸੁਣ ਲਓ। ਇੱਕ ਵਾਰੀ ਆਪਦੇ ਕਾਲਜ ਦੇ ਕੈਂਪਸ 'ਚ ਖੜਾ ਸੀਗਾ, ਉਦੋਂ ਮੈंने ਵੱਡੇ ਵੱਡੇ ਵਾਲ ਐਂ ਰੱਖੇ ਹੋਏ ਤੇ ਕੱਪੜੇ ਮੇਰੇ ਹੁੰਦੇ ਤੇ ਬਹੁਤ ਮਤਲਬ ਪੂਰੇ ਉਹ ਮਤਲਬ ਕਹਿ ਲਓ ਬ੍ਰੈਂਡਡ। ਤਾਂ ਫਿਰ ਜਦੋਂ ਬੰਦਾ ਥੱਲੇ ਤੋਂ ਉੱਪਰ ਨੂੰ ਦੇਖਦਾ ਵੀ ਉਹਦੇ ਸੋਚਦਾ ਵੀ ਹਾਂ ਵੀ ਇਹਦਾ ਕੋਈ ਖਤਰਨਾਕ ਉਹ ਬੰਦਾ ਹੈ। ਜਦੋਂ ਮੇਰੇ ਵਾਲ ਦੇਖ ਲੈਂਦਾ ਲੱਗਦਾ ਯਾਰ ਕੀ ਹੈ ਇਹ। ਫਿਰ ਇੱਕ ਵਾਰੀ ਕੀ ਹੋਇਆ, ਹੁਣ ਮੈਨੂੰ ਉਹਨਾਂ ਤੋਂ ਕੀ ਲੈਣਾ ਸੀ, ਕੁਛ ਵੀ ਨਹੀਂ। ਮਤਲਬ ਐਵੇਂ ਸਾਰੇ ਖੜ੍ਹੇ, ਜਿਵੇਂ ਕੈਂਪਸ ਹੁੰਦਾ, ਜਿਵੇਂ ਕਾਫੀ ਪੇਪਰਾਂ ਵੇਲੇ ਜਿਵੇਂ ਪੇਪਰ ਤੋਂ ਬਾਅਦ ਐਵੇਂ ਇਕੱਠ ਹੋ ਜਾਂਦਾ, ਗਰਮੀਆਂ ਦਾ ਟਾਈਮ ਸੀਗਾ, ਮਈ ਦੇ ਪੇਪਰ ਦੇ ਸ਼ਾਇਦ ਉਹ। ਮੈਂ ਨੀਚੇ ਬਰੈਂਡ ਨਹੀਂ ਪਾਉਂਦਾ ਹੁੰਦਾ ਸੀਗਾ ਪਹਿਲਾਂ, ਬਹੁਤ ਘੱਟ ਪਾਈ ਹੈ ਮੈਨੂੰ ਗਰਮੀ ਆ ਰਹੀ ਸੀਗੀ। ਹੁਣ ਰੁਮਾਲ ਕਿਹੜਾ ਕੱਢੇ, ਤਾਂ ਮੈंने ਐਵੇਂ ਚੱਕ ਕੇ ਝੁੱਗਾ ਵਧਾਇਆ, ਐਂ ਮੂੰਹ ਪੂੰਝਦਾ ਮੇਰਾ ਚੰਗੀ ਤਰ੍ਹਾਂ ਹੀ। ਫਿਰ ਉਹ ਥੱਲੇ ਸਾਰਾ ਸਰੀਰ ਦਿਖੇ, ਹੁਣ ਕਮਜ਼ੋਰ ਸੀਗਾ ਬਿਲਕੁਲ, ਪੈਂਟ ਜਮੀ ਨੀਚੇ। ਤਾਂ ਸਾਰੇ ਜਦੋਂ ਮੈंने ਐਂ ਥੱਲੇ ਧਰਿਆ ਸਾਰੇ ਮੇਰੇ ਨਹੀਂ ਦੇਖ ਰਹੇ। ਤਾਂ ਫਿਰ ਮੈਨੂੰ ਵੀ ਚੱਕਰ ਦੀ ਸਮਝ ਗਿਆ ਮੈਂ ਕੀ ਕਰਾਂ। ਉਦੋਂ ਪਹਿਲਾਂ ਦੇਖੋ ਮੈंने ਕੀ ਕਰਿਆ, ਮੈंने ਸੋਚਿਆ ਹੀ ਨਹੀਂ ਹੈਗਾ ਵੀ ਮੇਰੇ ਬਾਰੇ ਕੀ ਸੋਚਣਗੇ ਇਹ। ਕਿਉਂ? ਕਿਉਂਕਿ ਮੈਨੂੰ ਪਤਾ ਨਹੀਂ ਸੀ ਵੀ ਕੌਣ ਨੇ ਇਹ, ਜਾਂ ਕਿਉਂ ਖੜ੍ਹੇ ਨੇ, ਜਾਂ ਕਿਉਂ ਮੈਨੂੰ ਥੋੜ੍ਹੀ ਦੇਖਣਗੇ। ਇਹ ਚੀਜ਼ ਹੈ ਵੀ ਇੰਪਰੈਸ ਕਰਨਾ ਅਤੇ ਨਾ ਕਰਨਾ। ਜੇ ਮੈਨੂੰ ਉਹਨਾਂ ਨੂੰ ਇੰਪਰੈਸ ਕਰਨਾ ਹੁੰਦਾ, ਜਾਂ ਆਪਦੀ ਰੈਪੂਟੇਸ਼ਨ, ਜਿਹਨੂੰ ਤੁਸੀਂ ਰੈਪੂਟੇਸ਼ਨ ਕਹਿੰਦੇ ਹੰਕਾਰ ਹੁੰਦਾ, ਇਹ ਹੋਰ ਕੁਝ ਨਹੀਂ ਹੁੰਦਾ ਵੀ ਹਾਂ। ਫਿਰ ਮੈਂ ਕੀ ਕਰਦਾ, ਰੁਮਾਲ ਕੱਢਦਾ। ਫਿਰ ਇੱਥੇ ਮੈਂ ਇੰਨਾ ਸੌਖਾ ਰਿਹਾ, ਚੱਕੋ ਐਂ ਬਸ ਠੀਕ ਹੈ ਬਸ।
ਕੋਈ ਬੋਝ ਨਹੀਂ, ਠੀਕ ਹੈ। ਇਹ ਹੈ ਬੋਝ ਦੂਜਿਆਂ ਨੂੰ ਇੰਪ੍ਰੈਸ ਕਰਨ ਦਾ। ਆਪਣੀ ਜ਼ਿੰਦਗੀ ਦੇਖੋ ਤੁਸੀਂ, ਦੂਜਿਆਂ ਨੂੰ ਤੁਹਾਨੂੰ ਅੰਬ ਨਹੀਂ ਲੈਣੇ। ਹਜ਼ਾਰਾਂ ਹੀ ਲੋਕ ਫਿਰਦੇ ਨੇ ਇੱਕ ਦੂਜੇ ਨੂੰ ਉਹ ਕਰਦੇ, ਤੁਸੀਂ ਕਰ ਦਿਓ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ। ਬੇਵਕੂਫ ਨਾ ਬਣੋ। ਇਹ ਮਾਇਆ ਦਾ ਸਿਸਟਮ ਹੈ। ਮਤਲਬ ਇਹ ਐਵੇਂ ਸਮਝ ਵੀ ਸਾਰੀ ਗੱਲ ਮਾਇਆ 'ਤੇ ਤੀ। ਇਹ ਮਾਇਆ ਦਾ ਸਿਰਫ ਇੱਕ ਪੱਖ ਹੈ, ਮਾਇਆ ਦੇ 7 ਪੱਖ ਨੇ। ਉਹ ਕਦੇ ਫੇਰ ਸਹੀ। ਮਾਇਆ ਮਤਲਬ ਭਰਮ। ਇੱਕ ਮਾਇਆ ਹੁੰਦੀ ਹੈ ਪੈਸਾ, ਦੂਜੀ ਮਾਇਆ ਹੁੰਦੀ ਹੈ ਜ਼ਮੀਨ, ਤੀਜੀ ਮਾਇਆ ਹੁੰਦੀ ਹੈ ਇਸਤਰੀ ਜਾਂ ਮਰਦ, ਚੌਥੀ ਮਾਇਆ ਹੁੰਦੀ ਹੈ ਆਕਾਸ਼, ਪੰਜਵੀਂ ਮਾਇਆ ਹੁੰਦੀ ਹੈ ਸੋਚ, ਛੇਵੀਂ ਮਾਇਆ ਹੁੰਦੀ ਹੈ ਮਨ, ਇਸ ਦਾ ਇੱਕ ਰੂਪ ਹੈ। ਸੱਤਵੀਂ ਮਾਇਆ ਹੁੰਦੀ ਹੈ ਮਾਲਕ ਦੀ ਮਾਇਆ। ਬਹੁਤ ਲੰਮੇ ਲੰਮੇ ਟੋਪਿਕ ਨੇ ਇਹ। ਤਾਂ ਅੱਜ ਮਤਲਬ ਭਰਮ ਸਮਝ ਗਏ ਤੁਸੀਂ? ਮਾਇਆ ਦਾ ਜਿਹੜਾ ਇੱਕ ਅੰਗ ਹੈ ਇਹ ਭਰਮ। ਇਹ ਭਰਮ 'ਚ ਰੱਖਦੀ ਹੈ ਇਨਸਾਨ ਨੂੰ। ਬੇਵਕੂਫ ਨਾ ਬਣੋ।